ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਕਰ ਰਹੇ ਹਾਂ ਆਨਲਾਈਨ। ਅੱਜ ਅਸੀਂ ਧੰਨ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਵਿੱਚੋਂ 34 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਸ ਵਿੱਚ ਪਹਿਲਾ ਬਚਨ ਹੈ, ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਕਿ ਮੈਂ ਹੋਰ ਅਨੇਕਾਂ ਯਤਨ ਕਰ ਚੁੱਕਾ ਹਾਂ, ਉਹਨਾਂ ਦੇ ਨਾਲ ਮੇਰੇ ਮਨ ਦਾ ਹੰਕਾਰ ਦੂਰ ਨਹੀਂ ਹੋਇਆ, ਸਗੋਂ ਇਹ ਹੰਕਾਰ ਹੋਰ ਵਧਿਆ ਹੈ। ਹੁਣ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਮਨ ਦਾ ਹੰਕਾਰ ਦੂਰ ਅਸਾਂ ਕਿਉਂ ਕਰਨਾ ਹੈ। ਪਹਿਲੀ ਗੱਲ, ਮਨ ਦਾ ਹੰਕਾਰ ਦੂਰ ਇਸ ਕਰਕੇ ਕਰਨਾ ਹੈ ਕਿ ਜਦੋਂ ਤੱਕ ਬੰਦੇ ਦੇ ਅੰਦਰ ਈਗੋ ਹੈ, ਉਦੋਂ ਤੱਕ ਇਹ ਰੱਬ ਦੇ ਨਾਲੋਂ ਵਿਛੜਿਆ ਰਹਿੰਦਾ ਹੈ। ਜਦੋਂ ਇਹਦੇ ਅੰਦਰੋਂ ਮੈਂ ਮਿਟਦੀ ਹੈ, ਉਦੋਂ ਇਹਦੇ ਅੰਦਰ ਤੂੰ ਪ੍ਰਗਟ ਹੁੰਦਾ ਹੈ। ਜਦੋਂ ਇਹ ਤੂੰ ਦੇ ਵਿੱਚ ਮਿਲ ਜਾਂਦਾ ਹੈ, ਉਦੋਂ ਮੈਂ ਖਤਮ ਹੋ ਜਾਂਦਾ। ਤੇ ਇਸ ਚੀਜ਼ ਵਾਸਤੇ ਜ਼ਰੂਰੀ ਹੈ ਕਿ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਜਦੋਂ ਮੇਰੇ ਅੰਦਰੋਂ ਮੈਂ ਮਿਟਦੀ ਹੈ, ਉਦੋਂ ਫਿਰ ਮੇਰ ਤੇਰ ਦੇ ਵਿਤਕਰੇ ਵੀ ਮਿਟ ਜਾਂਦੇ ਹਨ। ਫਿਰ ਜਿੱਧਰ ਅਸੀਂ ਵੇਖਦੇ ਹਾਂ, ਉਧਰ ਸਾਨੂੰ ਪ੍ਰਭੂ ਦਾ ਰੂਪ ਨਜ਼ਰੀ ਪੈਂਦਾ ਹੈ। ਇਸ ਲਈ ਰੱਬ ਦੇ ਵਿੱਚ ਮਿਲਣ ਵਾਸਤੇ, ਗੁਰੂ ਦੇ ਅੰਦਰ ਅਪੇਧ ਹੋਣ ਲਈ, ਗੁਰੂ ਦੀ ਰਹਿਮਤ ਪਾਉਣ ਲਈ ਸਾਨੂੰ ਆਪਣੀ ਈਗੋ ਮਿਟਾਉਣੀ ਬਹੁਤ ਜ਼ਰੂਰੀ ਹੈ। ਪਹਿਲੀ ਗੱਲ। ਦੂਜੀ ਗੱਲ ਹੈ ਕਿ ਈਗੋ ਮਿਟਾਉਣ ਵਾਸਤੇ ਯਤਨ ਬਹੁਤ ਮੈਂ ਕਰ ਰਹੇ ਹੋ। ਬੜੇ ਯਤਨ ਕੀਤੇ ਗਏ ਨੇ। ਕਿਹੜੇ ਯਤਨ ਨੇ? ਉਹ ਜਿਹੜੇ ਸਾਡੇ ਧਾਰਮਿਕ ਮਿੱਥੇ ਹੋਏ ਕਰਮ ਨੇ। ਬਹੁਤ ਸਾਰੇ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਵਰਤ ਰੱਖਦੇ ਨੇ, ਸ਼ਰਾਧ ਕਰਦੇ ਨੇ, ਜੰਗਲਾਂ ਅੰਦਰ ਚਲੇ ਜਾਂਦੇ ਨੇ, ਤਿਆਗੀ ਸੰਨਿਆਸੀ ਬਾਬੇ ਹੋ ਜਾਂਦੇ ਨੇ, ਬੜੇ ਵੱਡੇ ਡੇਰੇ ਬਣਾ ਲੈਂਦੇ ਨੇ, ਜਾਂ ਹੋਰ ਅਨੇਕਾਂ ਕਰਮ ਕਰਦੇ ਨੇ। ਇਹਨਾਂ ਕਰਮਾਂ ਦੇ ਨਾਲ ਈਗੋ ਮਿਟਦੀ ਨਹੀਂ। ਗੁਰੂ ਜੀ ਨੇ ਦੇਖੋ ਕਿੰਨੇ ਪਿਆਰੇ ਬਚਨ ਕੀਤੇ ਨੇ, ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬੰਧੇ। ਸਗੋਂ ਇਹਨਾਂ ਕਰਕੇ ਹੋਰ ਹੰਕਾਰ ਵੱਧਦਾ ਚਲਾ ਜਾਂਦਾ। ਗੁਰੂ ਜੀ ਨੇ ਬਚਨ ਕੀਤਾ, ਦੇਸ਼ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਬੰਦਾ ਦੇਸ਼ ਛੱਡ ਕੇ ਪ੍ਰਦੇਸ਼ਾਂ ਵਿੱਚ ਚਲਾ ਜਾਂਦਾ ਹੈ, ਪਰ ਇਹ ਜਿਹੜਾ ਈਗੋ, ਹੰਕਾਰ ਵਗੈਰਾ ਵਿਕਾਰ ਨੇ, ਇਸ ਬਿਰਤੀ ਨੂੰ ਨਾਲ ਹੀ ਲੈ ਜਾਂਦਾ। ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ। ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸ਼ ਨ ਪਾਈਐ ਮਹਾ ਦੁਖਿਆਰੀ। ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਐ ਜੋਨੀ। ਅੰਨ ਤੇ ਰਹਿਤਾ ਦੁੱਖ ਦੇਹੀ ਸਹਿਤਾ, ਹੁਕਮ ਨਾ ਬੂਝੈ ਵਿਆਪਿਆ ਮਮਤਾ। ਯਾਨੀ ਇਹਨਾਂ ਕਰਮਾਂ ਦੇ ਨਾਲ ਹੰਕਾਰ ਖਤਮ ਨਹੀਂ ਹੁੰਦਾ। ਪਹਿਲੀ ਗੱਲ ਕਿ ਬਹੁਤ ਯਤਨ ਕੀਤੇ, ਮੇਰੇ ਮਨ ਦਾ ਹੰਕਾਰ ਨਹੀਂ ਮਿਟਿਆ। ਦੂਜੀ ਗੱਲ, ਤੀਜੀ ਗੱਲ ਇਹ ਸਮਝਣ ਵਾਲੀ ਹੈ ਕਿ ਹੁਣ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਹੰਕਾਰ ਮਿਟ ਗਿਆ। ਇਹ ਚੀਜ਼ ਬੜੀ ਸਮਝਣ ਵਾਲੀ ਹੈ। ਵੈਸੇ ਅਸੀਂ ਇੱਕ ਦੂਜੇ ਨੂੰ ਕਹਿ ਦਿੰਦੇ ਹਾਂ, ਜੀ ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ, ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ। ਤੇ ਜੇ ਚਾਰ ਬੰਦਿਆਂ ਵਿੱਚ ਉਹਨੂੰ ਕਹਿ ਦੇਈਏ ਨਾ ਕਿ ਹਾਂ ਯਾਰ ਤੂੰ ਕੁਛ ਵੀ ਨਹੀਂ, ਵਾਸਤਵ ਚ ਤੂੰ ਤੇ ਚਰਨਾਂ ਦੀ ਮਿੱਟੀ ਹੈ, ਤੁਹਾਡੇ ਗੱਲ ਪੈ ਜਾਏਗਾ ਬੰਦਾ। ਕਿਵੇਂ ਪਤਾ ਲੱਗੇ ਕਿ ਸਾਡੀ ਈਗੋ ਦੂਰ ਹੋ ਗਈ ਹੈ ਜਾਂ ਨਹੀਂ? ਤਾਂ ਉਹਦੇ ਵਾਸਤੇ ਇੱਕੋ ਹੀ ਗੱਲ ਹੈ, ਜਿਸ ਦੀ ਈਗੋ ਖਤਮ ਹੋ ਗਈ ਹੁੰਦੀ ਹੈ ਨਾ, ਉਹ ਕਿਸੇ ਦਾ ਹੁਕਮ ਮੰਨ ਲੈਂਦਾ ਹੈ, ਉਹ ਹੁਕਮ ਮਨਾਉਂਦਾ ਨਹੀਂ। ਤਾਂ ਦੇਖੋ, ਮੈਂ ਤੁਹਾਨੂੰ ਕੋਈ ਗੱਲ ਕਹਾਂ ਤਾਂ ਤੁਹਾਡੀ ਈਗੋ ਨੂੰ ਸੱਟ ਲੱਗੇਗੀ। ਹੋ ਸਕਦਾ ਤੁਸੀਂ ਮੇਰੀ ਗੱਲ ਨਾ ਮੰਨੋ। ਤੁਸੀਂ ਮੈਨੂੰ ਕੋਈ ਗੱਲ ਕਹੋ, ਹੋ ਸਕਦਾ ਮੈਂ ਤੁਹਾਡੀ ਗੱਲ ਨਾ ਮੰਨਾਂ, ਕਿਉਂਕਿ ਮੇਰੀ ਈਗੋ ਨੂੰ ਸੱਟ ਵੱਜਦੀ ਹੈ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਾਂ, ਉਦੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ, ਉਦੋਂ ਸਾਡੀ ਈਗੋ ਨੂੰ ਸੱਟ ਨਹੀਂ ਵੱਜਦੀ, ਕਿਉਂਕਿ ਗੁਰੂ ਦੇ ਅੱਗੇ ਝੁਕਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਤਾਂ ਅਸੀਂ ਗੁਰਬਾਣੀ ਨੂੰ ਬੇਸ ਬਣਾ ਕੇ ਵੇਖਣਾ ਕਿ ਸਾਡੀ ਜ਼ਿੰਦਗੀ ਵਿੱਚ ਈਗੋ ਹੈ ਕਿ ਨਹੀਂ ਹੈ। ਹੁਣ ਜੇ ਤਾਂ ਸਾਡੀ ਜ਼ਿੰਦਗੀ ਗੁਰਬਾਣੀ ਮੁਤਾਬਕ ਹੈ, ਤਾਂ ਇਹਦਾ ਮਤਲਬ ਸਾਡੀ ਜ਼ਿੰਦਗੀ ਵਿੱਚ ਈਗੋ ਨਹੀਂ ਹੈ, ਕਿਉਂਕਿ ਅਸੀਂ ਗੁਰੂ ਦੇ ਬਚਨਾਂ ਨੂੰ ਫੋਲੋ ਕਰ ਰਹੇ ਹਾਂ। ਤੇ ਜੇ ਸਾਡੀ ਬੋਲ ਚਾਲ, ਸਾਡਾ ਵਿਹਾਰ, ਸਾਡਾ ਸੋਚਣਾ ਗੁਰਬਾਣੀ ਮੁਤਾਬਕ ਨਹੀਂ, ਤਾਂ ਫਿਰ ਸਾਨੂੰ ਸਮਝ ਲੈਣਾ ਚਾਹੀਦਾ ਕਿ ਮੇਰੇ ਅੰਦਰ ਈਗੋ ਹੈ,
मैं गुरु के हुक्म नूं भी नहीं मनदा, मैं गुरु नूं भी अपने तो वड्डा नहीं समझ रहा, अपनी मत नूं गुरु की मत तो वड्डा समझ रहा। थोड़ियां जिहियां मैं तुहाडे नाल एग्जाम्पल साझियां करांगा। हुण गुरु जी कहंदे ने हर बिन होर ना पूजो मड़े मसान ना जाई, पर ਅਸੀਂ ਘਰਾਂ ਵਿੱਚ ਮੜੀਆਂ ਮਸਾਨ ਬਣਾਏ ਹੋਏ ਨੇ, ਤਾਂ ਇਹਦਾ ਮਤਲਬ ਸਾਡੇ ਵਿੱਚ ਈਗੋ ਹੈ, ਅਸੀਂ ਗੁਰੂ ਦਾ ਹੁਕਮ ਨਹੀਂ ਮੰਨਿਆ। ਗੁਰੂ ਜੀ ਨੇ ਸਾਨੂੰ ਕੂਕ ਕੂਕ ਕੇ ਕਿਹਾ ਕਿ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ, ਤੇ ਜੇ ਪਾਰ ਲੰਘਣਾ ਚਾਹੁੰਦਾ ਤਾਂ ਸ਼ਰਾਬ ਆਦਿਕ ਜਿੰਨੇ ਵੀ ਝੂਠੇ ਨਸ਼ੇ ਨੇ ਇਹ ਨਾ ਕਰ। ਜੇ ਅਸੀਂ ਨਸ਼ਾ ਨਹੀਂ ਛੱਡਿਆ ਤਾਂ ਇਹਦਾ ਮਤਲਬ ਅਸੀਂ ਗੁਰੂ ਦੇ ਹੁਕਮ ਨੂੰ ਪ੍ਰਵਾਨ ਨਹੀਂ ਕੀਤਾ ਨਾ, ਸਾਡੇ ਵਿੱਚ ਈਗੋ ਹੈ। ਹੁਣ ਗੁਰੂ ਜੀ ਸਾਨੂੰ ਕਹਿੰਦੇ ਨੇ ਵੀ ਦਾਜ ਦਹੇਜ ਲੈਣਾ ਔਰ ਦੇਣਾ ਬਹੁਤ ਗਲਤ ਕੰਮ ਹੈ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਪਰ ਜੇ ਅਸੀਂ ਦਾਜ ਦੇ ਰਹੇ ਹਾਂ ਔਰ ਲੈ ਰਹੇ ਹਾਂ ਤਾਂ ਇਹਦਾ ਮਤਲਬ ਸਾਡੇ ਅੰਦਰ ਈਗੋ ਹੈ, ਅਸੀਂ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਿਆ। ਗੁਰੂ ਜੀ ਸਾਨੂੰ ਕਹਿੰਦੇ ਨੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। कि शब्द गुरु है, सब सिखन को हुक्म है, गुरु मान्यो ग्रंथ। पर जे असीं गुरु ग्रंथ साहब तो इलावा होर किते पीरां कबरां ते बाबियां अगे मत्था टेकदे आ, दा मतलब साडे अंदर ईगो है, असीं गुरु दे बचनां नूं नहीं मन्निया। गुरु जी सानू कहंदे ने फक्कड़ जाति फक्कड़ नाओ, पर असीं अपने नामां नाल सर नेम लाए ने, तां इहदा मतलब साडे अंदर ईगो है, असीं गुरु दे बचनां नूं नहीं मन रहे। गुरु जी सानू कहंदे ने बाद विवाद काहू स्यों ना कीजै, पर असीं लड़ रहे हां तां इहदा मतलब साडे अंदर ईगो है। गुरु जी सानू कहंदे ने एक जोत दोए मूर्ति धन पिर कहीए सोए, पर साडी पति पत्नी दी नहीं बनदी, इहदा मतलब असीं गुरु दी गल नूं नहीं मन्निया, साडे अंदर ईगो है। गुरु जी सानू कहंदे ने बोलीए सच धर्म झूठ ना बोलीए, पर असीं झूठ बोल रहे हां, इट मीन साडे अंदर ईगो है। गुरु जी कहंदे ने सब में जोत जोत है सोए, सब नाल रब वर्गा प्यार सत्कार करो, असी ऐसा नहीं करते, इट मीनस साडे अंदर ईगो है। गुरु जी कहंदे ने भी चुगली निंदा ना करो, तां किन्ने यतन कीते पर साडे अंदर ईगो टिकी हुई है। इसलिए सानू तीजी गल ये विचारन की लोड़ है कि की साडी जिंदगी गुरबाणी मुताबक है, जे है तां ओ जीवन मुबारक है भाई, ਤੇ ਜੇ ਗੁਰਬਾਣੀ ਮੁਤਾਬਕ ਨਹੀਂ ਤਾਂ ਇਹਦਾ ਮਤਲਬ ਮੇਰੇ ਅੰਦਰ ਈਗੋ ਹੈ। ਮੈਨੂੰ ਆਪਣੀ ਈਗੋ ਦੂਰ ਕਰਕੇ, ਹੰਕਾਰ ਦੂਰ ਕਰਕੇ ਗੁਰੂ ਦੇ ਬਚਨਾਂ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਜਦੋਂ ਇਹਨਾਂ ਚੀਜ਼ਾਂ ਦੀ ਸਮਝ ਆ ਜਾਏ ਨਾ, ਫਿਰ ਅਗਲਾ ਬਚਨ ਕਰਦੇ ਨੇ ਦੁਰਮਤ ਸਿਉ ਨਾਨਕ ਫਧਿਓ, ਰਾਖ ਲਿਓ ਭਗਵਾਨ। ਫਧਿਓ ਦਾ ਮਤਲਬ ਫਸਿਆ ਹੋਇਆ, ਦੁਰਮਤ ਦਾ ਮਤਲਬ ਖੋਟੀ ਮਤ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਮਨ ਖੋਟੀ ਮਤ ਦੇ ਨਾਲ ਚੰਬੜਿਆ ਰਹਿੰਦਾ ਹੈ। ਰਾਖ ਲਿਓ ਭਗਵਾਨ ਕੀ, ਹੈ ਭਗਵਾਨ, ਹੈ ਪ੍ਰਭੂ ਮੈਨੂੰ ਖੋਟੀ ਮਤ ਤੋਂ ਬਚਾ। ਤਾਂ ਇਹਦਾ ਮਤਲਬ ਅਸੀਂ ਈਗੋ ਤੋਂ ਬਚਣਾ ਹੈ, ਤੇ ਈਗੋ ਜਿਹੜੀ ਹੈ ਸਾਡੀ ਖੋਚੀ ਮਤ ਕਰਕੇ ਹੈ। ਤੇ ਜਿੰਨੇ ਵੀ ਅਸੀਂ ਜ਼ਿੰਦਗੀ ਦੇ ਫੈਸਲੇ ਲੈਣੇ ਨੇ ਉਹ ਅਸੀਂ ਮਤ ਦੇ ਨਾਲ ਲੈਣੇ ਨੇ, ਬੁੱਧ ਦੇ ਨਾਲ ਲੈਣੇ ਨੇ। ਜੇ ਸਾਡੇ ਫੈਸਲੇ ਠੀਕ ਨੇ ਤਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਹੈ, ਤੇ ਜੇ ਸਾਡੇ ਫੈਸਲੇ ਗਲਤ ਨੇ ਤਾਂ ਸਾਡੀ ਜ਼ਿੰਦਗੀ ਵਿੱਚ ਦੁੱਖ ਹੈ। ਅਸੀਂ ਕਿਸੇ ਕਾਰ ਨੂੰ ਕ੍ਰੋਸ ਕਰਨ ਲੱਗਦੇ ਹਾਂ, ਜੇ ਸਾਡਾ ਥੋੜਾ ਜਿਹਾ ਜਜਮੈਂਟ ਗਲਤ ਹੋ ਗਿਆ ਤਾਂ ਐਕਸੀਡੈਂਟ ਹੋ ਜਾਏਗਾ। ਇਸ ਲਈ ਜਿੰਨੇ ਵੀ ਸੁੱਖ ਜਾਂ ਦੁੱਖ ਨੇ ਉਹ ਸਾਡੇ ਆਪਣੇ ਲਏ ਹੋਏ ਫੈਸਲਿਆਂ ਦੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਖੋਟੀ ਮਤ ਨੂੰ ਖਤਮ ਕਰਨਾ ਹੈ, ਗਿਆਨ ਦੀ ਸਹੀ ਵਰਤੋਂ ਕਰਨੀ। ਦੇਖੋ ਮਤ ਹੈ, ਇੱਕ ਚੰਗੀ ਮਤ ਔਰ ਇੱਕ ਖੋਟੀ ਮਤ। ਮਤ ਦੀ ਸਹੀ ਵਰਤੋਂ ਕਰਨੀ ਸੁਮਤ ਹੈ, ਤੇ ਮਤ ਦੀ ਗਲਤ ਵਰਤੋਂ ਗਿਆਨ ਦੀ ਕਰਨੀ ਉਹ ਅਗਿਆਨ ਹੈ। ਮਿਸਾਲ ਵਜੋਂ ਅੰਗੂਰ ਇੱਕ ਬਹੁਤ ਵਧੀਆ ਫਲ ਹੈ ਸਾਡੇ ਸਰੀਰ ਵਾਸਤੇ, ਤੇ ਕੁਝ ਡਾਕਟਰ ਵੀਰਾਂ ਨੇ ਆਪਣੇ ਗਿਆਨ ਦੀ ਵਰਤੋਂ ਕਰਕੇ ਅੰਗੂਰਾਂ ਤੋਂ ਬਹੁਤ ਸਾਰੀਆਂ ਦਵਾਈਆਂ ਬਣਾਈਆਂ, ਦਵਾਈਆਂ ਵਿੱਚ ਯੂਜ਼ ਕੀਤਾ। ਇਹ ਹੈ ਸੁਮਤ। ਪਰ ਕੁਝ ਲੋਕਾਂ ਨੇ ਆਪਣੇ ਗਿਆਨ ਦੀ ਵਰਤੋਂ ਕਰਕੇ ਅੰਗੂਰਾਂ ਦੀ ਸ਼ਰਾਬ ਬਣਾ ਦਿੱਤੀ, ਤੇ ਉਹ ਸ਼ਰਾਬ ਦੇ ਨਾਲ ਕੀ ਹੋਇਆ, ਕਿਡਨੀਆਂ ਖਰਾਬ ਹੋ ਗਈਆਂ, ਲੀਵਰ ਖਰਾਬ ਹੋ ਗਿਆ। ਗਿਆਨ ਹੀ ਹੈ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਇਹ ਬੰਦਾ ਜਿਹੜਾ ਨਾ ਖੋਟੀ ਮਤ ਦੇ ਨਾਲ ਉਲਝਿਆ ਹੋਇਆ ਹੈ। ਇਸ ਲਈ ਮਤ ਦੀ ਸਹੀ ਵਰਤੋਂ ਕਰਨੀ ਹੈ। ਗੁਰੂ ਜੀ ਸਾਨੂੰ ਦੂਰ ਦ੍ਰਿਸ਼ਟਾ ਬਣਾਉਣਾ ਚਾਹੁੰਦੇ ਨੇ ਕਿ ਆਪਣੇ ਬੋਲਾਂ ਦਾ, ਆਪਣੇ ਵਿਹਾਰ ਦਾ, ਆਪਣੀ ਸੋਚ ਦਾ
फैसला ठीक लो, ये पहला सोच लो कि मेरे फैसले का कोई नुकसान तो नहीं होएगा। जे नुकसान है तुहाडा अपना किसी होर दा तां ओह कर्म ना करो। पर बंदा हंकार दे विच करी जांदा, कुछ नहीं सोचदा। तां इह सारे श्लोक दा भाव है कि मैं बहुत यतन कीते ने, बड़े कर्म कांड कीते ने, उन्हां कर्मां कांडां दे नाल मेरा हंकार नहीं मिटिया। यानी जिन्ने भी साडे मिथे होए धर्म दे कर्म कांड ने मिथे होए, उन्हां नाल हंकार नहीं मिटदा, सगों हंकार होर वधदा है। ते दुरमत दे कारण बंदा इन्हां विकारां दे अंदर फसिया रहिंदा है। इसलिए जे असीं अपने जीवन का छुटकारा चाहते हैं तो सानू ज्ञान हासिल करना चाहिए गुरु पासों, सानू गुरु की मत दे धारनी बनना चाहिए। हाँ जी, इस श्लोक दे विच जे किसी वीर भैन का कोई सवाल ले तो आप नाल नाल करना चाहो तो कर सकते हो। ओके। बाल जवानी और बिरद फुन तीन अवस्था जान, कहो नानक हर भजन बिन बिरथा सब ही मान। गुरु जी सानू समझा रहे ने कि बाल अवस्था, जवानी की अवस्था और फिर बुढ़ेपे की अवस्था है, ये तीन मोटिया मोटिया अवस्थावां ने जिन्हां दी आम बंदे नू पछाण हुंदी है। वैसे शरीर हर पल ही बदल रहा है, हर पल दी नवी अवस्था है, दे विच नवे सैल बन रहे ने, नवे सैल मर रहे ने, नवे सैल बन रहे ने। मन दियां अवस्थावां बदलदियां ने, पर मोटिया मोटिया तीन अवस्थावां ने जो असीं आम करके सारे जानते हैं, बचपना, जवानी और बुढ़ेपा। गुरु पातशाह जी अगली गल करते ने, कहो नानक हर भजन बिन बिरथा सब ही मान। ये तिन्ने ही अवस्थावां प्रभु के भजन तो बिना सारियां व्यर्थ ने, बेकार ने। यह गल हुण समझ लैनी है, भजन का मतलब हुंदा है भगती, प्रभु की भगती। पर साडे अंदर कुछ ऐसियां चीजां बैठियां ने, जदों असीं भगत शब्द सुनते हैं ना तो साडे उत्ते एक साइकोलॉजिकल इफैक्ट पैंदा है। जदों असीं ऊड़ा ऐड़ा पढ़दे सां जां हिंदी विच कै खे गए पढ़दे सां तां उदों भब्बे दे अगे एक अखर लिखिया हुंदा सी, भब्बे तो भगत। ते भगत दी मूर्ति एवें बनाई हुंदी सी, एक बुढ़ा जिहा बंदा है, अखां बंद करके बैठा है, उहदे हत्थ विच माला है ते दो तीन माला गल विच पईआं ने। साडे अंदर इफैक्ट बैठा है कि भगत इहो जिहे हुंदे ने कि जिन्हें चोला जिहा पाया होवे, दो चार माला पाइया होण, हत्थां च माला पाइया होण, कामकार ना करदा होवे, माला फेरदा होवे, वो भगत। असीं किसी पैंट शर्ट वाले नूं भगत नहीं कहंदे, और पैंट शर्ट वाले नूं भगत कवि अगला कहंदा मेरे नाल टीचर कर रहा। साडे अंदर ये चीज बैठी है। दूजी चीज ये बैठी है कि जो रब दी भगती है ना, वो किते गुफा विच बैठ के, किते एकांत विच बैठ के और घर गृहस्थी नूं छड्ड के कीती जा सकती है, ट्रक चलांदियां नहीं कीती जा सकती। रोटी पकाने वाली बीबी रोटियां पकांदियां भगती नहीं कर सकती, किसान हल वाहंदियां नहीं कर सकता। ये गल्लां नहीं हन, ये साडे अंदर बैठियां ने। गुरु नानक पातशाह जी ने जो धर्म दिता है ਉਹ ਨਾਮ है फर्जां दा, सच नूं आधार बना के मनुखी फर्जां नूं पूरे करन दा नाम धर्म है। ते रब दी भगती दा मतलब है रब दी रजा दे अंदर तुरना, रब दे गुणां दी धारनी होना। सब गुण तेरे मैं ना ही कोए, विण गुण कीते भगत ना होए। गुणां दे धारनी होना, सच दे नाल जुड़ना, रब्बी रजा दे विच तुरना, ये रब दी भगती है। ते ये कोई गृहिणी भी कर सकती है, बच्ची बच्चा जवान कोई भी। किसान हल चला रहा है तो ईमानदारी दे नाल अपने फर्जां नूं निभा रहा है तो भगती ही कर रहा है। दुकान दे उत्ते एक बैठा बंदा ग्राहकां दे नाल बेईमानी नहीं करता, सच दा धारनी है, तो यह उहदी भगती है। जिहड़ा बंदा जॉब ते है, ईमानदारी दे नाल जिन्नी तनख्वाह लै रहा है उन्ना वो काम भी ईमानदारी नाल कर रहा है, ये उहदी भगती विच शामिल होएगा, क्योंकि उहदे जीवन दा बेस सच है। ते जिहड़ा बॉस है वो अपने मुलाजमां दे नाल झगड़दा नहीं, उन्हां तो ज्यादा काम नहीं लैंदा, उन्हां दे उत्ते अत्याचार नहीं करदा, सही विहार करदा है, सही पैसा दे रहा है, यही उहदी भगती है। यानी सच दे धारनी होना, गुणां दे धारनी होना रब दी भगती है। तो गुरु पातशाह जी कहंदे ने, चाहे बचपन होवे, चाहे जवानी होवे जां बुढ़ेपा होवे,
ਰੱਬ ਦੀ ਭਗਤੀ ਤੋਂ ਬਿਨਾਂ ਯਾਨੀ ਰੱਬ ਦੇ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾਂ ਤਿੰਨੇ ਹੀ ਬੇਕਾਰ ਨੇ। ਜੇ ਗੁਣ ਨਹੀਂ ਤਾਂ ਬੱਚੇ ਹੁਣ ਕਿੰਨੇ ਨੇ, ਕਈ ਵਾਰ ਬਚਪਨ ਦੇ ਅੰਦਰ ਬੱਚੇ ਕਿੰਨੀਆਂ ਸ਼ਰਾਰਤਾਂ ਕਰਦੇ ਨੇ। ਜੇ ਗੁਣ ਨਹੀਂ ਹੈ, ਜੇ ਉਹ ਸਕੂਲ ਨਹੀਂ ਜਾਂਦੇ, ਚੰਗੇ ਗੁਣ ਨਹੀਂ ਸਿੱਖਦੇ, ਤਾਂ ਬਚਪਨ ਬੇਕਾਰ ਹੋ ਜਾਏਗਾ, ਵਿਅਰਥ ਹੋ ਜਾਏਗਾ। ਜੇ ਜਵਾਨ ਬੰਦਾ ਹੈ ਕੋਈ, ਉਹ ਵੀ ਵਿਚਾਰ ਕਮਾਉਂਦਾ ਹੈ, ਨਸ਼ੇ ਕਰਦਾ ਹੈ, ਠੱਗੀਆਂ ਮਾਰਦਾ ਹੈ, ਤਾਂ ਬਚਪਨ ਬੇਕਾਰ ਹੈ। ਤੇ ਜੇ ਇੱਕ ਬਜ਼ੁਰਗ ਬੰਦਾ ਬਜ਼ੁਰਗ ਹੋ ਕੇ ਵੀ ਨਿੰਦਾ ਚੁਗਲੀ ਕਰ ਰਿਹਾ ਹੈ, ਬਜ਼ੁਰਗ ਹੋ ਕੇ ਵੀ ਹੰਕਾਰ ਨਹੀਂ ਛੱਡਿਆ, ਹਾਲੇ ਵੀ ਲੋਕਾਂ ਨੂੰ ਟੁੱਟ ਪੈਂਦਾ ਹੈ, ਤਾਂ ਬਜ਼ੁਰਗ ਅਵਸਥਾ ਬੇਕਾਰ ਹੈ, ਵਿਅਰਥ ਹੈ ਨਾ। ਤੇ ਜੇ ਸੱਚਾਈ ਹੈ, ਬਚਪਨ ਵਿੱਚ ਭੋਲਾਪਨ ਹੈ, ਗੁਣ ਨੇ, ਚੰਗੀ ਬੋਲ ਹੈ, ਚੰਗੀ ਆਵਾਜ਼ ਹੈ, ਚੰਗੀ ਸ਼ਬਦਾਵਲੀ ਹੈ, ਤਾਂ ਬਚਪਨ ਬੜਾ ਚੰਗਾ ਹੈ। ਬਚਪਨ ਦੇ ਅੰਦਰ ਬੱਚਾ ਵਿਦਿਆ ਪ੍ਰਾਪਤ ਕਰ ਰਿਹਾ ਹੈ। ਜੇ ਜਵਾਨ ਬੰਦਾ ਹੈ ਤੇ ਜਵਾਨੀ ਦੇ ਅੰਦਰ ਉਹਨੇ ਆਪਣੇ ਆਚਰਨ ਨੂੰ ਸੰਭਾਲਿਆ ਹੈ, ਉਹਦੀ ਲੈਂਗੁਏਜ ਬੜੀ ਵਧੀਆ ਹੈ, ਵਰਡਿੰਗ ਬੜੀ ਵਧੀਆ ਹੈ, ਉਹ ਕਿਸੇ ਦਾ ਸਹਿਯੋਗ ਕਰਦਾ ਹੈ, ਕਿਸੇ ਬਜ਼ੁਰਗ ਦੀ ਬਾਹ ਫੜ ਕੇ ਸੜਕ ਪਾਰ ਕਰਾ ਦਿੰਦਾ ਹੈ ਔਰ ਕਿਰਤ ਕਰਦਾ ਹੈ, ਤਾਂ ਜਵਾਨੀ ਸਫਲ ਹੈ। ਤੇ ਬੁਢੇਪੇ ਦੇ ਅੰਦਰ ਬੰਦੇ ਦੇ ਕੋਲ ਤਜਰਬਾ ਹੈ ਸਾਰੀ ਜ਼ਿੰਦਗੀ ਦਾ। ਜੇ ਬਜ਼ੁਰਗ ਬੰਦਾ ਆਪਣੀਆਂ ਨੂੰਹਾਂ ਪੁੱਤਰਾਂ ਨਾਲ, ਅੜੋਸੀਆਂ ਪੜੋਸੀਆਂ ਨਾਲ, ਬੱਚਿਆਂ ਨਾਲ, ਯਾਰਾਂ ਦੋਸਤਾਂ ਨਾਲ ਚੰਗਾ ਬੋਲਦਾ ਹੈ, ਉਹਨਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ, ਤਾਂ ਬੁਢੇਪਾ ਸਫਲ ਹੈ। ਬੁਢੇਪੇ ਦੇ ਅੰਦਰ ਅਸੀਂ ਕਰ ਸਕਦੇ ਹਾਂ ਨਾ, ਕਿ ਜ਼ਿਆਦਾ ਨਹੀਂ ਤਾਂ ਘਰ ਦੇ ਵਿੱਚ ਗਾਰਡਨਿੰਗ ਕਰ ਲਓ, ਥੋੜਾ ਬਹੁਤਾ ਟਹਿਲ ਲਓ, ਆਪਣੇ ਪੋਤਰੀਆਂ ਪੋਤਰਿਆਂ ਨੂੰ, ਹੋਰ ਗੁਆਂਢੀ ਬੱਚਿਆਂ ਨੂੰ ਇਕੱਠਿਆਂ ਕਰਕੇ ਗੁਰਮਤ ਦੀ ਕਲਾਸ ਲਗਾ ਦਿਓ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਤਜਰਬੇ ਦੱਸੋ, ਤਾਂ ਬਜ਼ੁਰਗ ਅਵਸਥਾ ਸਫਲ ਹੋ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ, ਚਾਹੇ ਬਚਪਨਾ ਹੈ, ਚਾਹੇ ਜਵਾਨੀ ਹੈ, ਚਾਹੇ ਬਿਰਧ ਅਵਸਥਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾਂ ਤਿੰਨਾਂ ਹੀ ਬਿਰਥਾ ਨੇ, ਬੇਕਾਰ ਨੇ, ਵਿਅਰਥ ਨੇ, ਕਿਸੇ ਕੰਮ ਦੀਆਂ ਨਹੀਂ। ਇਸ ਲਈ ਇਹਨਾਂ ਤੋਂ ਅਸਾਂ ਕੰਮ ਲੈਣ ਦਾ ਯਤਨ ਕਰਨਾ ਹੈ, ਆਪਣੇ ਬਚਪਨ, ਜਵਾਨੀ ਔਰ ਬਿਰਧ ਅਵਸਥਾ ਨੂੰ ਸੁਧਾਰਨਾ ਹੈ, ਸਾਰਥਕ ਕਰਨਾ ਹੈ। ਇਹਦੇ ਵਿੱਚੋਂ ਬਹੁਤ ਚੰਗੇ ਰਿਜ਼ਲਟ ਨਿਕਲ ਸਕਦੇ ਨੇ। ਅੱਜ ਦੇ ਜੇ ਬੱਚੇ ਨੂੰ ਅਸੀਂ ਚੰਗੀ ਸਿੱਖਿਆ ਦੇਵਾਂਗੇ ਨਾ, ਤਾਂ ਕੱਲ ਨੂੰ ਉਹਨਾਂ ਨੇ ਜਵਾਨ ਹੋ ਕੇ ਇਸ ਸਮਾਜ ਨੂੰ ਸੰਭਾਲਣਾ ਹੈ। ਜੇ ਅਸੀਂ ਮਿਹਨਤ ਕਰ ਲਈਏ ਨਾ 10-15 ਸਾਲ, ਜਿਹੜੇ ਸਾਡੇ 4-5 ਸਾਲ ਦੇ ਬੱਚੇ ਨੇ, ਜੇ ਹਰ ਘਰ ਦੇ ਵਿੱਚ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ, ਹਿੰਦੂ, ਮੁਸਲਮਾਨ, ਸਿੱਖ ਸਾਰੇ ਚੰਗੀ ਸਿੱਖਿਆ ਦੇਣ, ਤਾਂ ਆਉਣ ਵਾਲੇ 15-20 ਸਾਲ ਬਾਅਦ ਤੇ ਪੂਰੀ ਦੁਨੀਆ ਬਦਲ ਜਾਏਗੀ। ਜੇ ਜਵਾਨ ਬੱਚੇ ਜਿਹੜੇ ਨੇ, ਜੇ ਅੱਜ ਉਹ ਗੁਣਾਂ ਦੇ ਨਾਲ ਜੁੜ ਜਾਣ, ਔਰ ਅੱਜ ਇੱਕ ਬਹੁਤ ਵੱਡੀ ਚੇਂਜਿੰਗ ਆ ਸਕਦੀ ਹੈ, ਕਿਉਂਕਿ ਜਦੋਂ ਵੀ ਕ੍ਰਾਂਤੀ ਲਿਆਂਦੀ ਹੈ, ਉਦੋਂ ਜਵਾਨਾਂ ਨੇ ਲਿਆਂਦੀ। ਕ੍ਰਾਂਤੀ ਆ ਸਕਦੀ ਹੈ ਜੇ ਗੁਣਾਂ ਦੇ ਨਾਲ ਜੁੜ ਜਾਣ। ਤੇ ਜੇ ਬਜ਼ੁਰਗ ਬੰਦੇ, ਜਿਨ੍ਹਾਂ ਵਿੱਚ ਹੁਣ ਅਸੀਂ ਸ਼ਾਮਲ ਹਾਂ, ਜੇ ਅਸੀਂ ਆਪਣੀ ਜੇ ਕਿਤੇ ਸੋਚ ਗਲਤ ਹੈ, ਸੋਚ ਨੂੰ ਬਦਲ ਲਈਏ, ਅਸੀਂ ਚੰਗੇ ਹੋ ਜਾਈਏ, ਅਸੀਂ ਚੰਗਾ ਬੋਲਣ ਲੱਗ ਜਾਈਏ, ਅਸੀਂ ਆਪਣੇ ਸੁਭਾਅ ਨੂੰ ਬਦਲ ਲਈਏ, ਤਾਂ ਇੱਕ ਬੜੀ ਵੱਡੀ ਚੇਂਜਿੰਗ ਆ ਸਕਦੀ ਹੈ। ਅਸੀਂ ਸਾਰੇ ਇਹਨਾਂ ਚੀਜ਼ਾਂ ਤੋਂ ਲਾਭ ਲੈਣ ਦਾ ਯਤਨ ਕਰਨਾ ਹੈ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਕੇ ਸਾਨੂੰ ਸਮਝਾ ਰਹੇ ਨੇ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫਨ। ਹੁਣ ਮਾਇਆ ਦੇ ਮੋਹ ਵਿੱਚ ਅੰਨੇ ਹੋ ਰਿਹਾ ਮਨੁੱਖ, ਜੋ ਤੂੰ ਕਰਨਾ ਸੀ ਉਹ ਨਹੀਂ ਕੀਤਾ, ਤੇ ਲੋਭ ਦੀ ਫਾਹੀ ਦੇ ਅੰਦਰ ਫਸਿਆ ਰਿਹਾ। ਜੋ ਕੁਝ ਕਰਨਾ ਸੀ ਬੰਦੇ ਨੇ ਉਹ ਨਹੀਂ ਕੀਤਾ, ਲੋਭ ਦੀ ਫਾਹੀ ਦੇ ਅੰਦਰ ਫਸਿਆ ਰਿਹਾ, ਲੋਭ ਦੀਆਂ ਫਾਹੀਆਂ ਨੇ ਆਪਣੇ ਗਲ ਦੇ ਅੰਦਰ ਪਾ ਲਈਆਂ। ਹੁਣ ਸਾਨੂੰ ਕੀ ਕਰਨਾ ਚਾਹੀਦਾ ਸੀ? ਸਾਨੂੰ ਕਰਨਾ ਚਾਹੀਦਾ ਇਹ ਸੀ ਕਿ ਅਸੀਂ ਸੱਚ ਦੇ ਨਾਲ ਜੁੜਦੇ, ਅਸੀਂ ਸਚਿਆਰ ਹੁੰਦੇ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਇਹ ਅਸੀਂ ਹਰ ਇਨਸਾਨ ਕਰ ਸਕਦੇ ਸੀ। ਅਸੀਂ ਕਰ ਸਕਦੇ ਸੀ ਕਿ ਸਾਡੀ ਜ਼ਿੰਦਗੀ ਦੇ ਅੰਦਰ ਜਿੰਨੇ ਵੀ ਮਨੁੱਖ ਮਾਤਰ ਨੇ, ਇਹਨਾਂ ਦੇ ਜੀਵਨ ਦੇ ਅੰਦਰ ਪ੍ਰੇਮ ਹੁੰਦਾ, ਇੱਕ ਦੂਜੇ ਨਾਲ ਪਿਆਰ ਦੇ ਨਾਲ ਰਹਿੰਦੇ। ਅਸੀਂ ਕਰ ਸਕਦੇ ਸੀ ਕਿ ਇਸ ਸੰਸਾਰ ਨੂੰ ਸੀਮਾਵਾਂ ਦੇ ਅੰਦਰ ਨਾ ਵੰਡਦੇ। ਜਿੰਨੇ ਆ ਦੇਸ਼ ਨੇ, ਅਲੱਗ-ਅਲੱਗ ਦੇਸ਼ ਨਾ ਹੁੰਦੇ, ਇੱਕ ਰਾਜਧਾਨੀ ਸਾਂਝੀ ਹੁੰਦੀ, ਸਾਰੀ ਦੁਨੀਆ ਦੇ ਉੱਤੇ ਇੱਕ ਸਾਂਝਾ ਕਾਨੂੰਨ ਹੁੰਦਾ। ਇਹ ਹੁਣ ਵੀ ਹੋ ਸਕਦਾ ਹੈ ਜੇ ਟਰਾਈ ਕੀਤੀ ਜਾਏ। ਅਸੀਂ ਕਰ ਸਕਦੇ ਸੀ ਕਿ ਅਸੀਂ ਨਸ਼ਿਆਂ ਆਦਿਕ ਦੀ ਵਰਤੋਂ ਨਾ ਕਰਦੇ, ਜਾਤੀਵਾਦ ਵਿੱਚ ਨਾ ਪੈਂਦੇ, ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਵਾਲੀ ਜ਼ਿੰਦਗੀ ਜੀਂਦੇ, ਤਾਂ ਅੱਜ ਸਮਾਜ ਹੋਰ ਹੋਣਾ ਸੀ। ਪਰ ਲੋਭ ਦੇ ਕਾਰਨ ਅਸਾਂ ਕੀ ਕੀਤਾ? ਮੈਂ ਲੋਭ ਕੀਤਾ ਕਿ ਮੈਂ
इस सामने बंदा जिहड़ा है ना सब्जी वेच रहा वा, ते मैं सब्जी दे अंदर कुछ इंजैक्शन वगैरह लगा देवां, कैमिकल पा देवां, ते जिहदे नाल मेरी सब्जी जिहड़ी वो विक जाएगी, ते मैनूं उहदे नाल की फर्क पैंदा है। मैं अपने बच्चों वास्ते तां सब्जी साफ रखी हुई है, कैमिकल वाली ते मैं दूजे नूं देनी है। मैं लोभ करके कैमिकल वाली सब्जी दूजिਆਂ ਨੂੰ ਵੇਚ ਦਿੱਤੀ, ਉਹਦੇ ਨਾਲ ਤੁਹਾਡਾ ਨੁਕਸਾਨ ਹੋਇਆ। ਹੁਣ ਦੂਜੇ ਪਾਸੇ ਮੇਰੇ ਕੋਲ ਦੁੱਧ ਨਹੀਂ ਹੈ, ਮੈਂ ਦੁੱਧ ਮੁੱਲ ਲੈਣਾ, ਤੇ ਦੋਧੀ ਨੇ ਸੋਚਿਆ ਕਿ ਮੈਂ ਆਪਣੇ ਬੱਚਿਆਂ ਨੂੰ ਤੇ ਪਿਓਰ ਦੁੱਧ ਪਿਆ ਰਿਹਾ ਮੱਝ ਦਾ, ਤੇ ਮੈਂ ਕੈਮੀਕਲ ਵਾਲਾ ਦੁੱਧ ਜਿਹੜਾ ਬਣਾ ਰਿਹਾ ਵਾਂ, ਸਿੰਥੈਟਿਕ ਦੁੱਧ, ਉਹ ਤੇ ਮੈਂ ਦੂਜਿਆਂ ਨੂੰ ਵੇਚਣਾ, ਉਹਦੇ ਨਾਲ ਦੂਜੇ ਦਾ ਨੁਕਸਾਨ ਹੋਏਗਾ। ਮੈਂ ਦੁੱਧ ਖਰੀਦ ਲਿਆ, ਮੇਰਾ ਨੁਕਸਾਨ ਹੋ ਗਿਆ। ਉਹਨੇ ਮੇਰੇ ਤੋਂ ਸਬਜ਼ੀ ਖਰੀਦੀ, ਉਹਦਾ ਵੀ ਨੁਕਸਾਨ ਹੋ ਗਿਆ। ਤੀਜਾ ਡਾਕਟਰ ਹੈ, ਉਹਨੇ ਸੋਚਿਆ ਮੈਂ ਆਪਣੇ ਬੱਚਿਆਂ ਨੂੰ ਤੇ ਚੰਗੀ ਦਵਾਈ ਦੇ ਰਿਹਾ, ਡੁਪਲੀਕੇਟ ਦਵਾਈਆਂ ਤੇ ਮੈਂ ਦੂਜਿਆਂ ਨੂੰ ਦੇ ਰਿਹਾ, ਉਹਨਾਂ ਦੂਜਿਆਂ ਦਾ ਨੁਕਸਾਨ ਕਰਤਾ। ਤੇ ਇੰਜੀਨੀਅਰ ਨੇ ਸੋਚ ਲਿਆ ਕਿ ਆ ਪੁੱਲ ਦੇ ਪੈਸੇ ਮੈਂ ਖਾ ਜਾਣਾ, ਨੁਕਸਾਨ ਦੂਜਿਆਂ ਦਾ ਹੋਣਾ ਹੈ। ਐਵੇਂ ਸਾਰੀ ਦੁਨੀਆ ਦਾ ਹੀ ਨੁਕਸਾਨ ਹੋ ਗਿਆ। ਐਵੇਂ ਅਸੀਂ ਇੱਕ ਦੂਜੇ ਦੇ ਰਾਹਾਂ ਦੇ ਅੰਦਰ ਕੰਡੇ ਬੀਜ ਦਿੱਤੇ। ਅੱਜ ਸਾਨੂੰ ਗੁਰਦੁਆਰੇ, ਮੰਦਿਰ, ਮਸੀਤਾਂ ਵਿੱਚ ਵੀ ਸਿਕਿਉਰਿਟੀ ਕੈਮਰੇ ਲਗਾਉਣੇ ਪੈ ਰਹੇ ਨੇ, ਕਿਉਂਕਿ ਇਨਸਾਨ ਵਿੱਚ ਇਨਸਾਨੀਅਤ ਨਹੀਂ ਰਹੀ। ਤਾਂ ਅਸੀਂ ਕਰ ਸਕਦੇ ਸੀ ਚੰਗਾ, ਉਹ ਬੰਦੇ ਨੇ ਕੀਤਾ ਨਹੀਂ, ਤੇ ਇਹ ਵਿਕਾਰ ਕਿਉਂ ਕਮਾਏ? ਲੋਭ ਕਰਕੇ, ਕਿ ਮੇਰੇ ਕੋਲ ਆ ਜਾਏ, ਮੇਰੇ ਕੋਲ ਆ ਜਾਏ। ਦੇਖੋ ਆ ਹੁਣ ਜਿਵੇਂ ਕਰੋਨਾ ਦਾ ਕਹਿਰ ਚੱਲ ਰਿਹਾ ਹੈ, ਇਹਦੇ ਤੋਂ ਇੱਕ ਤਾਂ ਸਾਨੂੰ ਸਿੱਖਿਆ ਮਿਲੀ ਹੈ। ਜੇ ਆਪਣੇ ਲਾਈਫ ਸਟਾਈਲ ਨੂੰ ਲੋਕ ਚੇਂਜ ਕਰਨਗੇ ਤਾਂ ਇੱਕ ਸਿੱਖਿਆ ਬੜੀ ਵੱਡੀ ਮਿਲੀ ਹੈ, ਕੁਦਰਤ ਨੇ ਦਿੱਤੀ ਹੈ। ਦੇਖੋ ਹੁਣ ਸਾਡੀਆਂ ਤੁਹਾਡੀਆਂ ਕਾਰਾਂ ਵਗੈਰਾ ਸਭ ਕੁਝ ਖਲੋਤੀਆਂ ਨੇ, ਬਿਨਾਂ ਕਾਰਾਂ ਤੋਂ ਕੰਮ ਚੱਲਦਾ ਹੈ। ਅਸੀਂ ਪੀਜੇ 버ਗਰ ਵਗੈਰਾ ਖਾਂਦੇ ਸਾਂ, ਬਿਨਾਂ ਪੀਜੇ 버ਗਰ ਤੋਂ ਚੱਲ ਰਿਹਾ ਕੰਮ। ਜਿਹੜੇ ਪੋਲੂਸ਼ਨ ਹੈ ਉਹ ਦੇਖੋ ਇੰਡੀਆ ਦੇ ਅੰਦਰ ਬਿਲਕੁਲ ਨੀਲਾ ਅਸਮਾਨ ਹੁਣ ਦਿਸਦਾ ਹੈ, ਪੋਲੂਸ਼ਨ ਨਹੀਂ ਹੈ। ਹਸਪਤਾਲ ਭਰੇ ਰਹਿੰਦੇ ਸਨ, ਲੇਕਿਨ ਹੁਣ ਹਸਪਤਾਲ ਬੰਦ ਨੇ, ਹਸਪਤਾਲਾਂ ਵਿੱਚ ਕੋਈ ਮਰੀਜ਼ ਨਹੀਂ ਜਾ ਰਿਹਾ। ਕਹਿਣ ਤੋਂ ਭਾਵ ਹੁਣ ਕੱਪੜੇ ਚੰਗੇ ਚੰਗੇ ਬੀਬੀਆਂ ਭੈਣਾਂ ਤੇ ਵੀਰ ਨਹੀਂ ਨਾ ਖਰੀਦਦੇ। ਪਹਿਲੋਂ ਮਤਲਬ 3-3 ਸੂਟ ਬਦਲਦੇ ਸੀ, ਹੁਣ ਇੱਕ ਨਾਲ ਹੀ ਕੰਮ ਚੱਲੀ ਜਾ ਰਿਹਾ ਨਾ। ਹੁਣ ਅਸੀਂ ਹੋਟਲਾਂ ਤੇ ਖਾਣਾ ਖਾਣ ਨਹੀਂ ਜਾਂਦੇ, ਤਾਂ ਵੀ ਕੰਮ ਚੱਲੀ ਜਾ ਰਿਹਾ। ਇਹਦਾ ਮਤਲਬ ਸਾਡੀਆਂ ਲੋੜਾਂ ਤੇ ਇੰਨੀਆਂ ਕੀ ਸਨ ਜਿਨ੍ਹਾਂ ਦੇ ਨਾਲ ਸਾਡਾ ਕੰਮ ਹੁਣ ਚੱਲ ਰਿਹਾ, ਲੋੜਾਂ ਇੰਨੀਆਂ ਸਨ। ਬਾਕੀ ਤਾਂ ਖਲਦਗਨ ਵਧਾਇਆ ਹੋਇਆ ਸੀ ਨਾ, ਪੋਲੂਸ਼ਨ ਵਧਾ ਦਿੱਤਾ, ਹੰਕਾਰ ਵਿੱਚ ਫੂੰ ਫੂੰ ਕਰਦੇ ਫਿਰਦੇ, ਔਰ ਕਿੰਨਾ ਕੁਛ। ਮਤਲਬ ਅਸੀਂ ਜ਼ਿੰਦਗੀ ਹੁਣ ਵੀ ਚੰਗੀ ਜੀ ਸਕਦੇ ਹਾਂ ਜੇ ਅਸੀਂ ਇਸ ਕਰੋਨਾ ਨੇ ਚਲੋ ਖਤਮ ਹੋ ਹੀ ਜਾਣਾ ਹੈ, ਡਾਕਟਰ ਲੋਕ, ਵਿਗਿਆਨਿਕ ਲੋਕ ਲੱਗੇ ਹੋਏ ਨੇ, ਵੈਕਸੀਨ ਲੱਭਣ ਵਿੱਚ, ਲੱਭ ਜਾਏਗੀ, ਹੋਰ 2 ਮਹੀਨੇ ਬਾਅਦ ਲੱਭ ਜਾਏਗੀ। ਲੇਕਿਨ ਇੱਕ ਲਾਈਫ ਸਟਾਈਲ ਅਸੀਂ ਚੇਂਜ ਕਰ ਸਕਦੇ ਹਾਂ। ਦੇਖੋ ਹੁਣ ਅਸੀਂ ਗੁਰਦੁਆਰੇ, ਮੰਦਿਰ, ਮਸੀਤ ਵਿੱਚ ਨਹੀਂ ਜਾ ਰਹੇ, ਹੁਣ ਅਸੀਂ ਯੂਜ਼ ਕਰ ਰਹੇ ਹਾਂ ਨਾ ਆਨਲਾਈਨ ਕਲਾਸਾਂ। ਤਾਂ ਆਨਲਾਈਨ ਅਸੀਂ ਪਹਿਲਾਂ ਵੀ ਕਰ ਸਕਦੇ ਸੀ, ਇਹਨਾਂ ਚੀਜ਼ਾਂ ਨੂੰ ਹੁਣ ਅਸੀਂ ਅੱਗੇ ਕੰਟੀਨਿਊ ਵੀ ਕਰ ਸਕਦੇ ਹਾਂ। ਔਰ ਇਹਦੇ ਵਿੱਚ ਅਸੀਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਜੋੜ ਸਕਦੇ ਹਾਂ, ਜਿਨ੍ਹਾਂ ਦੇ ਕੋਲ ਹੁਣ ਇਸ ਟਾਈਮ ਹੈ, ਤਾਂ ਉਹ ਲੋਕ ਜੁੜ ਸਕਦੇ ਨੇ। ਘਰਾਂ ਦੇ ਵਿੱਚ ਅਸੀਂ ਪਿਆਰ ਦੇ ਨਾਲ ਹੁਣ ਰਹਿ ਰਹੇ ਹਾਂ, ਪਹਿਲੋਂ ਨਹੀਂ ਸਮਝਦੇ, ਬੱਚਿਆਂ ਨੂੰ ਟਾਈਮ ਦੇ ਰਹੇ ਹਾਂ। ਤਾਂ ਕਹਿਣ ਤੋਂ ਭਾਵ ਕਿ ਅਸੀਂ ਚੰਗਾ ਬਹੁਤ ਕੁਝ ਕਰ ਸਕਦੇ ਹਾਂ। ਕਰਨੋ ਹੁਤੋ ਸੁਨਾ ਕੀਓ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਅਸੀਂ ਆਪਣੇ ਅੰਦਰ ਪੈਦਾ ਕਰ ਸਕਦੇ ਸੀ, ਹਰ ਇਨਸਾਨ। ਪਰ ਬੰਦੇ ਨੇ ਇਹ ਕੀਤਾ ਨਹੀਂ। ਪਰ ਇਹ ਲੋਭ ਕੇ ਫੰਦ, ਲੋਭ ਦੀ ਫਾਹੀ ਵਿੱਚ ਪਿਆ ਰਿਹਾ, ਤੇ ਹੁਣ ਬੰਦਾ ਰੋ ਰਿਹਾ ਹੈ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਸਮਿਓ ਰਮ ਗਇਓ ਦਾ ਮਤਲਬ ਸਮਾਂ ਚਲਾ ਗਿਆ, ਤੇ ਹੁਣ ਤੂੰ ਰੋ ਕਿਉਂ ਰਿਹਾ ਹੈ? ਅਗਿਆਨੀ ਮਨੁੱਖਾ ਹੁਣ ਰੋ ਰਿਹਾ, ਹੁਣ ਪਛਤਾਵਾ ਕਰਨ ਦਾ ਫਾਇਦਾ ਹੀ ਨਹੀਂ ਨਾ, ਹੁਣ ਤੇ ਕੋਈ ਫਾਇਦਾ ਨਹੀਂ ਹੈ। ਜਦੋਂ ਸਮਾਂ ਹੈ ਉਦੋਂ ਸੱਚ ਬੋਲੋ, ਜਦੋਂ ਸਮਾਂ ਹੈ ਉਦੋਂ ਦਇਆ ਕਰੋ। ਸਮਾਂ ਸੀ, ਜੇ ਤੂੰ ਸਮੇਂ ਨੂੰ ਸੰਭਾਲ ਲੈਂਦਾ ਤਾਂ ਸੰਭਾਲ ਲੈਂਦਾ। ਹੁਣ ਬੀਤ ਗਿਆ ਸਮਾਂ ਤੇ ਹੱਥ ਨਹੀਂ ਆਉਣਾ, ਹੁਣ ਤੇ ਪਛਤਾਵਾ ਹੀ ਹੈ ਨਾ। ਹੁਣ ਕਈ ਬੱਚਿਆਂ ਨੂੰ ਕਵੀ ਨਾ ਕਾਕਾ ਅੰਮ੍ਰਿਤ ਛਕ ਲੋ, ਤੇ ਉਹਦੇ ਮਾਂ ਪਿਓ ਝੱਟ ਬੋਲ ਪੈਂਦੇ ਨੇ, ਭਾਈ ਜੀ ਇਹਨਾਂ ਦੀ ਉਮਰ ਛੋਟੀ, ਇਹਨਾਂ ਤੋਂ ਰਹਿਤ ਨਹੀਂ ਰਹਿਣੀ। ਨਹੀਂ ਛਕਦੇ, ਚਲੋ ਰਹਿਤ ਨਹੀਂ ਰਹਿਣੀ। ਜੇ ਜਵਾਨ ਨੂੰ ਕਹੋ ਵੀ ਬੇਟੇ ਤੂੰ ਅੰਮ੍ਰਿਤ ਪਾਨ ਕਰ ਲਾ, ਉਹ ਕਹਿੰਦਾ ਭਾਈ ਜੀ ਹਾਲੀ ਤੇ ਖਾਣ ਪੀਣ ਦੀ ਉਮਰ ਹੈ, ਤੇ ਜਦੋਂ ਬੁੱਢੇ ਤੁਹਾਡੇ ਵਾਂਗ ਹੋਵਾਂਗੇ ਛਕ ਲਵਾਂਗੇ। ਬੰਦਾ ਪੁੱਛੇ ਵੀ ਅੰਮ੍ਰਿਤ ਨੇ ਹੁਣ ਮੂੰਹ ਚ ਕੋਈ ਚੀਜ਼ ਥੋੜੀ ਫਸਾ ਦੇਣੀ, ਵੀ ਰੋਟੀ ਨਹੀਂ ਖਾਧੀ ਜਾਣੀ।
ਤੇ ਜੇ ਕਿਸੇ ਬਜ਼ੁਰਗ ਨੂੰ ਕਹੋ ਵੀ ਬਾਪੂ ਹੁਣ ਤੂੰ ਤੇ ਅੰਮ੍ਰਿਤ ਛਕ ਲੈ, ਉਹ ਕਹਿੰਦਾ ਭਾਈ ਜੀ ਹੁਣ ਅੱਗੇ ਹੀ ਚੱਲ ਕੇ ਅੰਮ੍ਰਿਤ ਛਕਾਂਗੇ, ਹੁਣ ਕੀ ਛਕਣਾ। ਬੰਦਾ ਪੁੱਛੇ ਵੀ ਅੱਗੇ ਧਰਮਰਾਜ ਖੰਡਾ ਬਾਟਾ ਮਾਂਜ ਕੇ ਬੈਠਾ ਹੈ, ਵੀ ਪਹਿਲਾਂ ਉਹਨੇ ਅੰਮ੍ਰਿਤ ਛਕਾਣਾ ਹੈ। ਬਹੁਤੇ ਬਜ਼ੁਰਗ ਕਹਿ ਦਿੰਦੇ ਭਾਈ ਜੀ ਹੁਣ ਤੇ ਮੂੰਹ ਚ ਦੰਦ ਨਹੀਂ ਰਹੇ। ਬੰਦਾ ਪੁੱਛੇ ਵੀ ਦੰਦਾਂ ਨਾਲ ਅਖਰੋਟ ਚੱਬਣੇ ਨੇ। ਕਹਿਣ ਤੋਂ ਮੁਰਾਦ ਕਿ ਬੰਦਾ ਸਮੇਂ ਨੂੰ ਸੰਭਾਲਦਾ ਨਹੀਂ, ਤੇ ਜਦੋਂ ਸਮਾਂ ਗੁਜ਼ਰ ਜਾਂਦਾ ਨਾ ਫਿਰ ਕਰਨ ਜੋਗਾ ਤੇ ਰਹਿੰਦਾ ਨਹੀਂ, ਤੇ ਰਹਿ ਜਾਂਦਾ ਪੱਲੇ ਹੰਕਾਰ, ਤੇ ਹੰਕਾਰ ਫਿਰ ਨਹੀਂ ਛੱਡਦਾ। ਫਿਰ ਬਜ਼ੁਰਗ ਹੋ ਕੇ ਗੱਲਾਂ ਕਰੇਗਾ ਬਈ ਸ਼ਰਾਬ ਦੀ ਸਾਰੀ ਬੋਤਲ ਲੰਘਾ ਦੀ ਸੀ, ਮੀਟ ਖਾ ਜੀਦਾ ਸੀ 4-4 ਕਿਲੋ, ਪਰ ਹੁਣ ਤੇ ਮੈਂ ਮੀਟ ਛੱਡ ਦਿੱਤਾ ਹੈ। ਬੰਦਾ ਪੁੱਛੇ ਵੀ ਛੱਡਿਆ ਥੋੜਾ, ਹੁਣ ਤੇ ਛੁੱਟ ਗਿਆ, ਦੰਦ ਹੀ ਨਹੀਂ ਰਹੇ, ਹੱਡੀਆਂ ਨੂੰ ਕਿਵੇਂ ਚੂਸੇਗਾ। ਭਾਈ ਜੀ ਮੈਂ ਚੋਰੀਆਂ ਕਰਨੀਆਂ ਛੱਡ ਦਿੱਤੀਆਂ ਨੇ। ਉਹ ਭਲੇ ਪੁਰਸ਼ਾ ਛੱਡੀਆਂ ਨਹੀਂ, ਛੁੱਟ ਗਈਆਂ ਨੇ, ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ, ਪਾਣੀ ਤੇ ਪਾ ਨਹੀਂ ਸਕਦਾ, ਤੇ ਚੋਰੀ ਕਰਕੇ ਤੇ ਭੱਜੇਗਾ ਕਿਵੇਂ। ਹੁਣ ਨਹੀਂ ਮੈਂ ਲੜਦਾ ਕਿਸੇ ਨਾਲ, ਲੜਨਾ ਸਵਾਦ ਤੇਰੇ ਹੱਥ ਕੰਮਦੇ ਨੇ, ਪਾਣੀ ਦਾ ਗਲਾਸ ਨਹੀਂ ਫੜਿਆ ਜਾਂਦਾ। ਹੁਣ ਤੇ ਪਛਤਾਵਾ ਹੈ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਹਰ ਇਨਸਾਨ ਬਹੁਤ ਚੰਗਾ ਕਰ ਸਕਦਾ ਸੀ, ਪਰ ਉਹਨੇ ਚੰਗਾ ਕੀਤਾ ਨਹੀਂ। ਲੋਭ ਔਰ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਬੰਦਾ ਫਿਰ ਸਾਰੀ ਜ਼ਿੰਦਗੀ ਪਛਤਾਉਂਦਾ ਰਹਿੰਦਾ ਹੈ। ਇਸ ਲਈ ਸਾਡੇ ਜੀਵਨ ਦੇ ਅੰਦਰ ਪਛਤਾਵਾ ਨਾ ਰਵੇ ਤਾਂ ਸਾਨੂੰ ਸਹੀ ਫੈਸਲੇ ਲੈਣੇ ਚਾਹੀਦੇ ਨੇ। ਸਾਨੂੰ ਇਧਰ ਧਿਆਨ ਦੇਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਦੀ ਪਾਲਣਾ ਕਿਵੇਂ ਕਰੀਏ। 4 ਸਾਲ ਤੱਕ ਦੇ ਜੋ ਬੱਚੇ ਨੇ ਨਾ, 4 ਸਾਲ ਦੇ ਵਿੱਚ ਆਪਣੀ ਜ਼ਿੰਦਗੀ ਦਾ 80% ਸਿੱਖ ਜਾਂਦੇ ਨੇ, ਬਾਕੀ ਸਾਰਾ ਉਹਨਾਂ ਦਾ ਜੀਵਨ ਡਿਵੈਲਪ ਹੁੰਦਾ ਹੈ। ਇਸ ਲਈ ਪਹਿਲੀਆਂ 4-5 ਗੱਲਾਂ ਦਾ ਧਿਆਨ ਜੇ ਅਸੀਂ ਰੱਖ ਲਈਏ ਤਾਂ ਸਾਡੇ ਬੱਚੇ ਸਾਡੇ ਤੋਂ ਦੂਰ ਨਹੀਂ ਜਾਣਗੇ। ਬੱਚਿਆਂ ਦੀ ਟੋਨ ਕੈਸੀ ਹੋਵੇ, ਕਦੇ ਕਿਸੇ ਨੇ ਪਲੈਨਿੰਗ ਨਹੀਂ ਕੀਤੀ, ਮਾਂ-ਬਾਪ ਨੇ। ਬੱਚਿਆਂ ਦੀ ਵਰਡਿੰਗ ਕੈਸੀ ਹੋਵੇ, ਅਸੀਂ ਪਲੈਨਿੰਗ ਨਹੀਂ ਕੀਤੀ, ਕਰ ਸਕਦੇ ਸੀ, ਕੀਤੀ ਨਹੀਂ। ਬੱਚਿਆਂ ਦੀ ਮੈਂਟੈਲਿਟੀ ਕੈਸੀ ਹੋਵੇ, ਇਹਨਾਂ ਦਾ ਬੌਧਿਕ ਵਿਕਾਸ ਕਿਵੇਂ ਹੋਵੇ, ਇਹ ਅਸੀਂ ਸੋਚ ਸਕਦੇ ਸੀ, ਕਰ ਸਕਦੇ ਸੀ, ਪਰ ਕਰਨੋਂ ਹੁਤੋਂ ਸੁਨਾ ਕਿ ਉਹ ਨਹੀਂ ਕੀਤਾ। ਬੱਚੇ ਆਪ ਖੁਦਰੇ ਹੋ ਗਏ, ਹੁਣ ਪਛਤਾ ਰਹੇ ਆ ਕਿ ਬੱਚੇ ਮੰਨਦੇ ਨਹੀਂ, ਬੱਚੇ ਦੂਰ ਜਾ ਰਹੇ ਨੇ, ਨੂੰਹ ਪੁੱਤਰ ਨਾਲ ਨਹੀਂ ਰਹਿੰਦੇ ਜਾਂ ਕੁਛ। ਹੁਣ ਪਛਤਾਵਾ, ਕਿਉਂਕਿ ਜੋ ਕੰਮ ਅਸੀਂ ਕਰਨਾ ਸੀ ਉਹ ਨਹੀਂ ਕੀਤਾ। ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ, ਨਹੀਂ ਤਾਂ ਜ਼ਿੰਦਗੀ ਦੇ ਅੰਦਰ ਕੇਵਲ ਪਛਤਾਵਾ ਰਹੇਗਾ। ਤਾਂ ਹੁਣ ਅਸੀਂ ਇਹ ਕਰ ਸਕਦੇ ਹਾਂ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਕਿਤੇ ਸਹੀ ਸਿੱਖਿਆ ਨਹੀਂ ਦੇ ਸਕੇ, ਕਿਤੇ ਭੁੱਲ ਹੋ ਗਈ ਜਾਂ ਬੱਚਿਆਂ ਤੋਂ ਹੋ ਗਈ, ਤਾਂ ਹੁਣ ਅਸੀਂ ਜਿਹੜੇ ਬਜ਼ੁਰਗ ਬੰਦੇ ਆ ਨਾ, ਉਹ ਆਪਣੇ ਪੋਤਰੀਆਂ ਪੋਤਰਿਆਂ ਨੂੰ ਗਾਈਡ ਕਰ ਸਕਦੇ ਹਾਂ। ਉਹਨਾਂ ਨੂੰ ਘਰ ਵਿੱਚ ਬਹਿ ਕੇ ਪੰਜਾਬੀ ਪੜ੍ਹਾਓ, ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਸਿਖਾ ਦਿਓ, ਉਹਨਾਂ ਨੂੰ ਅਰਥ ਕਰਨੇ ਸਿਖਾ ਦਿਓ। ਹੌਲੇ ਹੌਲੇ ਉਹ ਇਸ ਪਾਸੇ ਜੁੜ ਕੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਉਹ ਮਹਾਨ ਇਨਸਾਨ ਬਣ ਜਾਣਗੇ। ਅਗਲੇ ਸ਼ਲੋਕ ਵਿੱਚ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਹਨ, ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ। ਇਹ ਮਿੱਤਰ ਮਨ ਮਾਇਆ ਦੇ ਵਿੱਚ ਰਮਿਆ ਹੋਇਆ ਹੈ, ਤੇ ਇਹਦੇ ਵਿੱਚੋਂ ਨਿਕਲ ਨਹੀਂ ਸਕਦਾ। ਇਹ ਮਾਇਆ ਦੇ ਮੋਹ ਦੇ ਵਿੱਚੋਂ ਆਪਣੇ ਆਪ ਨਹੀਂ ਨਿਕਲ ਸਕਦਾ। ਕਿਵੇਂ ਨਹੀਂ ਨਿਕਲ ਸਕਦਾ? ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿਨ ਪੀਤ। ਜਿਵੇਂ ਕੰਧ ਉੱਤੇ ਕਿਸੇ ਮੂਰਤੀ ਦਾ ਲੇਕਿਆ ਹੋਇਆ ਰੂਪ ਕੰਧ ਨੂੰ ਨਹੀਂ ਨਾ ਛੱਡਦਾ, ਕੰਧ ਦੇ ਨਾਲ ਚਿੰਬੜਿਆ ਰਹਿੰਦਾ ਹੈ। ਕੰਧ ਦੇ ਵਿੱਚ ਹੁਣ ਸੀਮੈਂਟ ਦੇ ਵਿੱਚ ਹੀ ਜਿਹੜੀ ਮੂਰਤੀ ਬਣਾ ਦਿੱਤੀ ਗਈ, ਉਹਨੂੰ ਬਾਹਰ ਕਿਵੇਂ ਕੱਢੋਗੇ? ਕਿਉਂਕਿ ਸੀਮੈਂਟ ਦੇ ਵਿੱਚ ਉਹ ਪੱਕਾ ਹੋਇਆ ਹੋਇਆ ਹੈ, ਸੀਮੈਂਟ ਦੇ ਵਿੱਚ ਉਹਨੂੰ ਉਲੀਕਿਆ ਗਿਆ ਹੈ, ਡਿਜ਼ਾਈਨ ਕੀਤਾ ਗਿਆ ਹੈ। ਤੇ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਮਨ ਜਿਹੜਾ ਹੈ ਨਾ, ਮਾਇਆ ਦੇ ਵਿੱਚ ਫਸ ਗਿਆ ਹੈ, ਤੇ ਇਹ ਮਿੱਤਰ ਇਹ ਮਨ ਨਿਕਲ ਨਹੀਂ ਰਿਹਾ। ਜ਼ਰੂਰਤ ਹੈ ਕਿ ਮਨ ਮਾਇਆ ਦੇ ਵਿੱਚੋਂ ਬਾਹਰ ਆ ਜਾਏ, ਮਾਇਆ ਨੂੰ ਛੱਡ ਦੇਵੇ। ਜਦੋਂ ਤੱਕ ਇਹ ਮਨ ਮਾਇਆ ਨੂੰ ਨਹੀਂ ਛੱਡਦਾ, ਉਦੋਂ ਤੱਕ ਇਹਦਾ ਸਹੀ ਵਿਕਾਸ ਨਹੀਂ ਹੋਏਗਾ, ਉਦੋਂ ਤੱਕ ਇਸ ਮਨੁੱਖ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੋਏਗੀ। ਲੇਕਿਨ ਅਸੀਂ ਮਾਇਆ ਦੀ ਵਿਆਖਿਆ ਬੜੀ ਗਲਤ ਕੀਤੀ ਹੈ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਵਿਆਖਿਆ ਕਰਨ ਲੱਗਿਆ ਸ਼ਬਦ ਤਾਂ ਲੈ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ, ਤੇ ਇਹਦੀ ਜਿਹੜੀ ਪਰਿਭਾਸ਼ਾ ਹੈ ਜਾਂ ਜਿਹੜੇ ਇਹਦੇ ਅਰਥ ਨੇ ਉਹ ਅਸੀਂ ਕਿਸੇ ਦੂਜੇ ਧਰਮ ਗ੍ਰੰਥ ਮੁਤਾਬਕ ਕਰ ਦਿੱਤੇ। ਇਹ ਸਾਡੀ ਪ੍ਰੋਬਲਮ ਰਹੀ ਹੈ। ਜਿਵੇਂ ਮਾਇਆ ਸ਼ਬਦ ਲੈ ਲਿਆ ਬਾਣੀ ਚੋਂ, ਤੇ ਇਹਦੇ ਜਿਹੜੇ ਅਰਥ ਭਾਵ ਨੇ ਉਹ ਅਸੀਂ ਲੈ ਲਏ ਹਿੰਦੂ ਵੀਰਾਂ ਦੇ ਗ੍ਰੰਥ ਚੋਂ ਜਾਂ ਕਿਸੇ ਹੋਰ ਗ੍ਰੰਥ ਵਿੱਚੋਂ। ਆਮ ਧਰਮੀ ਦੁਨੀਆ ਦੇ ਅੰਦਰ ਮਾਇਆ ਕਿਹਾ ਗਿਆ ਹੈ ਔਰਤ ਨੂੰ ਔਰ ਪ੍ਰੋਪਰਟੀ ਨੂੰ, ਕਿ ਔਰਤ ਚੈਤਨ ਮਾਇਆ ਹੈ ਤੇ ਧਨ ਦੌਲਤ ਜੜ ਮਾਇਆ ਹੈ। ਇਹ ਦੋ ਰੂਪ ਨੇ ਮਾਇਆ ਦੇ, ਜੋ ਇਨਸਾਨ ਨੂੰ ਰੱਬ ਨਾਲੋਂ, ਸੱਚ ਨਾਲੋਂ ਤੋੜਦੀ ਹੈ।
पर मैं बेनती करा, औरत माया नहीं है। गुरबाणी दे अंदर औरत नूं रब जिन्ना सत्कार दिता है। सो क्यों मंदा आखिए जित जम्मे राजान। कबीर जी तां कहंदे ने, जेते औरत मर्दां साजे ये सब रूप तुम्हारे। कि हे प्रभु, जिन्नियां भी औरतां और पुरुष ने ये तेरा रूप ने। गुरबाणी अंदर औरत नूं रब दा दर्जा दिता गया है, इन्ना मान दिता है, इसलिए औरत माया नहीं। बाकी आ पैसा और प्रॉपर्टी ये भी माया नहीं है। देखो, मकान जे माया होए ते मकान नूं छड्ड के फिर सड़क ते किवें रहोगे? कपड़े माया है तो नंगे किवें रहोगे? जे पैसा माया है, छड्ड के किवें जीवन बतीत करोगे? ਤਾਂ ਪ੍ਰੋਪਰਟੀ ਔਰ ਪੈਸਾ ਅਤੇ ਔਰਤ ਮਾਇਆ ਨਹੀਂ। ਹੁਣ ਮਾਇਆ ਨੂੰ ਅਸੀਂ ਸਮਝਣਾ ਸੀ ਗੁਰਬਾਣੀ ਵਿੱਚੋਂ। ਮਾਇਆ ਦੀ ਜੋ ਡੈਫੀਨੇਸ਼ਨ ਗੁਰੂ ਅਮਰਦਾਸ ਜੀ ਨੇ ਦਿੱਤੀ ਹੈ ਨਾ, ਉਹ ਤੁਹਾਨੂੰ ਹੋਰ ਕਿਸੇ ਧਰਮ ਗ੍ਰੰਥ ਵਿੱਚੋਂ ਨਹੀਂ ਮਿਲੇਗੀ। ਗੁਰੂ ਅਮਰਦਾਸ ਜੀ ਰਾਮਕਲੀ ਰਾਗ ਵਿੱਚ ਬਚਨ ਕਰਦੇ ਨੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। माया साडी एक मैंटैलिटी का नाम है। किहड़ी मैंटैलिटी, किहड़ी सोच? जिहड़ी सोच सानू रब नालों तोड़दी है। देखो, असी सारे रब दा रूप हां, जो दिसै सो तेरा रूप, पर असी एक दूजे दा रब जिन्ना सत्कार नहीं करते, एक दूजे नाल रब वर्गा प्यार नहीं करते। ये सोच साडी माया है, जिहड़ी सानू एक दूजे नालों तोड़ रही है, रब नालों तोड़ रही है। मोह उपजे जिहड़ी साडे अंदर सैल्फिशनैस पैदा करदी है, स्वार्थ, साडी वो बिरती माया है। भाव दूजा लाया दा मतलब मेर तेर दे वितकरे। असीं अपनी धी नूं वेखने आ इन्हां अखां नाल, नजरिया होर है। दूजे दी जवान धी भैन नूं वेखण लई अखां इह ने, पर नजरिया बदल जांदा है। ये जो मेर तेर दे वितकरे ने, ये सोच माया है। वो सोच जिहड़ी सोच सानू रब नालों तोड़दी है, ਉਹ सोच ਜਿਹੜੀ सोच ਸਾਡੇ ਅੰਦਰ ਸਵਾਰਥ ਪੈਦਾ ਕਰਦੀ ਹੈ, ਔਰ ਉਹ सोच ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਇਸ सोच ਨੂੰ ਮਾਇਆ ਕਹਿੰਦੇ ਨੇ। ਤੇ ਗੁਰੂ ਜੀ ਕਹਿ ਰਹੇ ਨੇ, ਮਨ ਜਿਹੜਾ ਹੈ ਇਸ सोच ਦੇ ਅੰਦਰ ਉਲਝਿਆ ਹੋਇਆ ਹੈ, ਇਸ सोच ਦੇ ਵਿੱਚੋਂ ਬਾਹਰ ਨਹੀਂ ਆਉਂਦਾ। ਐਵੇਂ ਜਿਵੇਂ ਮੂਰਤ ਨੂੰ, ਚਿੱਤਰ ਜਿਹੜਾ ਹੈ ਮੂਰਤ ਨੂੰ ਨਹੀਂ ਛੱਡ, ਮੂਰਤ ਜਿਹੜੀ ਦੀਵਾਰ ਨੂੰ ਨਹੀਂ ਛੱਡਦੀ, ਜਿਹੜੀ ਉਕਰੀ ਹੈ ਵਿੱਚ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਇਸ ਬਿਰਤੀ ਵਿੱਚੋਂ ਬਾਹਰ ਆਉਣ ਦੀ ਲੋੜ ਹੈ ਹਰ ਇਨਸਾਨ ਨੂੰ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ ਗੋਰੇ, ਅਮੀਰ ਗਰੀਬ, ਪੜ੍ਹੇ ਲਿਖੇ, ਰਾਜਨੀਤਿਕ, ਪ੍ਰਜਾ, ਔਰ ਇਸਤਰੀਆਂ ਪੁਰਸ਼, ਬੱਚੀ ਬੱਚੇ, ਜਵਾਨ ਬਜ਼ੁਰਗ, ਇਸ ਸੋਚ ਵਿੱਚੋਂ ਬਾਹਰ ਆਉਣ ਦੀ ਲੋੜ ਹੈ। ਜੇ ਲੋਕ ਇਸ ਸੋਚ ਵਿੱਚੋਂ ਬਾਹਰ ਆ ਜਾਣ, ਅੱਜ ਆ ਸੰਸਾਰ स्वर्ग बन जाएगा। हर बंदा हर बंदे दे अंदर रब नूं वेखे, रब वर्गा विहार करे। हर बंदा निष्काम होके अपना जीवन बिताए, और हर बंदा मेर तेर दे वितकरियां नूं दूर करके अपने वर्गा विहार करे। जैसी शब्दावली मैं तुहाडे तो अपने लिए सुनना चाहना, वो शब्दावली तुहाडे वास्ते बोलां। जे 3 काम हो जाना, संसार स्वर्ग हो जाएगा। तां गुरु पातशाह जी कहंदे ने कि हे मित्रा, ਇਹ ਮਨ ਇਹੋ ਜੀ ਸੋਚ ਅੰਦਰ ਮਾਇਆ ਦੇ ਵਿੱਚ ਫਸਿਆ ਹੋਇਆ ਹੈ, ਜਿਹੜਾ ਇਸ ਸੋਚ ਨੂੰ ਛੱਡ ਨਹੀਂ ਰਿਹਾ। ਇਹ ਪ੍ਰੋਬਲਮ ਹੈ ਮਨੁੱਖ ਦੀ। ਅਗਲੇ ਸ਼ਲੋਕ ਵਿੱਚ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਨਰ ਚਾਹਤ ਕਛ ਔਰੇ ਕੀ ਔਰੇ ਪਰੀ, ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਹੁਣ ਮਾਇਆ ਦੇ ਮੋਹ ਵਿੱਚ ਫਸ ਕੇ ਬੰਦਾ ਕੁਛ ਹੋਰ ਚਾਹੁੰਦਾ ਹੈ, लेकिन करतार दी रजा दे विच कुछ होर हो जाता है। बंदा चाहता कुछ होर है, हो कुछ होर जाता। ये क्यों हो जाता है? हुण देखो, मन ते माया दे विच फसिया होया है। सोच विच ने मेर तेर दे वितकरे, सोच विच स्वार्थ, सोच विच रब याद भी नहीं, ते बंदा चाहता है मैनू सुख मिले। ਹੁਣ ਇਹੋ ਜਿਹੀ ਹਾਲਾਤ ਵਿੱਚ ਸੁੱਖ ਕਿਵੇਂ ਮਿਲੇਗਾ? ਸਵਾਰਥ ਹੈ, ਸਵਾਰਥ ਤੇ ਸੈਲਫਿਸ਼ਨੈਸ ਦੇ ਨਾਲ ਬੰਦਾ ਚਾਹੇ ਕਿ ਮੈਨੂੰ ਦੂਜਿਆਂ ਤੋਂ ਪਿਆਰ, ਸਤਿਕਾਰ, ਆਦਰ ਮਿਲੇ, ਕਿਵੇਂ ਮਿਲੇਗਾ? ਸਵਾਲ ਹੀ ਨਹੀਂ ਪੈਦਾ ਹੁੰਦਾ।
ਹੁਣ ਪਿੱਛੇ ਆਪ ਨੇ ਪੜਿਆ ਨਾ, ਇੱਕ ਕਹਿੰਦੇ ਨੇ ਵੀ ਇੱਕ ਮਾਤਾ ਸੀ ਤੇ ਉਹ ਨੂੰਹ ਰਾਣੀ ਨੂੰ ਕਹਿਣ ਲੱਗੀ ਵੀ ਬੇਟੀ ਮੇਰੀਆਂ ਲੱਤਾਂ ਘੁੱਟ ਦੇ, ਦੁੱਧ ਗਰਮ ਕਰਕੇ ਲਿਆ ਤੇ ਨਾਲੇ ਮੇਰੀਆਂ ਥੋੜੀਆਂ ਲੱਤਾਂ ਘੁੱਟ ਦੇ। ਉਹਨੇ ਦੁੱਧ ਗਰਮ ਕਰਕੇ ਮੇਜ਼ ਤੇ ਰੱਖਤਾ, ਕਹਿਣ ਲੱਗੀ ਬੇਬੇ ਆ ਦੁੱਧ ਪਿਆ ਹੀ ਤੇ ਪੀ ਲਵੀਂ, ਤੇ ਲੱਤਾਂ ਲੁੱਤਾਂ ਨੇ ਮੇਰੇ ਤੋਂ ਕੁੱਟੀਆਂ ਜਾਂਦੀਆਂ, ਲੱਤਾਂ ਘੁੱਟਦੇ ਤੇਰੀ, ਮੈਂ ਸਵੇਰ ਦੀ ਆਪ ਥੱਕੀ ਪਈਆਂ, ਲੱਤਾਂ ਤੇਰੀਆਂ ਮੈਂ ਕਾਹਦੀਆਂ ਘੁੱਟਦੀਆਂ, ਸਵੇਰ ਤੋਂ ਲੈ ਕੇ ਵਿਹਲੀ ਮੰਜੇ ਦੇ ਉੱਤੇ ਪਈ ਹੈ, ਮੰਜੇ ਦੇ ਉੱਤੇ ਤੂੰ ਖਾਨੀ ਹੈ, ਤੈਨੂੰ ਕੋਈ ਪਤਾ ਨਹੀਂ, ਜਿਵੇਂ ਮਰਜ਼ੀ ਬੋਲਣੀ ਹੈ ਬੁੱਢੜੀਏ, ਮੇਰੇ ਤੋਂ ਨਹੀਂ ਲੱਤਾਂ ਘੁੱਟੀਆਂ ਜਾਂਦੀਆਂ। ਮਾਤਾ ਨੇ ਇੱਕੋ ਲਾਏ, ਇੱਕੋ ਲੜੀ ਦੇ ਵਿੱਚ ਇਹਨੇ ਬਚਨ ਸੁਣ ਕੇ ਤੇ ਮਾਤਾ ਥੋੜੀ ਖਰਵੀ ਹੋ ਕੇ ਬੋਲੀ, ਕਹਿਣ ਲੱਗੀ ਤੇਰੀ ਮਾਂ ਨੇ ਤੈਨੂੰ ਇਹ ਕੁਝ ਸਿਖਾਇਆ, ਤੇਰੇ ਮਾਪਿਆਂ ਨੇ ਤੈਨੂੰ ਕੋਈ ਚੰਗਾ ਸੰਸਕਾਰ ਨਹੀਂ ਦਿੱਤਾ, ਤੈਨੂੰ ਮਾਪਿਆਂ ਨੇ ਅਕਲ ਨਹੀਂ ਦਿੱਤੀ। ਕਹਿਣ ਲੱਗੀ ਬੀਬੀ ਗੱਲ ਸੁਣ, ਮੈਂ ਡਬਲ MA ਆ, ਮੇਰੇ ਕੋਲ ਅਕਲ ਹੈ, ਮੇਰੇ ਮਾਪਿਆਂ ਨੇ ਮੈਨੂੰ ਸੰਸਕਾਰ ਵੀ ਦਿੱਤੇ ਨੇ, ਬੜੀ ਅਕਲ ਦਿੱਤੀ ਹੈ, ਬੜੇ ਸੰਸਕਾਰ ਦਿੱਤੇ ਨੇ। ਤੇ ਕਹਿਣ ਲੱਗੀ ਤੇਰੀ ਅਕਲ ਤੇ ਸੰਸਕਾਰ ਦਿਸਦੀ ਕਿਉਂ ਨਹੀਂ ਪਈ, ਐਵੇਂ ਬੋਲਦੀਆਂ ਨੇ ਅਕਲ ਵਾਲੀਆਂ, ਉਹ ਸੰਸਕਾਰ ਕਿੱਥੇ ਨੇ? ਕਹਿਣ ਲੱਗੀ ਸਾਸੂ ਮਾਂ, ਜਿਸ ਦਿਨ ਮੇਰੀ ਡੋਲੀ ਆਉਣੀ ਸੀ ਨਾ, ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਕਾਰ ਮੰਗ ਲਈ ਸੀ ਨਾ, ਤੇ ਮੇਰੇ ਪਿਓ ਨੇ ਆਪਣਾ 1 ਕਿੱਲਾ ਜ਼ਮੀਨ ਗਹਿਣੇ ਧਰ ਕੇ ਤੇ ਤੁਹਾਨੂੰ ਕਾਰ ਦਿੱਤੀ ਸੀ, 4 ਕਿੱਲੇ ਪੈਲੀ ਗਹਿਣੇ ਧਰ ਕੇ ਤੇ ਕਾਰ ਦਿੱਤੀ ਸੀ। ਤੇ ਜਦੋਂ ਮੇਰੇ ਮਾਪਿਆਂ ਨੇ ਪੈਲੀ ਗਹਿਣੇ ਧਰੀ ਸੀ ਨਾ ਮਾਤਾ, ਮੈਂ ਆਪਣੇ ਸੰਸਕਾਰ ਵੀ ਗਹਿਣੇ ਧਾਰਾ, ਇਸ ਸੰਸਕਾਰ ਤੇ ਤੁਸੀਂ ਮੰਗੇ ਨਹੀਂ, ਕਾਰ ਮੰਗੀ ਸੀ। ਹੁਣ ਨੂੰਹਾਂ ਦੇ ਨਾਲ ਇਹੋ ਜਿਹਾ ਵਿਵਹਾਰ ਕਰਕੇ ਜੇ ਸੱਸ ਚਾਹੇ ਕਿ ਮੇਰੀਆਂ ਲੱਤਾਂ ਨੂੰ ਕੁੱਟੇ ਤੇ ਕਿਵੇਂ ਕੁੱਟੇ, ਚਾਹੁੰਦੇ ਤੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਤੇ ਗੱਲ ਕੱਲੀ ਸੱਸਾਂ ਦੀ ਨਹੀਂ ਹੈ, ਨੂੰਹਾਂ ਦੀ ਵੀ ਇਹੀ ਗੱਲ ਹੈ। ਜੇ ਕੋਈ ਨੂੰਹ ਚਾਹੇ ਕਿ ਮੈਨੂੰ ਮੇਰੇ ਸੱਸ ਸਹੁਰੇ ਮਾਂ ਪਿਓ ਵਰਗਾ ਪਿਆਰ ਦੇਣ, ਪਰ ਉਹ ਸੱਸ ਸਹੁਰੇ ਦੀ ਕਦਰ ਨਾ ਕਰੇ, ਉਹਨਾਂ ਦੇ ਨਾਲ ਖਰਵਾ ਬੋਲੇ, ਉਹਨਾਂ ਦੀਆਂ ਸਮੇਂ ਸਿਰ ਲੋੜਾਂ ਪੂਰੀਆਂ ਨਾ ਕਰੇ, ਤੇ ਚਾਹੇ ਮੈਨੂੰ ਸਤਿਕਾਰ ਦੇਣ ਤੇ ਕਿਵੇਂ ਦੇਣਗੇ? ਇਹਨੂੰ ਕਹਿੰਦੇ ਨੇ ਨਾਰ ਚਾਹਤ ਕੁਛ ਔਰ, ਔਰੇ ਕੀ ਔਰੇ। ਚਾਹੁੰਦਾ ਬੰਦਾ ਕੁਛ ਹੋਰ ਹੈ, ਕਰਦਾ ਕੁਛ ਹੋਰ ਹੈ, ਤਾਂ ਫਿਰ ਹੋਰ ਦਾ ਹੋਰ ਹੋ ਜਾਂਦਾ ਨਾ, ਹੋਰ ਦਾ ਹੋਰ ਹੋ ਜਾਂਦਾ। ਸਾਡੇ ਪਿੰਡ ਇੱਕ ਮਾਤਾ ਸੀ ਤੇ ਉਹ ਕਹਿਣ ਲੱਗੀ ਵੀ ਮੇਰੀ ਨੂੰਹ ਬੜੀ ਸੁਨੱਖੀ ਹੈ, ਵਾਹਿਗੁਰੂ ਨੇ ਬੜੀ ਕਿਰਪਾ ਕੀਤੀ, ਅੰਦਰ ਬੈਠੀ ਹੋਵੇ ਤੇ ਬਾਹਰ ਚਾਨਣ ਹੁੰਦਾ, ਮੇਰੀ ਨੂੰਹ ਤੇ ਜੋਤ ਹੈ। ਬੜਾ ਪਿਆਰ ਸੀ ਨੂੰਹ ਸੱਸ ਦਾ। ਉਹ ਕੋਈ 2 ਸਾਲ ਲੰਘੇ ਤੇ ਨੂੰਹ ਸੱਸ ਲੜ ਪਈਆਂ, ਤੇ ਉਹਨੇ ਸੱਸ ਨੂੰ ਸੁਣਾਈਆਂ ਖਰਵੀਆਂ, ਤੇ ਬੈਠੀ ਬਾਹਰ ਤੇ ਮੈਨੂੰ ਆਂਦੀ ਅੱਜ ਇਹਨੇ ਆਹ ਕੀਤੀ ਮੂਰਸਿਆਂ, ਉਹ ਮੇਰੇ ਨਾਲ ਪ੍ਰੇਮ ਸੀ। ਤੇ ਮੈਂ ਕਿਹਾ ਮਾਤਾ ਤੂੰ ਤੇ ਆਂਦੀ ਸੀ ਮੇਰੀ ਨੂੰਹ ਜੋਤ ਹੈ, ਬਾਹਰ ਚਾਨਣਾ ਹੁੰਦਾ, ਤੇ ਹੁਣ ਆਖਣ ਲੱਗੀ ਵੀ ਭੈੜਿਆ ਮੈਂ ਤੇ ਆਖਿਆ ਸੀ ਜੋਤ, ਤੇ ਮੈਨੂੰ ਕੀ ਪਤਾ ਸੀ ਵੀ ਜੋਤ ਨੇ ਭਾਂਬੜ ਬਣ ਕੇ ਮਚਣਾ। ਯਾਨੀ ਪ੍ਰੋਬਲਮ ਹੈ ਨਾ, ਹਰ ਪਾਸਿਓਂ ਪ੍ਰੋਬਲਮ ਹੈ, ਨੂੰਹ ਵੱਲੋਂ ਵੀ, ਸੱਸ ਵੱਲੋਂ, ਬੱਚਿਆਂ ਵੱਲੋਂ, ਮਾਪਿਆਂ ਵੱਲੋਂ, ਭਰਾਵਾਂ ਵੱਲੋਂ, ਸੱਜਣਾ ਵੱਲੋਂ, ਰਿਸ਼ਤੇਦਾਰਾਂ ਵੱਲੋਂ। ਜਦੋਂ ਬੰਦਾ ਮਨ ਤੇ ਮਾਇਆ ਦੇ ਵਿੱਚ ਫਸਿਆ ਹੋਵੇ, ਸੋਚ ਗਲਤ ਹੋਵੇ, ਤੇ ਉਸ ਗਲਤ ਸੋਚ ਦੇ ਨਾਲ ਬੰਦਾ ਚਾਹੇ ਮੈਨੂੰ ਸੁਖ ਆਰਾਮ ਮਿਲੇ ਤਾਂ ਕਿਵੇਂ ਮਿਲੇਗਾ, ਹੋਰ ਦਾ ਹੋਰ ਹੋ ਜਾਂਦਾ ਨਾ। ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗੱਲ ਫਰੀ। ਠਗੌਰ ਦਾ ਮਤਲਬ ਹੋਰਾਂ ਨੂੰ ਠੱਗਣ ਦੀਆਂ ਸੋਚਾਂ। ਬੰਦਾ ਦੂਜਿਆਂ ਨੂੰ ਠੱਗਣ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ ਤੇ ਫਾਹੀ ਆਪਣੇ ਗਲ ਵਿੱਚ ਪੈ ਜਾਂਦੀ ਹੈ, ਆਤਮਕ ਮੌਤੇ ਆਪ ਮਰ ਜਾਂਦਾ ਹੈ। ਇਸ ਦੁਨੀਆ ਦੇ ਵਿੱਚ ਕੀ ਹੋਇਆ ਹੈ, ਬੰਦਾ ਸੋਚਦਾ ਰਿਹਾ ਹੈ ਦੂਜਿਆਂ ਨੂੰ ਨੀਵਾਂ ਵਿਖਾਣਾ, ਦੂਜਿਆਂ ਦੀਆਂ ਪ੍ਰਾਪਰਟੀਆਂ ਹੜਪਣੀਆਂ, ਦੂਜਿਆਂ ਨੂੰ ਠੱਗਣਾ ਜਾਂ ਕੁਛ ਵੀ। ਤੇ ਹੁੰਦਾ ਕੀ ਹੈ ਕਿ ਆਪਣੇ ਗੱਲ ਦੇ ਵਿੱਚ ਵਿਕਾਰਾਂ ਦੀ ਫਾਹੀ ਪੈ ਜਾਂਦੀ ਹੈ, ਇਨਸਾਨੀਅਤ ਖਤਮ ਹੋ ਜਾਂਦੀ ਹੈ, ਬੰਦਾ ਆਪਣੀ ਜ਼ਮੀਰ ਮਾਰ ਦਿੰਦਾ ਹੈ, ਸੁਖ ਆਰਾਮ ਖਤਮ ਹੋ ਜਾਂਦੇ ਨੇ, ਰਿਸ਼ਤੇ ਨਾਤੇ ਟੁੱਟ ਜਾਂਦੇ ਨੇ। ਕਿੰਨੇ ਪਰਿਵਾਰ ਨੇ ਜਿਹੜੇ ਟੁੱਟ ਗਏ ਨੇ, ਕਿੱਲੇ ਜ਼ਮੀਨ ਪਿੱਛੇ ਭਰਾਵਾਂ ਨੂੰ ਛੱਡ ਦਿੱਤਾ, ਅੱਧੇ ਕਿੱਲੇ ਜ਼ਮੀਨ ਪਿੱਛੇ ਭਰਾ ਨੂੰ ਕਤਲ ਕਰ ਦਿੱਤਾ, ਆਪਣੇ ਹੀ ਗੱਲ ਦੇ ਵਿੱਚ ਬੰਦਾ ਫਾਹੀਆਂ ਪਵਾ ਲੈਂਦਾ ਹੈ। ਹੁਣ ਦੇਖੋ, ਜਿਵੇਂ ਇਸ ਦੁਨੀਆ ਵੱਲ ਵੇਖੀਏ ਤਾਂ ਇੰਡੀਆ ਦੇ ਅੰਦਰ ਨਾ, ਅਸੀਂ ਛੋਟੇ ਹੁੰਦੇ ਸਾਂ ਤੇ ਖੂਹਾਂ ਤੋਂ ਪਾਣੀ ਗੇੜੀ ਦਾ ਸੀ, ਗਾਦੀ ਤੇ ਪਿਓ ਨੇ ਵਹਾ ਦੇਣਾ, ਤੇ ਕਈ ਵਾਰੀ ਕਿਸੇ ਬੰਦੇ ਨੇ ਕਹਿਣਾ ਵੀ ਖੂਹਾਂ ਦਾ ਪਾਣੀ ਨਾ ਮੁੱਕ ਜਾਣਾ ਹੈ, ਤੇ ਲੋਕ ਕਹਿੰਦੇ ਸਨ ਇਹ ਪਾਗਲ ਹੈ ਜਿਹੜਾ ਕਹਿੰਦਾ ਖੂਹਾਂ ਦਾ ਪਾਣੀ ਮੁੱਕ ਜਾਣਾ, ਕਦੇ ਪਾਣੀ ਨਹੀਂ ਮੁੱਕਿਆ, ਉਹਨੂੰ ਲੋਕ ਪਾਗਲ ਕਹਿੰਦੇ ਸਨ। ਪਰ ਖੂਹਾਂ ਦਾ ਪਾਣੀ ਲੋਕ ਖਿੱਚਦੇ ਰਹੇ, ਫਿਰ ਟਿਊਬਵੈੱਲ ਲੱਗ ਗਏ, ਖੂਹਾਂ ਦਾ ਪਾਣੀ ਖਤਮ ਹੋ ਗਿਆ। ਅੱਜ
फिर लोग कहने लगे ट्यूबवैलों का पानी भी खत्म हो जाना। फिर लोगों ने कहा पागल है, हुण 150-200 फुट थले जिहड़ी सी पानी सी ਉਹ लेयर भी खत्म हो गई ਤੇ ਹੁਣ ਲੇਅਰ ਹੈ 400 ਫੁੱਟ 450 ਫੁੱਟ ਤੱਕ ਜਿਹੜੇ ਸਮਰਸੀਬਲ ਬੋਰ ਹੁੰਦੇ ਨੇ। ਤੇ ਜਦੋਂ ਇਹ ਪਾਣੀ ਦੀ ਲੇਅਰ ਖਤਮ ਹੋ ਗਈ ਨਾ, ਫਿਰ ਉਸ ਤੋਂ ਬਾਅਦ ਥੱਲੇ ਪਾਣੀ ਨਹੀਂ ਹੈ। ਅੱਜ ਤੋਂ 20 ਸਾਲ ਬਾਅਦ ਲੋਕਾਂ ਦੇ ਪਾਣੀ ਪੀਣ ਤੋਂ ਕਤਲ ਹੋਣ ਕਰਨਗੇ। ਇਹ ਕੰਡੀਸ਼ਨ ਹੈ। ਹੁਣ ਪਾਣੀ ਖਿੱਚ ਲਿਆ ਸਾਰਾ, ਉਹਦੇ ਵਾਸਤੇ ਕੋਈ ਹੋਰ ਪ੍ਰਬੰਧ ਕਰਦੇ ਤਾਂ ਪਛਤਾਵਾ ਨਹੀਂ ਸੀ ਹੋਣਾ, ਪਰ ਆਉਣ ਵਾਲੇ ਸਮੇਂ ਵਿੱਚ ਪਛਤਾਵਾ ਹੋਏਗਾ। ਜੰਗਲ ਵੱਢ ਕੇ ਤਬਾਹ ਕਰ ਦਿੱਤੇ, ਆਕਸੀਜਨ ਦੀ ਕਮੀ ਹੋ ਗਈ, ਪੋਲੂਸ਼ਨ ਵੱਧ ਗਿਆ, ਬਿਮਾਰੀਆਂ ਵਧਣਗੀਆਂ। ਜਦੋਂ ਆਕਾਸ਼ ਦੇ ਵਿੱਚ ਬੰਦੇ ਨੇ ਰਾਕਟ ਛੱਡਿਆ ਸੀ ਨਾ, ਤੇ ਬੜਾ ਖੁਸ਼ ਹੋਇਆ ਸੀ ਕਿ ਸਾਡੀ ਚੰਦਰਮਾ ਤੱਕ ਪਹੁੰਚ ਹੋ ਗਈ, ਪਰ ਓਜ਼ੋਨ ਪਰਤ ਫਟ ਗਈ। ਪੋਲੂਸ਼ਨ ਫੈਲਣ ਦੇ ਨਾਲ ਓਜ਼ੋਨ ਪਰਤ ਦੇ ਉੱਤੇ ਗਰਮੀ ਵਧਣ ਦੇ ਨਾਲ ਨੁਕਸਾਨ ਹੋਇਆ। ਤੇ ਜੇ ਉਹ ਨਹੀਂ ਰਿਪੇਅਰ ਹੁੰਦੀ, ਜੇ ਹੋਰ ਫਟਦੀ ਤੇ ਕੈਂਸਰ ਵਗੈਰਾ ਦੀਆਂ ਜਾਂ ਸਕਿਨ ਦੀਆਂ ਬਿਮਾਰੀਆਂ ਹੋਣਗੀਆਂ। ਪਛਤਾਵਾ ਪਏਗਾ ਨਾ ਗੱਲ ਵਿੱਚ। ਪੋਲੂਸ਼ਨ ਫੈਲਾ ਕੇ ਸਾਹ ਲੈਣ ਜੋਗਾ ਵੀ ਇਹ ਕੰਮ ਨਹੀਂ ਨਾ ਰਹਿਣਾ। ਤਾਂ ਬੰਦਾ ਚਾਹੁੰਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ। ਦੂਜਿਆਂ ਨੂੰ ਠੱਗਦਾ ਆਪਣੇ ਗੱਲ ਦੇ ਅੰਦਰ ਇਹੋ ਜਿਹੀਆਂ ਫਾਹੀਆਂ ਪਾ ਲੈਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੇ ਬਾਰੇ ਸੋਚੋ। ਜਿਵੇਂ ਮੈਂ ਕੱਲ ਪਰਸੋਂ ਵੀ ਕਿਹਾ ਸੀ ਨਾ, ਕੰਮ ਔਰ ਧੰਦੇ ਵਿੱਚ ਫਰਕ ਹੁੰਦਾ ਹੈ। ਕੰਮ ਕਰੋ, ਜੰਜਾਲ ਨਾ ਪਾਓ ਆਪਣੀ ਗੱਲ। ਕੰਮ ਮੰਨ ਲਓ ਸਾਹਮਣੇ ਮੇਰੀ ਪ੍ਰਧਾਨ ਸਾਹਿਬ ਜੀ ਬੈਠੇ ਨੇ, ਤਾਂ ਪ੍ਰਧਾਨ ਜੀ ਮੈਨੂੰ ਕੋਈ ਕੰਮ ਕਹਿੰਦੇ ਨੇ, ਤਾਂ ਮੈਨੂੰ ਉਹ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਇਸ ਕੰਮ ਦੇ ਨਾਲ ਮੇਰਾ ਨੁਕਸਾਨ ਤੇ ਨਹੀਂ ਹੋਏਗਾ। ਜੇ ਮੇਰਾ ਨੁਕਸਾਨ ਹੈ ਤਾਂ ਮੈਨੂੰ ਜਵਾਬ ਦੇ ਦੇਣਾ ਚਾਹੀਦਾ। ਦੂਜਾ, ਮੈਨੂੰ ਇਹ ਸੋਚਣਾ ਚਾਹੀਦਾ ਵੀ ਜੋ ਪ੍ਰਧਾਨ ਜੀ ਨੇ ਕੰਮ ਕਿਹਾ ਹੈ, ਜੇ ਮੈਂ ਇੱਕ ਕੰਮ ਕਰਾਂਗਾ ਤਾਂ ਇਹਦੇ ਨਾਲ ਪ੍ਰਧਾਨ ਜੀ ਦਾ ਕੋਈ ਨੁਕਸਾਨ ਤੇ ਨਹੀਂ ਹੋ ਜਾਏਗਾ। ਜੇ ਪ੍ਰਧਾਨ ਜੀ ਦਾ ਨੁਕਸਾਨ ਹੁੰਦਾ, ਮੈਨੂੰ ਤਾਂ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ। ਤੀਜੀ ਗੱਲ ਮੈਨੂੰ ਇਹ ਸੋਚਣੀ ਚਾਹੀਦੀ ਕਿ ਕੰਮ ਕਰਨ ਨਾਲ ਮੇਰਾ ਵੀ ਨੁਕਸਾਨ ਨਹੀਂ ਹੋ ਰਿਹਾ, ਪ੍ਰਧਾਨ ਜੀ ਦਾ ਵੀ ਨੁਕਸਾਨ ਨਹੀਂ ਹੋ ਰਿਹਾ, ਪਰ ਜੇ ਇਹ ਮੈਂ ਕੰਮ ਕਰਨਾ ਤੇ ਆ ਕਲਾਸ ਵਿੱਚ ਜਿਹੜੇ ਦੂਜੇ ਬੰਦੇ ਨੇ ਇਹਨਾਂ ਦਾ ਨੁਕਸਾਨ ਹੋ ਜਾਏਗਾ। ਤਾਂ ਜੇ ਇਹਨਾਂ ਦਾ ਨੁਕਸਾਨ ਹੁੰਦਾ, ਮੈਨੂੰ ਇਹ ਕੰਮ ਤਾਂ ਵੀ ਨਹੀਂ ਕਰਨਾ ਚਾਹੀਦਾ। ਜਿਹੜਾ ਕੰਮ ਕਰ ਰਿਹਾ ਹੈ, ਜਿਹਦੇ ਵਾਸਤੇ ਕਰ ਰਿਹਾ ਹੈ ਤੇ ਸਮਾਜ ਦਾ ਨੁਕਸਾਨ ਨਾ ਹੁੰਦਾ ਹੋਏ, ਉਹਨੂੰ ਕਹਿੰਦੇ ਨੇ ਕੰਮ। ਤੇ ਜਿਹਦੇ ਨਾਲ ਕਰਨ ਵਾਲੇ ਦਾ ਵੀ, ਜਿਹਦੇ ਵਾਸਤੇ ਉਹ ਕਰ ਰਿਹਾ ਹੈ ਜਾਂ ਸਮਾਜ ਦਾ ਨੁਕਸਾਨ ਹੁੰਦਾ ਹੈ, ਉਹਨੂੰ ਕਹਿੰਦੇ ਨੇ ਝੜਮ, ਜੰਜਾਲ, ਬੰਧਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੰਦਾ ਚਾਹੁੰਦਾ ਕੁਛ ਹੋਰ ਹੈ, ਹੋਰ ਦੀ ਹੋਰ ਹੋ ਜਾਂਦੀ ਹੈ। ਕਿਉਂਕਿ ਬੰਦਾ ਦੂਜਿਆਂ ਨੂੰ ਠੱਗਦਾ ਰਹਿੰਦਾ ਤੇ ਆਪਣੇ ਗੱਲ ਦੇ ਅੰਦਰ ਬਹੁਤ ਸਾਰੀਆਂ ਵੱਡੀਆਂ ਫਾਹੀਆਂ ਪਵਾ ਲੈਂਦਾ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸੁਚੇਤ ਕਰ ਰਹੇ ਨੇ ਕਿ ਅਸੀਂ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਸੋਚਣ ਦਾ ਯਤਨ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਇ। ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਕਿ ਇਸ ਦੁਨੀਆ ਦੇ ਅੰਦਰ ਪ੍ਰਭੂ ਦੀ ਰਜਾ ਵਰਤ ਰਹੀ ਹੈ, ਰੱਬ ਦੀ ਰਜਾ। ਜਿਵੇਂ ਅਸੀਂ ਕਹਿੰਦੇ ਨਾ, ਲੇਖ ਨਾ ਮਿਟਈ ਹੀ ਸਖੀ, ਜੋ ਲਿਖਿਆ ਕਰਤਾਰ। ਕਿ ਜੋ ਕਰਤਾਰ ਨੇ ਲੇਖ ਲਿਖ ਦਿੱਤਾ ਹੈ, ਉਹ ਲੇਖ ਮਿਟ ਨਹੀਂ ਸਕਦਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਲੇਖ ਹੈ ਕਿ ਇਹਦੀ ਵਿਆਖਿਆ ਗਲਤ ਕੀਤੀ ਗਈ ਹੈ। ਜਿਵੇਂ ਅਸੀਂ ਇਹਦੀ ਵਿਆਖਿਆ ਕਰਨੇ ਆ, ਉਹ ਨਹੀਂ ਹੈ। ਹੁਣ ਜਦੋਂ ਅਸੀਂ ਵੇਖਿਆ ਵੀ ਸਾਡੇ ਮੱਥੇ ਤੇ ਲੇਖ ਲਿਖੇ ਨੇ, ਕਈ ਵਾਰ ਹੁੰਦਾ ਨਾ ਜਦੋਂ ਅਸੀਂ ਕਿਸੇ ਬੰਦੇ ਦਾ ਇੰਡੀਆ ਵਿੱਚ ਸੰਸਕਾਰ ਕਰਦੇ ਹਾਂ, ਤਾਂ ਲੋਕ ਖੋਪਰੀ ਚੁੱਕਦੇ ਨੇ ਤੇ ਉੱਤੇ ਲਾਈਨਾਂ ਦੀਆਂ ਤੇ ਵਹਿੰਦੇ ਨੇ, ਉੱਤੇ ਕੁਛ ਲਿਖਿਆ ਸੀ, ਉਹਨੂੰ ਲੇਖ ਸਮਝ ਪੈਂਦੇ। ਹੱਥਾਂ ਦੀਆਂ ਲਕੀਰਾਂ ਵਿੱਚ ਲੇਖ ਸਮਝ ਪੈਂਦੇ ਨੇ। ਇਹ ਹੱਥਾਂ ਦੀਆਂ ਲਕੀਰਾਂ ਵਿੱਚ ਔਰ ਮੱਥੇ ਤੇ ਕੋਈ ਲੇਖ ਨਹੀਂ ਲਿਖਿਆ ਹੁੰਦਾ। ਲੇਖ, ਰਜਾ, ਭਾਣਾ, ਇਹ ਸਾਰਿਆਂ ਦਾ ਮਤਲਬ ਹੈ ਸਿਸਟਮ। ਕਿ ਰੱਬ ਨੇ ਜੋ ਲੇਖ ਲਿਖ ਦਿੱਤਾ ਹੈ ਨਾ, ਜੋ ਕੁਦਰਤ ਦੇ ਨਿਯਮ ਨੇ, ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਫਾਰ ਐਗਜ਼ਾਮਪਲ, ਸਾਡੇ ਮੱਥੇ ਤੇ ਲੇਖ ਲਿਖਿਆ ਹੈ, ਕੁਦਰਤ ਵੱਲੋਂ ਇੱਕ ਨਿਯਮ ਬਣਿਆ ਹੈ। ਲੇਖ ਦਾ ਮਤਲਬ ਨੇਮ, ਕਿ ਅਸੀਂ ਸਾਰਿਆਂ ਨੇ ਆਕਸੀਜਨ ਦੇ ਨਾਲ ਜਿੰਦਾ ਰਹਿਣਾ ਹੈ। ਇਹ ਲੇਖ ਹੈ, ਇਹ ਸਿਸਟਮ ਹੈ, ਇਹ ਰੱਬ ਦੀ ਰਜ਼ਾ ਹੈ। ਤਾਂ ਹੁਣ ਜੇ ਕੋਈ ਪੜ੍ਹਿਆ ਲਿਖਿਆ ਬੰਦਾ ਜਾਂ ਅਮੀਰ ਬੰਦਾ ਇਹ ਕਹੇ ਕਿ ਇਹ ਤੇ ਗਰੀਬ ਰਹਿ ਸਕਦੇ ਨੇ ਆਕਸੀਜਨ ਦੇ ਨਾਲ, ਮੈਂ ਤੇ ਅਮੀਰ ਹਾਂ, ਮੈਂ ਤੇ ਕਾਰਬਨ ਮੋਨੋਆਕਸਾਈਡ ਨਾਲ ਵੀ ਜਿੰਦਾ ਰਹਿ ਲਵਾਂਗਾ, ਤਾਂ ਕੀ ਰਹਿ ਸਕਦਾ ਹੈ? ਨਹੀਂ ਨਾ।
ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਬੰਦਾ ਰਹਿ ਹੀ ਨਹੀਂ ਸਕਦਾ, ਕਿਉਂਕਿ ਇਹ ਲੇਕ ਹੈ ਹੀ ਨਹੀਂ। ਲੇਕ ਹੈ ਆਕਸੀਜਨ ਨਾਲ ਜਿੰਦਾ ਰਹਿਣਾ। ਲੇਕ ਦਾ ਮਤਲਬ ਸਿਸਟਮ, ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਮੈਂ ਇੱਕ ਦੋ ਮਿਸਾਲਾਂ ਹੋਰ ਦੇ ਕੇ ਇਹ ਚੀਜ਼ ਨੂੰ ਸਮਝਣ ਦਾ ਯਤਨ ਕਰੀਏ। ਮੰਨ ਲਓ ਸੀਜ਼ਨ ਹੈ ਝੋਨਾ ਲਾਉਣ ਦਾ, ਤੇ ਪੈਲੀ ਦੇ ਵਿੱਚ ਪਾਣੀ ਭਰ ਦਿੱਤਾ ਹੈ, ਪੈਲੀ ਵਾਹ ਦਿੱਤੀ ਹੈ, ਕੱਦੂ ਕਰ ਦਿੱਤਾ ਹੈ, ਲਾਣੀ ਸੀ ਝੋਨੇ ਦੀ ਲਾਭ। ਪਰ ਕੋਈ ਬੰਦਾ ਕਣਕ ਲੈ ਕੇ ਕਣਕ ਦਾ ਛੱਟਾ ਦੇ ਦੇਵੇ ਕੱਦੂ ਦੇ ਵਿੱਚ ਤੇ ਕਵੇ ਕਿ ਕਣਕ ਉੱਗੇ, ਤੇ ਕੀ ਉੱਥੇ ਕਣਕ ਪੈਦਾ ਹੋਏਗੀ? ਨਹੀਂ ਹੋਏਗੀ, ਕਿਉਂਕਿ ਇਹ ਸਿਸਟਮ ਨਹੀਂ ਹੈ ਨਾ। ਇਹ ਸਿਸਟਮ ਨਹੀਂ ਹੈ। ਸਿਸਟਮ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਝੋਨਾ ਹੀ ਹੋਵੇਗਾ, ਤੇ ਜੇ ਕਣਕ ਦੀ ਤਰ੍ਹਾਂ ਝੋਨੇ ਦਾ ਛੱਟਾ ਦੋ ਤੇ ਉਦੋਂ ਝੋਨਾ ਨਹੀਂ ਹੋਣਾ। ਯਾਨੀ ਹਰ ਚੀਜ਼ ਦਾ ਕੋਈ ਸਿਸਟਮ ਹੈ, ਨਿਯਮ ਹੈ। ਹੁਣ ਗੁਰੂ ਜੀ ਕਹਿੰਦੇ ਨੇ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕਿਉ ਨਾ ਕੋਏ। ਇਸ ਪੂਰੀ ਦੁਨੀਆ ਦੇ ਅੰਦਰ ਹਰ ਇਨਸਾਨ ਸੁੱਖ ਵਾਸਤੇ ਯਤਨ ਕਰਦਾ ਹੈ। ਚਾਹੇ ਕੋਈ ਕਿਸਾਨ ਖੇਤੀ ਕਰ ਰਿਹਾ ਤਾਂ ਉਹ ਸੁੱਖ ਵਾਸਤੇ, ਜੇ ਕੋਈ ਦੁਕਾਨਦਾਰ ਦੁਕਾਨ ਚਲਾ ਰਿਹਾ ਤਾਂ ਸੁੱਖ ਵਾਸਤੇ, ਜੇ ਕੋਈ ਨੌਕਰੀ ਪੇਸ਼ਾ ਕਰਦਾ ਹੈ ਸੁੱਖ ਵਾਸਤੇ, ਜੇ ਅਸੀਂ ਪਾਠ ਪੂਜਾ ਕਰ ਰਹੇ ਹਾਂ ਸੁੱਖ ਵਾਸਤੇ। ਹਰ ਬੰਦਾ ਸੁੱਖ ਵਾਸਤੇ ਯਤਨ ਕਰਦਾ ਹੈ। ਦੁੱਖ ਕੋ ਕਿਉ ਨਾ ਕੋਏ, ਦੁੱਖ ਵਾਸਤੇ ਇੱਕ ਵੀ ਯਤਨ ਨਹੀਂ ਕੀਤਾ ਬੰਦੇ ਨੇ ਕਿ ਮੇਰੀ ਲੱਤ ਟੁੱਟ ਜਾਏ। ਮੈਂ ਯਤਨ ਇਸ ਕਰਕੇ ਕਰ ਰਿਹਾ ਕਿ ਮੈਨੂੰ ਕੈਂਸਰ ਹੋ ਜਾਏ, ਮੈਂ ਚਾਹੁੰਦਾ ਕਿ ਮੈਨੂੰ ਕਰੋਨਾ ਹੋ ਜਾਏ। ਯਤਨ ਕਰਦਾ ਲੋਕ ਅੰਦਰ ਵੜੇ ਪਏ ਨੇ, ਗੁਰਦੁਆਰੇ ਤੱਕ ਨਹੀਂ ਆਉਂਦੇ, ਕਿਉਂਕਿ ਸੁੱਖ ਵਾਸਤੇ ਯਤਨ ਕਰਦਾ ਬੰਦਾ, ਦੁੱਖ ਲਈ ਕੋਈ ਯਤਨ ਨਹੀਂ ਕਰਦਾ। ਪਰ ਪ੍ਰੋਬਲਮ ਇਹ ਹੈ ਕਿ ਯਤਨ ਇਹ ਸੁੱਖ ਵਾਸਤੇ ਕਰ ਰਿਹਾ ਤੇ ਅੱਗੇ ਇਹਦੇ ਦੁੱਖ ਆ ਰਹੇ ਨੇ। ਹਰ ਘਰ ਦੇ ਵਿੱਚ ਕਲ ਕਲੇਸ਼। ਹੁਣ ਅਸੀਂ ਵਿਆਹ ਕਰਾਏ ਨੇ ਆਪਣੇ ਜਾਂ ਬੱਚਿਆਂ ਦੇ, ਤਾਂ ਇਸ ਵਾਸਤੇ ਥੋੜੀ ਕਰਾਇਆ ਸੀ ਕਿ ਪਤੀ ਪਤਨੀ ਸਾਰੀ ਉਮਰ ਆਪਣੇ ਘਰ ਨੂੰ ਯੁੱਧ ਦਾ ਅਖਾੜਾ ਬਣਾ ਕੇ ਰੱਖਣ। ਅਸੀਂ ਬੱਚਿਆਂ ਨੂੰ ਜਨਮ ਦਿੱਤਾ ਤਾਂ ਇਸ ਕਰਕੇ ਥੋੜਾ ਕਿ ਬੱਚੇ ਦੁਖੀ ਕਰਨਗੇ ਜਾਂ ਅਸੀਂ ਬੱਚਿਆਂ ਨੂੰ ਦੁਖੀ ਕਰਾਂਗੇ, ਇਸ ਕਰਕੇ ਨਾ ਕਿ ਬੱਚੇ ਸੁੱਖ ਦੇਣਗੇ। ਅਸੀਂ ਘਰ ਖਰੀਦਿਆ ਤਾਂ ਦੁਖੀ ਹੋਣ ਲਈ ਥੋੜਾ, ਲੇਕਿਨ ਇਸ ਸਾਰੇ ਦੇ ਵਿੱਚੋਂ ਸੁੱਖ ਪੈਦਾ ਨਹੀਂ ਹੋਇਆ। ਚਿੰਤਤ ਹੀ ਦੀਸੈ ਸਭ ਕੋਏ। ਹਰ ਇੱਕ ਬੰਦੇ ਦੇ ਮਨ ਵਿੱਚ ਕੋਈ ਨਾ ਕੋਈ ਚਿੰਤਾ, ਕੋਈ ਨਾ ਕੋਈ ਤੌਖਲਾ। ਹਾਂ, ਇਹ ਗੱਲ ਵੱਖਰੀ ਹੈ, ਮੈਂ ਦੁਖੀ ਹੋਇਆ, ਮੇਰੇ ਦੁੱਖ ਹੋਇਆ, ਮੇਰੀ ਬੇਇੱਜ਼ਤੀ ਹੋਈ ਤੇ ਉਹ ਅਖਬਾਰ ਵਿੱਚ ਛਪ ਗਈ। ਲੇਕਿਨ ਕੋਈ ਐਸਾ ਹੈ ਜਿਹਦੀ ਬੇਇੱਜ਼ਤੀ ਹੋਈ ਪਰ ਛਪੀ ਨਹੀਂ, ਛਿਪ ਗਈ, ਪਰ ਦੁਖੀ ਤਾਂ ਉਹ ਵੀ ਹੈ ਨਾ। ਕਿਸੇ ਦੇ ਦੁੱਖਾਂ ਦਾ ਪਤਾ ਲੱਗ ਗਿਆ, ਕੋਈ ਅੰਦਰੇ ਅੰਦਰ ਸੜਦਾ ਪਿਆ। ਬਹੁਤਾਤ ਦੁਨੀਆ ਦੁੱਖਾਂ ਦੇ ਅੰਦਰ ਹੈ। ਯਤਨ ਸੁੱਖ ਵਾਸਤੇ, ਮਿਲਿਆ ਦੁੱਖ, ਉਹਦਾ ਰੀਜ਼ਨ ਦੱਸ ਰਹੇ ਨੇ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। हे ਮੇਰੇ ਮਨਾ, ਜੋ ਰੱਬ ਨੂੰ ਪਾਉਂਦਾ ਉਹ ਹੁੰਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਸਾਨੂੰ ਦੁਖੀ ਕਰਨਾ ਚਾਹੁੰਦਾ ਨਾ। ਹੁੰਦਾ ਉਹ ਹੈ ਜੋ ਰੱਬ ਦੀ ਰਜ਼ਾ ਦੇ ਵਿੱਚ ਹੈ, ਭਾਣੇ ਦੇ ਵਿੱਚ ਹੈ, ਸਿਸਟਮ ਦੇ ਵਿੱਚ। ਹੁਣ ਇਹ ਚੀਜ਼ ਨੂੰ ਅਸੀਂ ਸਮਝੀਏ। ਦੇਖੋ, ਸੁੱਖ ਮਿਲਣਾ ਸੀ ਸੱਚ ਬੋਲਿਆ, ਮਨ ਬਚਨ ਔਰ ਕਰਮ ਕਰਕੇ ਸੱਚੇ ਹੋਇਆ ਸੁੱਖ ਮਿਲਣਾ ਸੀ। ਅਸੀਂ ਝੂਠ ਬੋਲਿਆ ਥਾਂ ਥਾਂ ਤੇ ਚਾਹੀਏ ਅਸੀਂ ਸੁੱਖ ਮਿਲੇ ਤਾਂ ਕਿਵੇਂ ਮਿਲੇਗਾ? ਸੁੱਖ ਮਿਲਣਾ ਸੀ ਪ੍ਰੇਮ ਦੇ ਨਾਲ ਰਿਹਾ, ਸਾਡਾ ਜੀਵਨ ਪਾਰਦਰਸ਼ੀ ਹੁੰਦਾ, ਪਾਰਦਰਸ਼ੀ ਸੱਚ ਹੁੰਦਾ, ਇੱਕ ਦੂਜੇ ਨਾਲ ਪਿਆਰ ਹੁੰਦਾ, ਫਿਰ ਸੁੱਖ ਪੈਦਾ ਹੋਣਾ ਸੀ। ਪਰ ਅਸੀਂ ਕਿੰਨੇ ਐਸੇ ਕਰਮ ਕਰਦੇ ਹਾਂ ਜੋ ਆਪਣੀਆਂ ਧੀਆਂ ਤੋਂ, ਪੁੱਤਰਾਂ ਤੋਂ, ਭੈਣਾਂ ਤੋਂ, ਭਰਾਵਾਂ ਤੋਂ, ਪਤੀ ਤੋਂ, ਪਤਨੀ ਤੋਂ, ਸਮਾਜ ਤੋਂ ਛਿਪ ਛਿਪ ਕੇ ਕਰਨੇ ਆ। ਹੁਣ ਜਿੰਨੇ ਛਿਪ ਕੇ ਕਰਮ ਕਰਨੇ ਆ ਉਹ ਸਾਰੇ ਗਲਤ ਨੇ, ਉਹਨਾਂ ਲਈ ਸੁੱਖ ਪੈਦਾ ਹੋ ਨਹੀਂ ਸਕਦਾ। ਐਸੇ ਕਰਮ ਕਰਕੇ ਤੇ ਸੁੱਖ ਕਿਵੇਂ ਪੈਦਾ ਹੋਏਗਾ? ਇਹ ਤੇ ਰੱਬ ਦਾ ਸਿਸਟਮ ਹੈ ਵੀ ਚੰਗੇ ਕੰਮ ਕਰੋਗੇ ਤੇ ਸੁੱਖ ਪੈਦਾ ਹੋਏਗਾ। ਉਹਨਾਂ ਇੱਕ ਬੰਦਾ ਸੀ ਤੇ ਉਹਨੂੰ ਹੋਈ ਢਿੱਡ 'ਚ ਪੀੜ, ਕਹਿਣ ਲੱਗਾ ਹਾਏ ਮੈਂ ਮਰ ਗਿਆ, ਮੇਰੇ ਕਲੇਜੇ 'ਚ ਪੀੜ ਹੁੰਦੀ ਹੈ, ਮੇਰਾ ਸਾਹ ਬਸ ਗਿਆ ਕਿ ਗਿਆ, ਮੇਰੀ ਮੌਤ ਹੋਈ, ਹਾਏ ਮੈਂ ਮਰ ਗਿਆ। ਉਹ ਲੇਟ ਗਿਆ ਸੀ, ਹਾਏ ਮੈਨੂੰ ਢਿੱਡ ਪੀੜ ਹੁੰਦੀ ਹੈ, ਡਾਕਟਰ ਨੂੰ ਫੋਨ ਕਰ। ਤੇ ਘਰ ਵਾਲੀ ਆਂਦੀ ਮੇਰੇ ਫੋਨ ਦੀ ਬੈਟਰੀ ਖਤਮ ਹੋਈ ਹੈ, ਆਪਣੇ ਫੋਨ ਦਾ ਪਾਸਵਰਡ ਦੱਸੋ, ਮੈਂ ਫਟਾਫਟ ਫੋਨ ਕਰਾਂ, ਪਾਸਵਰਡ ਦੱਸੋ। ਨਾਲ ਹੀ ਕਹਿੰਦਾ ਹੁਣ ਥੋੜੀ ਠੀਕ ਹੈ, ਜਵੈਣ ਵਾਲੀ ਚਾਹ ਬਣਾ, ਉਹਦੇ ਨਾਲ ਵੀ ਬੰਦਾ ਠੀਕ ਹੋ ਜਾਂਦਾ। ਠੀਕ ਆ, ਹੁਣ ਕੁਛ ਜਵੈਣ ਵਾਲੀ ਚਾਹ ਬਣਾ, ਪਾਸਵਰਡ ਨਹੀਂ ਦੱਸਣਾ। ਕਿਉਂ? ਇਹ ਹੁਣ ਸਮਝ ਗਿਆ ਨਾ ਪਾਸਵਰਡ ਕਿਉਂ ਨਹੀਂ ਦੱਸਣਾ? ਫੋਨ ਵਿੱਚ ਗੰਦ ਭਰਿਆ ਪਿਆ, ਤੇ ਜੋ ਫੋਨ ਵਿੱਚ ਭਰਿਆ ਪਿਆ
ਉਹ ਜੇ ਘਰ ਵਾਲੀ ਨੇ ਵੇਖ ਲਿਆ ਢਿੱਡ ਪੀੜ ਤੋਂ ਤੇ ਬਚ ਜਾਏਗਾ, ਫਿਰ ਘਰ ਵਾਲੀ ਤੋਂ ਨਹੀਂ ਨਾ ਬਚਣਾ। ਇਸ ਲਈ ਸਿਆਣੇ ਲੋਕ ਕਹਿੰਦੇ ਨੇ ਆਪਣਾ ਦਿਲ ਔਰ ਆਪਣਾ ਫੋਨ ਇੰਨਾ ਸਾਫ਼ ਰੱਖੋ ਕਿ ਜੇ ਕਿਸੇ ਨੂੰ ਵਿਖਾਣਾ ਪਵੇ ਤਾਂ ਸ਼ਰਮਸਾਰ ਨਾ ਹੋਣਾ ਪਵੇ। ਹੁਣ ਜਿਹੜਾ ਬੰਦਾ ਘਰ ਵਾਲੀ ਨੂੰ ਪਾਸਵਰਡ ਨਹੀਂ ਦਿੰਦਾ, ਜਾਂ ਜਿਹਦੀ ਘਰ ਵਾਲੀ ਬੰਦੇ ਨੂੰ ਫੋਨ ਦਾ ਪਾਸਵਰਡ ਨਹੀਂ ਦਿੰਦੀ, ਉਹ ਸੁਖੀ ਕਿਵੇਂ ਹੋ ਸਕਣਗੇ? ਕਿੰਨਾ ਕੁ ਤੁਸੀਂ ਉਹਨਾਂ ਦਾ ਪ੍ਰੇਮ ਸਮਝਦੇ ਹੋ, ਕਿੰਨੇ ਕੁ ਤੁਸੀਂ ਉਹਨਾਂ ਨੂੰ ਇਮਾਨਦਾਰ ਸਮਝਦੇ ਹੋ? ਜਿਹੜਾ ਬੱਚਾ ਆਪਣੇ ਪਿਓ ਨੂੰ ਪਾਸਵਰਡ ਨਹੀਂ ਦੇ ਰਿਹਾ ਤੇ ਪਿਓ ਬੱਚੇ ਨੂੰ ਨਹੀਂ ਦੇ ਰਿਹਾ। ਦੂਜਿਆਂ ਨੂੰ ਤੇ ਨਾ ਦੋ ਕੋਈ ਨਹੀਂ, ਕਿਉਂਕਿ ਅੱਜ ਕੱਲ ਜ਼ਰੂਰੀ ਨੇ ਕੁਛ ਚੀਜ਼ਾਂ। ਪਿਓ ਤੇ ਪੁੱਤਰ ਦੀ ਚੋਰੀ ਨਹੀਂ ਨਾ ਕਰਨ ਲੱਗਾ, ਤੇ ਪੁੱਤਰ ਪਿਓ ਦੀ ਚੋਰੀ ਨਹੀਂ ਕਰਨ ਲੱਗਾ, ਲੇਕਿਨ ਗੜਬੜ ਹੈ ਨਾ ਕਿਤੇ। ਹੁਣ ਇਹੋ ਜਿਹੇ ਕੰਮ ਕਰਕੇ ਜੇ ਬੰਦਾ ਕਵੇ ਕਿ ਪਿਓ ਪੁੱਤਰ ਦਾ ਪਿਆਰ ਬਣਿਆ ਰਹੇ, ਪਤੀ ਪਤਨੀ ਦਾ ਪਿਆਰ ਬਣਿਆ ਰਹੇ, ਰਿਸ਼ਤੇਦਾਰਾਂ 'ਚ ਪਿਆਰ ਬਣਿਆ ਰਹੇ, ਤੇ ਕਿਵੇਂ ਬਣਿਆ ਰਹੇਗਾ? ਕਿਉਂਕਿ ਰੱਬ ਦੇ ਭਾਣੇ ਵਿੱਚ ਨਹੀਂ ਨਾ ਇਹ ਚੀਜ਼ਾਂ, ਇਹ ਸਿਸਟਮ ਦੇ ਵਿੱਚ ਨਹੀਂ ਹੈ। ਸਿਸਟਮ ਤੋਂ ਬਾਹਰ ਚੱਲ ਕੇ ਕਦੇ ਸੁੱਖ ਨਹੀਂ ਮਿਲ ਸਕਦਾ, ਜਿੰਨੇ ਮਰਜ਼ੀ ਯਤਨ ਕਰ ਲਓ। ਔਰ ਲੋਕਾਂ ਨੇ ਯਤਨ ਕਰਕੇ ਵੇਖ ਲੈਣੇ। ਹਾਂ, ਇਸ ਦੁਨੀਆ ਵਿੱਚ ਝਾਤ ਮਾਰੋ, ਸਮਾਜ ਦੇ ਵਿੱਚ ਤੁਹਾਡੇ ਕਿੰਨੇ ਸਾਰੇ ਸੱਜਣ ਮਿੱਤਰ ਰਿਸ਼ਤੇਦਾਰ ਐਸੇ ਹੋਣਗੇ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਬੜਾ ਖੁਸ਼ੀ, ਉਹਨਾਂ ਦੇ ਪਰਿਵਾਰਾਂ ਵਿੱਚ ਬੜੇ ਸੁੱਖ ਨੇ, ਬੜੇ ਪਿਆਰ ਦੇ ਨਾਲ ਉਹ ਰਹਿੰਦੇ ਨੇ, ਆਈਡੀਅਲ ਲੋਕ ਨੇ ਉਹ। ਅੱਜ ਵੀ ਕੁਛ ਐਸੇ ਮੈਂ ਪਰਿਵਾਰਾਂ ਨੂੰ ਜਾਣਦਾ ਜਿਹੜੇ 4-5 ਭਰਾ ਨੇ ਪਰ ਇਕੱਠੇ ਰਹਿ ਰਹੇ ਨੇ, ਬੱਚੇ ਵੀ ਇਕੱਠੇ ਨੇ। ਕਿਉਂ? ਕਿ ਉਹ ਸਿਸਟਮ ਦੇ ਵਿੱਚ ਨੇ, ਉਹ ਰੱਬ ਦੀ ਰਜ਼ਾ ਅਨੁਸਾਰ ਨੇ। ਤੇ ਜਿਹੜਾ ਰੱਬ ਦੀ ਰਜ਼ਾ ਤੋਂ ਬਾਹਰ ਯਤਨ ਕਰੇ ਸੁੱਖ ਲਈ, ਉਹ ਸੁੱਖ ਨਹੀਂ ਪੈਦਾ ਹੋਏਗਾ। ਸੁੱਖ ਭਾਣੇ ਵਿੱਚ ਨੇ। ਭਾਣਾ, ਰਜਾ, ਲੇਖ ਦਾ ਮਤਲਬ ਸਿਸਟਮ, ਜੋ ਲਾ ਆਫ ਨੇਚਰ ਹੈ, ਇਹਦੇ ਅੰਦਰ ਸੁੱਖ ਨੇ, ਰੱਬ ਦੀ ਰਜ਼ਾ ਵਿੱਚ ਸੁੱਖ ਨੇ। ਸੌਖੇ ਸ਼ਬਦਾਂ ਵਿੱਚ ਜੇ ਅਸੀਂ ਸਮਝਣਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜੋ ਸਾਨੂੰ ਵੇ ਆਫ ਲਾਈਫ ਦਿੰਦੀ ਹੈ, ਉਹਦੇ ਵਿੱਚ ਸੁੱਖ ਨੇ। ਤੇ ਜੇ ਅਸੀਂ ਗੁਰੂ ਜੀ ਦੇ ਦਿੱਤੇ ਵੇ ਆਫ ਲਾਈਫ ਨੂੰ ਨਾ ਅਪਣਾਈਏ ਤੇ ਕਵੀਏ ਸਾਨੂੰ ਸੁੱਖ ਮਿਲਣ ਤਾਂ ਨਹੀਂ ਮਿਲਣਗੇ। ਇੱਕ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਪੀਂਦਾ ਰਹੇ ਤੇ ਉਹ ਕਵੇ ਮੇਰਾ ਲੀਵਰ ਨਾ ਖਰਾਬ ਹੋਏ, ਮੇਰੀਆਂ ਕਿਡਨੀਆਂ ਨਾ ਖਰਾਬ ਹੋਣ, ਮੇਰਾ ਪੈਸਾ ਬਰਬਾਦ ਨਾ ਹੋਵੇ, ਮੇਰੇ ਸੰਬੰਧ ਨਾ ਟੁੱਟਣ, ਤਾਂ ਇਹ ਤੇ ਨਹੀਂ ਨਾ ਹੋ ਸਕਦਾ। ਇੱਕ ਵਪਾਰੀ ਬੰਦਾ ਹੈ, ਉਹ ਦੁਕਾਨ ਟਾਈਮ ਨਾਲ ਨਹੀਂ ਖੋਲਦਾ, ਗ੍ਰਾਹਕਾਂ ਦੇ ਨਾਲ ਚੰਗਾ ਨਹੀਂ ਬੋਲਦਾ, ਸਮਾਨ ਉਹਦੀ ਦੁਕਾਨ ਵਿੱਚ ਪੂਰਾ ਨਹੀਂ ਹੁੰਦਾ, ਤੇ ਫਿਰ ਉਹ ਕਵੇ ਕਿ ਮੇਰਾ ਵਪਾਰ ਚੱਲੇ, ਤਾਂ ਨਹੀਂ ਨਾ ਚੱਲੇਗਾ। ਇਸ ਲਈ ਸਿਸਟਮ ਦੇ ਅੰਦਰ, ਹੁਕਮ ਦੇ ਅੰਦਰ, ਜੇ ਰੱਬੀ ਰਜ਼ਾ ਦੇ ਅੰਦਰ ਤੁਰੋਗੇ ਤਾਂ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਬੰਦਾ ਸੁੱਖਾਂ ਦੇ ਯਤਨ ਕਰਦਾ ਹੈ, ਦੁੱਖ ਵਾਸਤੇ ਕੋਈ ਯਤਨ ਨਹੀਂ ਕਰਦਾ। ਫਿਰ ਵੀ ਇਹਦੇ ਜੀਵਨ ਵਿੱਚ ਦੁੱਖ ਆ ਜਾਂਦੇ ਨੇ ਤਾਂ ਬੰਦੇ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਦੁਨੀਆ ਵਿੱਚ ਉਹ ਵਾਪਰਦਾ ਹੈ ਜੋ ਰੱਬ ਨੂੰ ਭਾਉਂਦਾ ਹੈ। ਭਾਵ ਕਿ ਜੋ ਲਾ ਆਫ ਨੇਚਰ ਹੈ ਉਹ ਇਸ ਦੁਨੀਆ ਦੇ ਅੰਦਰ ਲਗਾਤਾਰ ਚੱਲ ਰਿਹਾ ਹੈ, ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਉਹਦੇ ਵਿੱਚ ਰਹਿਣ ਦੇ ਨਾਲ ਹੀ ਸਾਨੂੰ ਸੁੱਖ ਔਰ ਆਰਾਮ ਮਿਲ ਸਕਦੇ ਨੇ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾਮ। ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਹੈ ਤੇ ਇਹ ਚੇਤਾ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਰਾਮ, ਰਾਮ ਦਾ ਮਤਲਬ ਰਮਿਆ ਹੋਇਆ, ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ। ਇਹ ਗੱਲ ਸਮਝਣ ਵਾਲੀ ਹੈ ਕਿ ਜੋ ਰੱਬ ਹੈ ਨਾ, ਗੁਰੂ ਨਾਨਕ ਦੇਵ ਦਾ ਜੋ ਰੱਬ ਹੈ, ਉਹ ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ। ਰੱਬ ਕਿਤੇ ਵੱਖਰੇ ਜਗ੍ਹਾ ਤੇ ਨਹੀਂ ਬੈਠਾ, ਉੱਤੇ ਸੱਚਖੰਡ ਵਿੱਚ ਜਾਂ ਸਵਰਗ ਵਿੱਚ ਜਾਂ ਜੰਨਤ ਵਿੱਚ ਜਾਂ 7ਵੇਂ 8ਵੇਂ ਆਸਮਾਨ ਵਿੱਚ ਜਾਂ ਬੈਕੁੰਠ ਧਾਮ ਵਿੱਚ ਵੱਖਰਾ ਨਹੀਂ ਬੈਠਾ, ਰਮਿਆ ਹੋਇਆ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਇੱਕ ਓੰਕਾਰ ਦਾ ਮਤਲਬ ਹੀ ਇਹ ਹੈ ਕਿ ਸਾਰਾ ਪਸਾਰਾ ਇੱਕ ਦਾ ਹੈ, ਇੱਕ ਹੀ ਪਸਰਿਆ ਹੋਇਆ ਹੈ। ਹੁਣ ਇਹ ਚੀਜ਼ ਨੂੰ ਸਾਹਮਣੇ ਰੱਖ ਕੇ ਅਸੀਂ ਇਸ ਸਲੋਕ ਨੂੰ ਵਿਚਾਰਨਾ ਹੈ। ਜਗਤ ਭਿਖਾਰੀ ਫਿਰਤ ਹੈ, ਕਿ ਜਗਤ ਭਿਖਾਰੀ ਬਣਿਆ ਫਿਰਦਾ, ਮੰਗ ਰਿਹਾ ਹੈ। ਤੇ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਮੰਗਿਆ ਕਦੇ ਕਿਸੇ ਨੂੰ ਮਾਨ ਨਹੀਂ ਮਿਲਦਾ। ਲੋਕ ਧਿਕਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਦੇਖੋ, ਤੁਹਾਡੇ ਘਰ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਆਉਣਾ ਹੋਵੇ ਤਾਂ ਤੁਸੀਂ ਚਾਦਰਾਂ ਵਿਛਾਉਂਦੇ ਹੋ, ਘਰ ਸਾਫ਼ ਕਰਦੇ ਹੋ, ਵਿਆਹ ਸ਼ਾਦੀ ਵਿੱਚ ਟੈਂਟ ਲਗਾਉਂਦੇ ਹੋ, ਕਿੰਨਾ ਸਾਰਾ ਖਰਚ ਬੰਦਾ ਕਰਦਾ ਹੈ ਨਾ, ਕਿਉਂਕਿ ਸਾਡੇ ਆਪਣਿਆਂ ਨੇ ਆਉਣਾ। ਕਦੇ ਕਿਸੇ ਨੇ ਟੈਂਟ ਲਗਾਇਆ ਕਿ ਅੱਜ ਸਾਡੇ ਘਰ ਭਿਖਾਰੀ ਨੇ ਭੀਖ ਮੰਗਣ ਵਾਸਤੇ ਆਉਣਾ?
ਤਾਂ ਅਸੀਂ ਆਪਣੇ ਘਰ ਨੂੰ ਕਲੀ ਕਰਾ ਰਹੇ ਹਾਂ, ਟੈਂਟ ਲਗਾ ਰਹੇ ਹਾਂ, ਬੈਂਡ ਬਾਜੇ ਵਜਾ ਰਹੇ ਹਾਂ ਕਿ ਅੱਜ ਸਾਡੇ ਘਰ ਭਿਖਾਰੀ ਨੇ ਭੀਖ ਮੰਗਣ ਆਉਣਾ ਹੈ। ਲੋਕ ਕਹਿਣਗੇ ਬੇਵਕੂਫ, ਭਿਖਾਰੀ ਵਾਸਤੇ ਕੌਣ ਐਵੇਂ ਕਰਦਾ? ਭਿਖਾਰੀ ਤੇ ਕਿਸੇ ਘਰ ਦੇ ਅੰਦਰ ਜਾ ਕੇ ਮੰਗੇ ਤੇ ਲੋਕ ਲਾਹਨਤਾਂ ਪਾਉਂਦੇ ਨੇ, ਝੋਟੇ ਵਰਗਾ ਕਮਾ ਕੇ ਖਾਇਆ ਕਰ, ਤੇਰੇ ਟੁੱਟੇ ਨੇ। ਭੀਖ ਮੰਗਦਿਆਂ ਕਦੇ ਕਿਸੇ ਨੂੰ ਸਤਿਕਾਰ ਨਹੀਂ ਮਿਲਿਆ। ਤੇ ਗੁਰੂ ਜੀ ਕਹਿੰਦੇ ਨੇ ਲੋਕ ਮੰਗਦੇ ਫਿਰਦੇ ਨੇ ਮੜੀਆਂ ਤੋਂ, ਬਾਬਿਆਂ ਤੋਂ। ਲੋਕ ਬਾਬਿਆਂ ਨੂੰ ਜਾ ਕੇ ਕਹਿੰਦੇ ਨੇ ਬਾਬਾ ਜੀ ਮੇਰਾ ਵਿਆਹ ਨਹੀਂ ਹੋਇਆ, ਸਾਡੇ ਮੁੰਡੇ ਦਾ ਵਿਆਹ ਨਹੀਂ ਹੁੰਦਾ। ਤੇ ਅਗਲਾ ਕਹਿੰਦਾ ਬਾਬੇ ਦਾ ਤੇ ਆਪਣਾ ਨਹੀਂ ਹੋਇਆ, ਤੁਹਾਡੇ ਮੁੰਡੇ ਦਾ ਕੀ ਕਰੇ। ਇੱਕ ਬੰਦਾ ਗਿਆ ਬਾਬੇ ਕੋਲ, ਕਹਿਣ ਲੱਗਾ ਬਾਬਾ ਜੀ ਮੇਰੀ ਜਨਾਨੀ ਨਹੀਂ ਗੱਲ ਮੰਨਦੀ, ਰਹਿਮਤ ਕਰੋ, ਵਹੁਟੀ ਮੰਨਦੀ ਨਹੀਂ, ਬੜਾ ਦੁਖੀ ਕਰਦੀ ਹੈ। ਤੂੰ ਕਹਿੰਦਾ ਭਰਾਵਾ ਚੋਲਾ ਲੈ ਪਾ ਲੈ, ਮੈਂ ਵੀ ਜਨਾਨੀ ਦਾ ਦੁਖੀ ਹੋਇਆ ਹੀ ਛੱਡ ਕੇ ਆਇਆ। ਉਹ ਆਪ ਦੁਖੀ ਹੋ ਕੇ ਛੱਡ ਗਏ। ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਗੁਰੂ ਜੀ ਕਹਿੰਦੇ ਨੇ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਹੈ। ਜਿੰਨੇ ਤੁਹਾਡੇ ਤਿਆਗੀ ਬਾਬੇ ਨੇ ਇਹ ਆਪਦਾ ਦੇ ਮਾਰੇ ਹੋਏ ਘਰੋਂ ਭੱਜੇ ਭਗੌੜੇ ਨੇ, ਸਮਾਜ ਦਾ ਫਰਜ਼ ਨਹੀਂ ਪੂਰਾ ਕੀਤਾ, ਭਗੌੜੇ ਨੇ। ਤੇ ਕਬੀਰ ਜੀ ਨੇ ਬੜਾ ਬਚਨ ਕੀਤਾ ਹੈ ਚੰਗਾ, ਕਹਿਣ ਲੱਗੇ ਚਾਲੇ ਤੇ ਹਰ ਮਿਲਨ ਕੋ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸ਼ੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਵਿੱਚੇ ਅਟਕਿਓ ਚੀਤ। ਤੁਰੇ ਸਨ ਰੱਬ ਨੂੰ ਮਿਲਣ ਵਾਸਤੇ, ਪਰ ਵਿੱਚੇ ਹੀ ਚਿੱਤ ਅਟਕਾ ਬੈਠੇ, ਸਿੱਖ ਸਖਾ ਬਣਾ ਲਏ, ਡੇਰੇ ਬਣਾ ਲਏ, ਚੇਲੇ ਬਣਾ ਲਏ, ਵਿੱਚ ਹੀ ਫਸ ਕੇ ਬਹਿ ਗਏ। ਤਿਆਗ ਕੀ ਕੀਤਾ? ਘਰ ਦੇ 2 ਕਮਰੇ ਛੱਡੇ ਤੇ ਹੁਣ 500 ਕਮਰਿਆਂ ਦਾ ਡੇਰਾ ਬਣਾਈ ਬੈਠਾ। ਘਰ ਮਾਂ ਦੀ ਸੇਵਾ ਨਹੀਂ ਕੀਤੀ, ਮਾਂ ਪਿਓ ਮਰ ਗਏ, ਸਿਆਲ ਦੇ ਵਿੱਚ ਰਜਾਈ ਖੁਣੋ, ਤੇ ਬਾਬਾ ਜੀ ਹੁਣ ਡੇਰਾ ਬਣਾਈ ਬੈਠੇ ਨੇ, ਬਿਰਧ ਆਸ਼ਰਮ ਬਾਪੂਆਂ ਨੂੰ ਸੰਭਾਲਣਗੇ। ਤਾਂ ਭਿਖਾਰੀ ਨੇ, ਭਿਖਾਰੀ ਨੇ, ਲੋਕ ਮੰਗਦੇ ਫਿਰਦੇ ਨੇ, ਕੋਈ ਬਾਬਿਆਂ ਕੋਲੋਂ, ਕਬਰਾਂ ਕੋਲੋਂ। ਪੀਰ ਦਾਦੂ ਸ਼ਾਹ ਲਗਾ ਜਾ ਰਿਹਾ ਸੀ ਤੇ ਇੱਕ ਬੰਦਾ ਕਬਰ ਅੱਗੇ ਹੱਥ ਜੋੜ ਕੇ ਤੇ ਅਰਦਾਸ ਕਰਦਾ ਸੀ ਪਿਆ ਕਿ ਹੇ ਪੀਰ ਬਾਬਾ ਰਹਿਮਤ ਕਰ, ਮੈਨੂੰ ਲੰਬੀ ਉਮਰ ਦੇ, ਨਾਲੇ ਮੈਨੂੰ ਪੁੱਤਰ ਦੀ ਦਾਤ, ਮੈਨੂੰ ਲੰਮੀ ਉਮਰ ਦੇ ਨਾਲੇ ਪੁੱਤਰ ਦੀ ਦਾਤ। ਤੇ ਦਾਦੂ ਸੀ, ਕਵੀ ਵੀ ਸੀ ਨਾਲੇ। ਇਹਨੇ ਇੱਕ ਦੋਹਾ ਉਚਾਰਿਆ, ਕਹਿਣ ਲੱਗਾ ਦਾਦੂ ਦੁਨੀਆ ਬਾਵਰੀ, ਮੜੀਆਂ ਪੂਜਣ ਊਤ, ਉਹ ਮਾਰੇ ਮਰ ਗਏ ਮੌਤ ਦੇ, ਉਥੋਂ ਮੰਗਦੇ ਪੂਤ। ਵੀ ਜੇ ਪੀਰ ਤੈਨੂੰ ਦੇਣ ਜੋਗਾ ਹੁੰਦਾ ਤੇ ਇਹ ਆਪ ਕਿਉਂ ਮਰਦਾ, ਆਪ ਤੇ ਮਰਿਆ ਪਿਆ, ਤੈਨੂੰ ਕਿਵੇਂ ਜ਼ਿੰਦਗੀ ਬਖਸ਼ੇ। ਤਾਂ ਗੁਰੂ ਜੀ ਕਹਿੰਦੇ ਨੇ ਜਗਤ ਭਿਖਾਰੀ ਬਣਿਆ ਫਿਰਦਾ, ਸਭ ਕੋ ਦਾਤਾ ਰਾਮ। ਜਦੋਂ ਕਿ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਰੱਬ ਤੇ ਜਰਰੇ ਜਰਰੇ ਅੰਦਰ ਸਮਾਇਆ ਹੋਇਆ, ਉਹਨੇ ਤੇ ਇੰਨੀਆਂ ਦਾਤਾਂ ਇੱਕੋ ਵਾਰੀ ਦੇ ਦਿੱਤੀਆਂ ਨੇ ਜਿਹਦਾ ਕੋਈ ਅੰਤ ਹੀ ਨਹੀਂ। ਜੋ ਕੁਛ ਪਾਇਆ ਸੋ ਏਕਾ ਵਾਰ। ਉਹਨੇ ਧਰਤੀ, ਸੂਰਜ, ਚੰਦਰਮਾ, ਖੰਡ, ਮੰਡਲ, ਬ੍ਰਹਿਮੰਡ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ ਪੈਦਾ ਕੀਤੀਆਂ ਨੇ। ਅਨੇਕਾਂ ਕਿਸਮ ਦਾ ਅਨਾਜ, ਅਨੇਕਾਂ ਕਿਸਮ ਦੇ ਫਲ ਫੁੱਲ, ਨਦੀਆਂ, ਦਰਿਆ, ਝੀਲਾਂ ਆਦਿ ਪੈਦਾ ਕੀਤੀਆਂ ਨੇ। ਇੱਥੇ ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਸੋਨਾ ਚਾਂਦੀ ਅਬਕ ਦੀਆਂ ਇੱਥੇ ਖਾਨਾਂ ਨੇ। ਕਿਸੇ ਚੀਜ਼ ਦੀ ਕਮੀ ਨਹੀਂ। ਕਿਹੜੀ ਚੀਜ਼ ਹੈ ਜਿਹੜੀ ਰੱਬ ਨੇ ਨਹੀਂ। ਤੇ ਫਿਰ ਕਹਿੰਦੇ ਨੇ ਸਭ ਕੋ ਦਾਤਾ ਰਾਮ, ਉਹ ਦਾਤਾਂ ਦੇਣ ਵਾਲਾ ਦਾਤਾ ਤੇਰੇ ਅੰਦਰ ਬੈਠਾ ਹੋਇਆ ਹੈ। ਸਰਵ ਸ਼ਕਤੀਮਾਨ ਰੱਬ ਤੇਰੇ ਅੰਦਰ ਹੈ, ਉਹਦੇ ਨਾਲ ਜੁੜ, ਤੂੰ ਉਸੇ ਦਾ ਰੂਪ ਹੈ। ਕਹੋ ਨਾਨਕ ਸੁਣ ਰੇ ਮਨਾ। ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣ, ਤੂੰ ਉਸ ਦਾਤੇ ਦਾ ਰੂਪ ਹੈ। ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਉਸ ਦਾਤਾਰ ਨੂੰ ਸਿਮਰ ਦਾ ਮਤਲਬ ਯਾਦ ਰੱਖ, ਫਿਰ ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ। ਰੱਬ ਨੂੰ ਯਾਦ ਰੱਖ, ਆਪਣੀ ਯਾਦ ਦੇ ਅੰਦਰ ਵਸਾ। ਰੱਬ ਨੂੰ ਯਾਦ ਰੱਖਣ ਦਾ ਮਤਲਬ ਉਹਦੇ ਗੁਣਾਂ ਨੂੰ ਯਾਦ ਰੱਖ, ਸੱਚ ਨੂੰ ਯਾਦ ਰੱਖ, ਦਇਆ ਨੂੰ ਯਾਦ ਰੱਖ, ਨਿਰਭੈਤਾ ਨੂੰ, ਨਿਰਵੈਰਤਾ ਨੂੰ, ਕਰਤਾਰ ਦੇ ਗੁਣ ਨੂੰ ਯਾਦ ਰੱਖ, ਪਿਆਰ ਦੇ ਗੁਣ ਨੂੰ ਯਾਦ ਰੱਖ। ਇਹਨਾਂ ਨੂੰ ਯਾਦ ਦੇ ਅੰਦਰ ਵਸਾ, ਤੇਰੇ ਸਾਰੇ ਕੰਮ ਪੂਰੇ ਹੋ ਜਾਣ। ਜਦੋਂ ਤੈਨੂੰ ਸਮਝ ਆਏਗੀ ਨਾ ਕਿ ਰੱਬ ਕਰਤਾ ਹੈ, ਫਿਰ ਤੂੰ ਕਿਰਤ ਕਰੇਗਾ ਤੇ ਕਿਰਤ ਕਰਕੇ ਆਪਣੇ ਕੰਮ ਪੂਰੇ ਕਰੇਗਾ। ਫਿਰ ਤੈਨੂੰ ਸਮਝ ਆ ਜਾਏਗੀ ਕਿ ਸਰਬ ਸ਼ਕਤੀਮਾਨ ਪ੍ਰਭੂ ਮੇਰੇ ਅੰਦਰ ਵਸ ਰਿਹਾ ਹੈ, ਮੈਂ ਉਹਦਾ ਰੂਪ ਹਾਂ। ਇਹਦਾ ਮਤਲਬ ਮੈਂ ਸਭ ਕੁਝ ਕਰ ਸਕਦਾ ਹਾਂ। ਜੋ ਚਾਹੇਗਾ ਪਾ ਲਵੇਂਗਾ, ਜੋ ਚਾਹੇਗਾ ਪਾ ਲਵੇਂਗਾ। 2 ਗੁਣ ਯਾਦ ਰੱਖੋ, ਜੋ ਚਾਹੋਗੇ ਪਾ ਲਓਗੇ, ਇੱਕ ਸਮਾਂ ਔਰ ਇੱਕ ਕੰਮ। ਆਪਣੇ ਸਮੇਂ ਨੂੰ ਸੰਭਾਲੋ, ਜਿਹੜਾ ਇੱਕ ਵਾਰ ਸਮਾਂ ਨਿਕਲ ਗਿਆ ਉਹਨੇ ਵਾਪਸ ਨਹੀਂ ਆਉਣਾ। ਔਰ ਸਮੇਂ ਦੇ ਉੱਤੇ ਕੰਮ ਕਰੋ। ਜੋ ਲੋਕ ਟਾਈਮ ਦੇ ਪਾਬੰਦ ਨਹੀਂ ਹੁੰਦੇ ਉਹ ਕਿਤੇ ਕਾਮਯਾਬ ਨਹੀਂ ਹੁੰਦੇ।
ਜੋ ਲੋਕ ਕੰਮ ਨਹੀਂ ਕਰਦੇ ਉਹਨਾਂ ਨੂੰ ਕੁਛ ਨਹੀਂ ਮਿਲਦਾ। ਇਸ ਦੁਨੀਆ ਵਿੱਚ ਕੰਮ ਕਰਨ ਤੋਂ ਬਿਨਾਂ ਕਿਸੇ ਨੂੰ ਕੁਛ ਨਹੀਂ ਮਿਲਦਾ। ਇਸ ਲਈ ਸਮਾਂ ਔਰ ਕਰਮ ਦੋ ਐਸੇ ਗੁਣ ਨੇ ਜਿਨ੍ਹਾਂ ਰਾਹੀਂ ਜੋ ਵੀ ਚਾਹੋ ਉਹ ਪਾ ਸਕਦੇ ਹੋ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ, ਇਸ ਦੁਨੀਆ ਦੇ ਅੰਦਰ ਦਾਤਾ ਸਿਰਫ ਇੱਕੋ ਹੀ ਹੈ। ਦਾਤਾ ਏਕ ਹੈ, ਦੂਜਾ ਦਾਤਾ ਨਾ ਹੈ। ਦੂਜਾ ਕੋਈ ਨਹੀਂ ਹੈ ਦਾਤਾ, ਇੱਕੋ ਹੀ ਹੈ ਦਾਤਾ, ਰੱਬ। ਰੱਬ ਤੋਂ ਮੰਗੋ। मानुख की टेक बिरथी सब जान, देवन को एक है भगवान, जिसके दिए रहे अघाए, बहुर न तृष्णा लागे आए। ਉਹਨੂੰ ਯਾਦ ਰੱਖ ਕਿ ਉਹ ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ। ਉਹਦੇ ਗੁਣਾਂ ਨੂੰ ਆਪਣੀ ਸੁਰਤ ਦੇ ਅੰਦਰ ਵਸਾ, ਫਿਰ ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ, ਰਾਸ ਹੋ ਜਾਣਗੇ। ਫਿਰ ਤੇਰੇ ਸਾਰੇ ਕੰਮਾਂ ਦੇ ਵਿੱਚੋਂ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਪੈਦਾ ਹੋਏਗੀ। ਫਿਰ ਤੂੰ ਝੁੱਗੀ ਦੇ ਅੰਦਰ ਬੈਠਾ ਵੀ ਖੁਸ਼ ਹੋਏਗਾ, ਮਹਿਲ ਦੇ ਅੰਦਰ ਵੀ ਬੈਠਾ ਖੁਸ਼ ਹੋਏਗਾ। ਫਿਰ ਸਮਾਜ ਵਿੱਚ ਵਿਚਰਦਿਆਂ ਵੀ ਆਨੰਦ ਹੈ, ਫਿਰ ਘਰ ਵਿੱਚ ਰਹਿੰਦਿਆਂ ਵੀ ਆਨੰਦ ਹੈ। ਫਿਰ ਤਾਂ ਊਠਤ ਸੁਖੀਆ ਬੈਠਤ ਸੁਖੀਆ, ਪਉ ਨਹੀਂ ਲਾਗੈ ਜਾਂ ਐਸੇ ਬੁਝੀਆ। ਫਿਰ ਤਾਂ ਸਮਝ ਆ ਜਾਏਗੀ, ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਤਾਂ ਇਸ ਵੇਲੇ 4:20 ਹੋ ਗਏ ਨੇ। ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਜੋ ਅਸੀਂ ਅੱਜ ਵਿਚਾਰਿਆ ਹੈ, ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਆਪ ਬੜੇ ਪਿਆਰ ਦੇ ਨਾਲ ਸਵਾਲ ਕਰ ਸਕਦੇ ਹੋ। ਔਰ ਤੁਹਾਨੂੰ ਅੱਜ ਵਾਲੀ ਇਹ ਵਿਚਾਰ ਕਿਵੇਂ ਲੱਗੀ, ਆਪਣੇ ਆਪਣੇ ਵਿਊਜ਼ ਵੀ ਤੁਸੀਂ ਸਾਰੇ ਵੀਰ ਭੈਣਾਂ ਦੇ ਸਕਦੇ ਹੋ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ। ਤੇ ਅੱਜ ਦੀ ਜਿਹੜੀ ਆਪਨੇ ਵਿਆਖਿਆ ਕੀਤੀ ਹੈ, ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਹੈ ਜੀ। ਮੇਰਾ ਸ਼ੋਰ ਹੈ ਕਿ ਜਿੰਨੇ ਵੀ ਸਾਡੇ ਸਰੋਤੇ ਆ, ਦੇਖਣ ਵਾਲੇ ਆ, ਉਹਨਾਂ ਨੇ ਬਹੁਤ ਆਨੰਦ ਵੀ ਮਾਣਿਆ ਹੋਊਗਾ। ਤਾਂ ਔਰ ਮੈਂ ਚਾਹੁੰਦਾ ਹਾਂ ਕਿ ਹਰ ਕੋਈ ਆਪਣੀ ਆਪਣੀ ਵਿਊਜ਼ ਵੀ ਦਿਓ, ਜਿੱਦਾਂ ਗਿਆਨੀ ਹੋਣਾ ਨੇ ਕਿਹਾ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ, ਉਹਨਾਂ ਨੂੰ ਵੀ ਫੀਡਬੈਕ ਮਿਲਣੀ ਚਾਹੀਦੀ ਹੈ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਅਨਮਿਊਟ ਹੋ ਕੇ ਜ਼ਰੂਰ ਆਓ ਔਰ ਆਪਣੇ ਆਪਣੇ ਜਿਹੜੇ ਖਿਆਲ ਆ ਉਹ ਜ਼ਰੂਰ ਸਾਂਝੇ ਕਰੋ। ਸੋ ਬਹੁਤ ਬਹੁਤ ਧੰਨਵਾਦ। ਅਨਮਿਊਟ ਤਾਂ ਅਜੇ ਤੱਕ ਹੋਇਆ ਨਹੀਂ, ਪਰ ਮੈਂ ਹੀ ਕਹਿ ਦਿੰਦਾ। ਹਾਂਜੀ, ਇੱਕ ਨਾ ਹਾਂਜੀ, ਸਾਰੇ ਆਪਣੇ ਵਿਊਜ਼ ਦੇਣ ਉਸ ਤੋਂ ਪਹਿਲਾਂ ਮੈਂ ਤੁਹਾਡੀ ਇੱਕ ਸ਼ਖਸੀਅਤ ਦੇ ਨਾਲ ਜਾਣ ਪਛਾਣ ਕਰਾਉਣੀ ਚਾਹਾਂਗਾ। ਇਹ ਗੁੜੀਆ ਬੈਠੀ ਦੇਖ ਰਹੇ ਹੋ ਤੁਸੀਂ, ਥੋੜਾ ਹੱਸ ਰਹੀ ਹੈ ਛਾਲ ਜਿਹਾ ਲੈ ਕੇ। ਜਗਨੀਤ। ਹਾਂਜੀ, ਇਹ ਜਗਨੀਤ ਤੇ ਮੇਰੀ ਪੋਤਰੀ ਹੈ ਤੇ ਇਹ ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾਏਗੀ ਤੇ ਇਹਦੀ ਫਤਿਹ ਪ੍ਰਵਾਨ ਕਰਨੀ। ਬਹੁਤ ਪਿਆਰੀ ਬੱਚੀ, ਇਹਦਾ ਆਪਣਾ YouTube ਚੈਨਲ ਵੀ ਹੈ ਤੇ ਬੜੀ ਪਿਆਰੀ ਬੱਚੀ। ਹਾਂ ਬੇਟਾ ਜਗਨੀਤ, ਤੁਸੀਂ ਸਾਰਿਆਂ ਨੂੰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜਗਨੀਤ ਕੌਰ, ਤੁਸੀਂ ਆਪਣੇ ਵਿਊਜ਼ ਦਿਓ, ਤੁਹਾਨੂੰ ਇਹ ਕਿਵੇਂ ਲੱਗਾ ਅੱਜ ਦਾ ਸਾਰਾ ਪ੍ਰੋਗਰਾਮ? ਮੈਨੂੰ ਬਹੁਤ ਅੱਛਾ ਲੱਗਾ ਸੀ। ਅੱਛਾ, ਤੇ ਸਾਰੇ ਸੰਗਤਾਂ ਇੰਗਲੈਂਡ ਦੀਆਂ ਤੁਹਾਨੂੰ ਮਿਲ ਕੇ ਸਾਰੇ ਖੁਸ਼ ਨੇ? ਥੈਂਕ ਯੂ ਸੋ ਮਚ। ਥੈਂਕ ਯੂ। ਹਾਂਜੀ, ਬਹੁਤ ਵਧੀਆ, ਬਹੁਤ ਵਧੀਆ ਜੀ। ਤੇ ਕੱਲ ਵੀ ਮੈਂ ਇਹਨਾਂ ਨੂੰ ਦੇਖਿਆ ਸੀਗਾ ਤੇ ਕੱਲ ਵੀ ਇਹ ਆਏ ਸੀਗੇ ਤੇ ਬਹੁਤ ਪਿਆਰੀ ਬੱਚੀ ਹੈ ਜੀ। ਤੇ ਹੁਣ ਸਭ ਤੋਂ ਪਹਿਲਾਂ ਮੈਂ ਦੇਖ ਰਿਹਾ ਜੀ ਸਤਨਾਮ ਸਿੰਘ ਨਾਗਰਾ ਰੈਡੀ ਹੈ ਪੁੱਛਣ ਵਾਸਤੇ ਕੁਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਸਾਰੇ ਸ਼ਲੋਕਾਂ ਦਾ ਅਰਥ ਕੀਤੇ ਆ। ਤੇ ਮੇਰਾ ਇੱਕ ਛੋਟਾ ਜਿਹਾ ਹੀ ਆ, ਜਿੱਦਾਂ ਝੂਠੇ ਨਸ਼ੇ, ਮੋਹ ਮਾਇਆ, ਹੰਕਾਰ, ਲੋਭ, ਸਤਾ, ਇਹ ਸਾਰੇ ਨਸ਼ੇ ਆ। ਇਹ ਗੁਰਬਾਣੀ ਪੜ੍ਹ ਕੇ ਆਪਾਂ ਇਹਨਾਂ ਨੂੰ, ਨਸ਼ਿਆਂ ਨੂੰ ਸਾਰਿਆਂ ਨੂੰ ਤਿਆਗ ਸਕਦੇ ਹਾਂ, ਨਿਮਰਤਾ ਚ ਆ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਪੁਰਾਣੀ ਕੋਈ ਭੰਗ ਜਾਂ ਹੋਰ ਸ਼ਰਾਬ ਜਾਂ ਆਦਿ ਜਾਂ ਹੋਰ ਆਦਿ ਸ਼ਰਾਬ ਨਸ਼ੇ ਕਰਦਾ ਹੈ, ਕੋਈ ਗੁਰਬਾਣੀ ਤਿਆਗ ਨਸ਼ੇ ਛੱਡ ਸਕਦਾ ਹੈ, ਤਿਆਗ ਸਕਦਾ ਹੈ। ਤੇ ਦੂਜਾ ਇਹ ਹੈ ਕਿ ਇਹ ਨਸ਼ੇ ਕਰਨ ਵਾਲਾ ਵਿਅਕਤੀ ਮਹਾਰਾਜ ਦੀ ਤਾਬਿਆ ਚ ਬੈਠ ਕੇ ਪਾਠ ਕਰ ਸਕਦਾ ਹੈ ਜਾਂ ਗੁਰਬਾਣੀ ਪੜ੍ਹ ਸਕਦਾ ਹੈ। ਇਹ ਹੈ ਜੀ ਮਾੜਾ ਜਿਹਾ ਸਵਾਲ ਤੁਸੀਂ ਥੋੜਾ ਜਿਹਾ। ਹਾਂਜੀ, ਜੇ ਦੇਖੋ ਸ਼ਰਾਬ ਵਗੈਰਾ ਜਿਹੜਾ ਅਸੀਂ ਨਸ਼ਾ ਹੈ ਨਾ, ਇਹ ਕਰਕੇ ਤੇ ਗੁਰਬਾਣੀ ਦਾ ਪਾਠ ਨਹੀਂ ਕਰਨਾ ਚਾਹੀਦਾ ਗੁਰਦੁਆਰੇ ਸਾਹਿਬ ਦੇ ਅੰਦਰ ਜਾਂ ਕਿਤੇ ਵੀ, ਕਿਉਂਕਿ ਗੁਰਬਾਣੀ ਨਸ਼ਿਆਂ ਦਾ ਸਾਨੂੰ ਤਿਆਗ ਕਰਨ ਦੀ ਪ੍ਰੇਰਨਾ ਦਿੰਦੀ ਹੈ। ਤੇ ਦੂਜੀ ਗੱਲ ਕਿ ਜਿਹੜੇ ਲੋਕ ਨਸ਼ੇ ਕਰਦੇ ਨੇ, ਜੇ ਉਹ ਦੋ ਸਟੇਜਾਂ ਹੁੰਦੀਆਂ ਨੇ ਨਸ਼ਿਆਂ ਦੀਆਂ। ਇੱਕ ਤਾਂ ਹੁੰਦਾ ਵੀ ਜਿਵੇਂ ਪੈਗ 2 ਪੈਗ ਲਾ ਲਏ, ਥੋੜੀ ਫੇਮ ਖਾ ਲਈ, ਥੋੜਾ, ਉਹ ਤਾਂ ਜਲਦੀ ਛੱਡ ਸਕਦੇ ਨੇ, ਉਹਨਾਂ ਵਾਸਤੇ ਕੋਈ ਪ੍ਰੋਬਲਮ ਨਹੀਂ ਹੁੰਦੀ। ਉਹ ਥੋੜਾ ਜਿਹਾ ਆਪਣਾ ਵਿਲ ਪਾਵਰ ਪੈਦਾ ਕਰਨ ਤਾਂ ਛੱਡ ਸਕਦੇ ਨੇ।
ਲੇਕਿਨ ਇੱਕ ਸਟੇਜ ਐਸੀ ਹੁੰਦੀ ਹੈ ਜਿੱਥੇ ਜਾ ਕੇ ਬੰਦੇ ਨੂੰ ਅਸੀਂ ਅਮਲੀ ਕਹਿਣਾ ਸ਼ੁਰੂ ਕਰ ਦਿੰਦੇ ਆ। ਉੱਥੇ ਜਾ ਕੇ ਨਾ ਨਸ਼ੇ ਮਾਨਸਿਕ ਰੋਗ ਦਾ ਕਾਰਨ ਬਣ ਜਾਂਦੇ ਨੇ। ਤੇ ਜੇ ਨਸ਼ਾ ਕਿਸੇ ਦਾ ਮਾਨਸਿਕ ਰੋਗ ਬਣ ਚੁੱਕਾ ਨਾ, ਉਹਦੇ ਵਾਸਤੇ ਉਹਨੂੰ ਫਿਰ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ, ਜਿਹੜੇ ਆ ਦਿਮਾਗ ਵਾਲੇ ਡਾਕਟਰ ਨੇ ਖਾਸ ਕਰਕੇ, ਕਿਉਂਕਿ ਉਹ ਇੱਕ ਮਾਨਸਿਕ ਰੋਗ ਬਣ ਗਿਆ ਹੁੰਦਾ ਹੈ। ਤੇ ਫਿਰ ਜਦੋਂ ਡਾਕਟਰ ਦੀ ਸਹਾਇਤਾ ਲੈਣਗੇ, ਉਹਨਾਂ ਨੂੰ ਉਹ ਦਵਾਈ ਦੇਣਗੇ ਜਿਸ ਦੇ ਨਾਲ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਵੀ ਨਹੀਂ ਹੋਵੇਗੀ। ਨਾਲ ਉਹ ਕਾਉਂਸਲਿੰਗ ਵੀ ਕਰਦੇ ਨੇ, ਜਿਸ ਦੇ ਨਾਲ ਉਹਦੇ ਅੰਦਰ ਥੋੜੀ ਵਿਲ ਪਾਵਰ ਵੀ ਪੈਦਾ ਹੋਏਗੀ। ਜੇ ਕੋਈ ਬਹੁਤ ਜ਼ਿਆਦਾ ਨਸ਼ੇ ਦਾ ਕੋਈ ਆਦੀ ਹੋ ਗਿਆ ਤਾਂ ਉਹਦੇ ਵਾਸਤੇ ਡਾਕਟਰ ਦੀ ਸਹਾਇਤਾ ਦੀ ਜ਼ਰੂਰਤ ਹੈ, ਔਰ ਉਹਨਾਂ ਨੂੰ ਡਾਕਟਰ ਦੀ ਸਹਾਇਤਾ ਦੀ ਲੋੜ ਸਹਿਯੋਗ ਲੈ ਲੈਣੀ ਚਾਹੀਦੀ ਹੈ ਬਿਨਾਂ ਸੰਕੋਚ। ਧੰਨਵਾਦ ਜੀ ਗਿਆਨੀ ਜੀ, ਥੈਂਕ ਯੂ। ਮਿਹਰਬਾਨੀ ਜੀ, ਮਿਹਰਬਾਨੀ। ਹੁਣ ਕਾਫੀ ਮੈਂ ਦੇਖ ਰਿਹਾ ਜੀ ਵੀ ਸਕਰੀਨ ਤੇ ਅਨਮਿਊਟ ਹੋਏ ਹੋ। ਦਵਿੰਦਰ ਸਿੰਘ ਤੁਸੀਂ ਵੀ ਅਨਮਿਊਟ ਹੋ ਮੇਰੀ ਸਕਰੀਨ ਤੇ, ਅਗਲੇ ਆ ਤੁਸੀਂ, ਆਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਬਹੁਤ ਤੁਹਾਡਾ ਤਰੀਕਾ ਦੱਸਣ ਦਾ, ਸੁਣਨ ਦਾ, ਕਹਿਣ ਦਾ ਐਕਸਲੈਂਟ, ਆਈ ਐਪਰੀਸ਼ੀਏਟ, ਥੈਂਕ ਯੂ। ਧੰਨਵਾਦ ਜੀ। ਹਾਂਜੀ, ਸਤਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਗਿਆਨੀ ਸਾਹਿਬ, ਬਹੁਤ ਵਧੀਆ। ਅੱਛਾ, ਮੈਨੂੰ ਖਾਲੀ ਇੱਕ ਛੋਟਾ ਜਿਹਾ ਪੁੱਛਣਾ ਸੀਗਾ, ਜਿਸ ਤਰ੍ਹਾਂ ਅਸੀਂ ਲੇਖਾ ਕਹਿੰਦੇ ਆ ਜਾਂ ਭਾਣਾ ਕਹਿੰਦੇ ਆ, ਤੇ ਇਹ ਸ਼ਬਦ ਜਿਹੜਾ ਹੈ ਰੁੱਤੀ ਰੁੱਤ ਹੋਏ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਨਾ, ਇਹਨੂੰ ਥੋੜਾ ਜਿਹਾ ਦੱਸੋਗੇ ਭਾਈ ਸਾਹਿਬ ਜੀ, ਕਿਆ ਇਹਦੇ ਨਾਲ ਰਿਲੇਵੈਂਟ ਹੈਗਾ ਇਹ? ਰੁੱਤੀ ਹੁਣ ਰੁੱਤ ਹੋਏ ਦਾ ਮਤਲਬ ਹੈਗਾ ਕਿ ਜਦੋਂ ਰੁੱਤ ਹੋਏਗੀ ਨਾ ਤੇ ਉਦੋਂ ਹੀ ਬੀਜ ਉਗੇਗਾ। ਜੇ ਤੁਸੀਂ ਰੁੱਤ ਤੋਂ ਬਾਹਰ ਬੀਜੋਗੇ ਤਾਂ ਨਹੀਂ ਉਗੇਗਾ ਨਾ, ਬਿਨਾਂ ਮੌਸਮ ਤੋਂ ਬੀਜੋਗੇ ਤੇ ਨਹੀਂ ਉਗੇਗਾ। ਤਾਂ ਇਹ ਸਿਸਟਮ ਦੇ ਵਿੱਚ ਇੱਕ ਸਿਸਟਮ ਹੈ ਕਿ ਤੁਸੀਂ ਕਣਕ ਦਾ ਸੀਜ਼ਨ ਹੈਗਾ ਜਾਂ ਝੋਨੇ ਦਾ ਸੀਜ਼ਨ ਹੈਗਾ, ਤਾਂ ਉਸ ਸੀਜ਼ਨ ਦੇ ਵਿੱਚ ਬੀਜੋਗੇ। ਇਹਨੂੰ ਕਹਿੰਦੇ ਨੇ ਲੇਖ, ਇਹਨੂੰ ਕਹਿੰਦੇ ਨੇ ਹੁਕਮ, ਰਜਾ ਜਾਂ ਭਾਣਾ। ਹੁਕਮ, ਰਜਾ ਔਰ ਭਾਣਾ, ਗੁਰੂ ਨਾਨਕ ਦੇਵ ਜੀ ਦੇ ਟਾਈਮ ਵਿੱਚ ਇਹਨਾਂ ਲਫ਼ਜ਼ਾਂ ਨੂੰ ਸਮਝਣ ਵਾਲੇ ਲੋਕ ਹੈ ਸੀ। ਤੇ ਜਿਵੇਂ ਜਿਵੇਂ ਭਾਸ਼ਾ ਪੁਰਾਣੀ ਹੁੰਦੀ ਹੈ, ਉਹ ਫਿਰ ਸਮਝਣ ਵਾਲੇ ਲੋਕ ਘੱਟ ਜਾਂਦੇ ਨੇ। ਅੱਜ ਦੇ ਇਸ ਯੁੱਗ ਵਿੱਚ ਹੁਕਮ, ਰਜਾ, ਭਾਣਾ ਜਾਂ ਲੇਖ, ਇਹਨਾਂ ਸਾਰਿਆਂ ਨੂੰ ਸਮਝ ਲਈ ਸਾਡੇ ਕੋਲ ਇੱਕ ਸ਼ਬਦ ਹੈਗਾ ਸਿਸਟਮ, ਲਾ ਆਫ ਨੇਚਰ। ਲਾ ਆਫ ਨੇਚਰ ਦੇ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। ਔਰ ਲਾ ਆਫ ਨੇਚਰ ਨੂੰ ਤੁਹਾਡਾ ਕੋਈ ਡਰ ਨਹੀਂ ਕਿ ਤੁਸੀਂ ਅਮੀਰ ਹੋ ਜਾਂ ਬੜੇ ਜ਼ੋਰਾਵਰ ਹੈਗੇ ਹੋ, ਤੁਹਾਡੇ ਤੋਂ ਡਰਦਿਆਂ ਉਹਨਾਂ ਬਦਲਣਾ ਨਹੀਂ। ਤੇ ਲਾ ਆਫ ਨੇਚਰ ਨੇ ਤੁਹਾਡੇ ਨਾਲ ਕੋਈ ਵੈਰ ਵੀ ਨਹੀਂ ਕਮਾਣਾ ਵੀ ਇਹ ਮੇਰੀ ਗੱਲ ਮੰਨਦਾ ਤੇ ਮੈਂ ਵੈਰ ਕਮਾਵਾਂ, ਐਵੇਂ ਵੀ ਨਹੀਂ ਹੈ ਜੀ। ਬਿਲਕੁਲ, ਜੋ ਕੰਮ ਹੈ ਲਾ ਆਫ ਨੇਚਰ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੋ ਵੀ ਹਵਾਈ ਜਹਾਜ਼ ਉੱਡ ਰਹੇ ਨੇ ਤਾਂ ਇੱਕ ਨੇਮ ਹੈ। ਦੇਖੋ, ਅਸੀਂ ਇੱਕ ਸੂਈ ਨਿੱਕੀ ਦੀ ਪਾਣੀ ਵਿੱਚ ਸੁੱਟਦੇ ਹਾਂ, ਉਹ ਡੁੱਬ ਜਾਂਦੀ ਹੈ। ਬਿਲਕੁਲ, ਪਰ ਇੱਕ ਬੜਾ ਵੱਡਾ ਜਹਾਜ਼ ਤਰਦਾ ਹੈ। ਬਿਲਕੁਲ, ਤਾਂ ਉਹ ਇੱਕ ਘਨਤਵ ਦਾ ਨੇਮ ਹੈ ਕਿ ਜਿਹੜੀ ਚੀਜ਼ ਆਪਣੇ ਭਾਰ ਨਾਲੋਂ ਜ਼ਿਆਦਾ ਪਾਣੀ ਪਾਸੇ ਹਟਾ ਦੇਵੇਗੀ, ਉਹ ਪਾਣੀ ਵਿੱਚ ਤਰੇਗੀ। ਤੇ ਉਸ ਸਿਸਟਮ ਦੇ ਵਿੱਚ ਜਹਾਜ਼ ਤਰੀ ਜਾਂਦਾ, ਸਾਡੀ ਸੂਈ ਡੁੱਬ ਜਾਂਦੀ ਹੈ। ਬਿਲਕੁਲ, ਇਸ ਲਈ ਇਹ ਚੀਜ਼ ਸਾਰੇ ਵੀਰ ਭੈਣਾਂ ਨੋਟ ਕਰ ਲਓ। ਰਜਾ, ਭਾਣਾ, ਲੇਖ, ਹੁਕਮ, ਇਹ ਸਾਰਿਆਂ ਦਾ ਮਤਲਬ ਹੈਗਾ ਸਿਸਟਮ। ਲੇਖ ਨਾ ਮਿਟਈ ਹੈ ਸਖੀ ਦਾ ਮਤਲਬ ਕਿ ਸਿਸਟਮ ਨੂੰ ਬਦਲਿਆ ਨਹੀਂ ਜਾ ਸਕਦਾ। ਬਿਲਕੁਲ ਬਿਲਕੁਲ, ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਅੱਛਾ ਭਾਈ ਸਾਹਿਬ ਜੀ, ਇੱਕ ਹੋਰ, ਇਹ ਰੁੱਤ ਸਾਨੂੰ ਆਪ ਪਛਾਣਨੀ ਪਏਗੀ ਨਾ, ਸਾਨੂੰ ਗੁਰਬਾਣੀ ਤੋਂ ਹੀ ਸੇਧ ਲੈਣੀ ਪਏਗੀ ਇਸਦੀ, ਹੈ ਨਾ? ਹਾਂਜੀ, ਰੁੱਤ ਤਾਂ ਪਛਾਣਨੀ ਪਵੇਗੀ। ਦੇਖੋ, ਇਸੇ ਕਰਕੇ ਤੇ ਸਾਨੂੰ ਕਿਹਾ ਗਿਆ ਨਾ, ਅਸੀਂ ਗੁਰੂ ਤੋਂ ਮੰਗਦੇ ਹਾਂ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਬਿਲਕੁਲ, ਬਾਣੀ ਵਿੱਚ ਤਾਂ ਹੀ ਕਹਿੰਦੇ ਨਾ, ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁੱਝੀਐ, ਅਕਲੀ ਪਾਈਐ ਮਾਨ, ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ। ਅਕਲ ਯੂਜ ਕਰਨੀ ਪਵੇਗੀ। ਮੈਂ ਨਾ ਨਿੱਕੀ ਜੀ ਗੱਲ ਸੁਣਾਨਾ। ਉਹ 3 ਬੰਦੇ ਸਨ, ਰਾਜੇ ਦਾ ਕਿਸੇ ਦਾ ਹੋ ਗਿਆ ਦਿਮਾਗ ਖਰਾਬ। ਰਾਜਾ ਬੜਾ ਧਰਮੀ ਸੀ ਤੇ ਜਿਹੜੇ ਅਹਿਲਕਾਰ ਸਨ ਉਹਨਾਂ ਨੇ ਕਿਹਾ, ਯਾਰ ਦਿਮਾਗ ਚਲੋ ਮੁੱਲ ਲੈ ਕੇ ਪਾ ਦੋ, ਜੇ ਕੋਈ ਵੇਚ ਦਵੇ। ਚਲੋ ਮੈਂ ਜ਼ਿਆਦਾ ਨਾ ਵਿਸਥਾਰ ਕਰਾਂ। ਉਹਨਾਂ ਨੇ ਅਨਾਉਂਸ ਕੀਤੀ, 3 ਬੰਦੇ ਆ ਗਏ ਦਿਮਾਗ ਵੇਚਣ ਵਾਲੇ। ਤੇ ਪਹਿਲੇ ਬੰਦੇ ਨੂੰ ਪੁੱਛਦੇ ਨੇ ਕਿੰਨੇ ਪੈਸੇ ਲਏਗਾ ਵੀ? ਕਹਿਣ ਲੱਗਾ ਮੈਂ ਲਵਾਂਗਾ ਜੀ 50,000 ਰੁਪਇਆ। ਕਹਿਣ ਲੱਗਾ ਕੰਮ ਕੀ ਕਰਨਾ? ਕਹਿੰਦਾ ਮੈਂ ਬਹੁਤ ਵੱਡਾ ਇੰਜੀਨੀਅਰ ਹੈਗਾ ਵਾਂ, ਮੇਰੇ ਕੋਲ ਐਸੀਆਂ ਟੈਕਨੀਕਸ ਨੇ ਕਿ ਜੇ ਮੈਂ ਰੇਤੇ ਤੇ ਵੀ ਮਕਾਨ ਬਣਾ ਦਿਆਂ ਤਾਂ 500 ਸਾਲ ਤੱਕ ਨਹੀਂ ਡਿੱਗੇਗਾ, ਤੇ ਮੈਂ ਲਵਾਂਗਾ 50,000। ਲੋੜ ਹੈ ਤਾਂ ਕਰ। ਦੂਜੇ ਨੂੰ ਪੁੱਛਿਆ ਵੀ ਤੂੰ? ਕਹਿਣ ਲੱਗਾ ਮੈਂ ਬਹੁਤ ਵੱਡਾ ਸਾਇੰਟਿਸਟ ਹਾਂ, ਮੈਂ ਇਹੋ ਜਿਹੀਆਂ ਇਲੈਕਟ੍ਰੋਨਿਕ ਦੂਰਬੀਨਸ ਤਿਆਰ ਕੀਤੀਆਂ ਨੇ, ਕਈ ਬਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਇਸ ਯੂਨੀਵਰਸ ਨੂੰ ਵੇਖ ਸਕਦੀਆਂ ਨੇ। ਤੇ ਕਹਿੰਦੇ ਕਿੰਨੇ ਪੈਸੇ? ਕਹਿਣ ਲੱਗਾ ਮੈਂ 25,000 ਲਵਾਂ।
ਤੀਜਾ ਬੰਦਾ ਸੀ ਮੇਰੇ ਵਰਗਾ, ਕਹਿੰਦੇ ਵੀ ਮੋਹਰ ਸਿੰਘ ਜੀ ਤੁਸੀਂ ਕਿੰਨੇ ਪੈਸੇ ਲਓ? ਕਹਿੰਦਾ ਜੀ ਮੈਂ ਲਵਾਂਗਾ 10 ਲੱਖ ਰੁਪਈਆ। ਕਹਿੰਦਾ ਕੰਮ ਕੀ ਕਰਦੇ? ਕਹਿੰਦਾ ਕੰਮ ਕੁੰਮ ਤੇ ਕੁਛ ਨਹੀਂ ਕਰੀਦਾ। ਤੇ ਕਹਿੰਦਾ ਕੋਈ ਖੋਜ ਕੀਤੀ? ਕਹਿੰਦਾ ਖੋਜ ਤੇ ਹੀ ਕਰੀਦੀ ਵੀ ਕਿਸੇ ਗੁਰਦੁਆਰੇ ਮਸੀਤ ਵਿੱਚ ਕਿਤੇ ਲੰਗਰ ਨੇੜੇ ਬਣਿਆ ਹੋਇਆ ਛਕ ਹੀ ਦੱਸੋ ਜੀ। ਕਹਿਣ ਲੱਗਾ ਯਾਰ ਉਹ ਏਡਾ ਵੱਡਾ ਸਾਇੰਟਿਸਟ 25,000 ਮੰਗਦਾ ਹੈ, ਉਹ ਏਡਾ ਵੱਡਾ ਵਿਗਿਆਨਿਕ 50,000 ਮੰਗਦਾ ਹੈ, ਕੰਮ ਤੂੰ ਕੀਤਾ ਨਹੀਂ ਤੇ ਤੂੰ 10 ਲੱਖ ਕਰਦਾ। ਕਹਿੰਦਾ ਮੈਂ ਕੋਰਾ ਰੱਖਿਆ, ਜਿਵੇਂ ਰੱਬ ਨੇ ਦਿੱਤਾ ਸੀ ਦਿਮਾਗ, ਸੀਲ ਬੰਦ, ਉਹਨਾਂ ਨੇ ਖਰਚ ਕੀਤਾ ਤਾਂ ਘੱਟ ਪੈਸੇ ਮੰਗਦੇ, ਮੈਂ ਪੂਰਾ ਮੰਗ ਰਿਹਾ ਤਾਂ। ਤਾਂ ਇਸ ਦੁਨੀਆ ਦੇ ਵਿੱਚ ਦਿਮਾਗ ਤਾਂ ਖਰਚ ਕਰਨਾ ਪਵੇਗਾ, ਜੇ ਦਿਮਾਗ ਨਹੀਂ ਯੂਜ਼ ਕਰਾਂਗੇ ਫਿਰ ਨਹੀਂ। ਬਿਲਕੁਲ। ਇਸ ਲਈ ਰੁੱਤ ਦੀ ਸਾਨੂੰ ਪਛਾਣ ਕਰਨੀ ਪਵੇਗੀ ਵੀ ਪਿਆਜ਼ ਕਿਹੜੀ ਰੁੱਤ ਵਿੱਚ ਲਾਣੇ ਨੇ, ਟਮਾਟਰ ਕਦੋਂ ਲਾਣੇ ਨੇ, ਬੈਂਗਣ ਕਦੋਂ ਲਾਣੇ ਨੇ, ਕੱਦੂ ਕਦੋਂ ਲਾਣਾ, ਤਾਂ ਇਹ ਤਾਂ ਬੰਦੇ ਨੂੰ ਪਛਾਣ ਕਰਨੀ ਪਵੇਗੀ। ਠੀਕ। ਹਾਂਜੀ, ਥੈਂਕ ਯੂ ਭਾਈ ਸਾਹਿਬ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਧੰਨਵਾਦ। ਠੀਕ ਹੈ ਜੀ। ਹੁਣ ਮੇਰੀ ਸਕਰੀਨ ਤੇ ਹੈਗੇ ਪ੍ਰਧਾਨ ਸਾਹਿਬ, ਜੇ ਤੁਸੀਂ ਆਉਣਾ ਪ੍ਰਧਾਨ ਸਾਹਿਬ ਜੀ, ਕੁਝ ਕਹਿਣਾ ਹੋਵੇ ਤਾਂ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਕਹਿਣ ਤੋਂ ਕੁਛ ਨਹੀਂ ਹੈਗਾ, ਪਰ ਇਹਨਾਂ ਨੇ ਜੋ ਅੱਜ ਦੱਸਿਆ ਬਹੁਤ ਹੀ ਕਮਾਲ ਦੀ ਗੱਲ ਕੀਤੀ ਹੈ ਕਿ ਇੱਕ ਪਰਮਾਤਮਾ ਦੇ ਸਿਸਟਮ ਬਾਰੇ ਔਰ ਸਮੇਂ ਦੀ ਵਿਚਾਰ ਤੇ ਕੰਮ ਜਿਹੜਾ ਤੇ ਕਿਸ ਸਮੇਂ ਦੇ ਵਿੱਚ ਕਰਨਾ, ਤੇ ਇਹਦੇ ਨਾਲ ਜੇ ਆਪਾਂ ਉਸ ਪਰਮਾਤਮਾ ਦੇ ਸਿਸਟਮ ਵਿੱਚ ਰਹਿ ਕੇ ਸਮੇਂ ਨੂੰ ਮੁੱਖ ਰੱਖਦੇ ਹੋਏ ਤੇ ਫਿਰ ਅਸੀਂ ਉਸ ਪਰਮਾਤਮਾ ਜਾਂ ਗੁਰੂ ਸਾਹਿਬ ਤੋਂ ਅਕਲ ਲੈ ਕੇ, ਗਿਆਨ ਲੈ ਕੇ ਜੇ ਅਸੀਂ ਕੰਮ ਕਰਾਂਗੇ ਨਾ ਤੇ ਸਾਡੇ ਕੰਮ ਦੀ ਪੂਰਤੀ ਹੋਵੇਗੀ। ਤੇ ਫਿਰ ਇਹ ਵੀ ਇੰਨਾ ਘਰ ਦੇ ਵਿੱਚ ਆ ਜਾਏਗਾ, ਕਿਸੇ ਤੋਂ ਮੰਗਣ ਦੀ ਲੋੜ ਨਹੀਂ ਲੈਣੀ ਪੈਣੀ, ਤੇ ਪਰਮਾਤਮਾ ਦੀ ਆਪਾਂ ਇਹ ਦਾਤਾ ਮੰਗੀਏ ਤੇ ਸਭ ਕੁਝ ਘਰ ਚ ਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹਨਾਂ ਦਾ ਬਹੁਤ ਧੰਨਵਾਦ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ। ਹਰਨੇਕ ਸਿੰਘ ਜੀ ਤੁਸੀਂ ਵੀ ਅਨਮਿਊਟ ਹੈ ਆ, ਤੁਸੀਂ ਆ ਜਾਓ, ਮੈਨੂੰ ਲੱਗਦਾ ਤੁਸੀਂ ਗੱਲ ਕਰਨੀ। ਸਤਿ ਸ੍ਰੀ ਅਕਾਲ। ਓਕੇ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਨੀ ਤੁਸੀਂ ਵਿਆਖਿਆ ਬਹੁਤ ਸੋਹਣੇ ਤਰੀਕੇ ਨਾਲ, ਢੰਗ ਨਾਲ ਕੀਤੀ ਹੈਗੀ ਕਿ ਸਾਡੇ ਵਰਗੇ ਬੰਦੇ ਨੂੰ ਵੀ, ਜਿਹਨੂੰ ਕਦੀ ਪਤਾ ਨਹੀਂ ਲੱਗਦਾ ਕੁਛ, ਉਹ ਵੀ ਸਮਝ ਗਿਆ। ਜਿਸ ਹਿਸਾਬ ਨਾਲ ਤੁਹਾਡਾ ਸ਼ਲੋਕ ਨੰਬਰ 34 ਸੀਗਾ ਪਹਿਲਾਂ ਹੀ, ਉਹਦੇ ਚ ਸਿਰਫ ਤੁਸੀਂ ਇਹ ਐਂਡ ਨਿਚੋੜ ਉਹਦੇ ਚ ਲਿਖ ਕੱਢਿਆ ਮੈਂ ਕਿ ਉਹ ਹੈਗਾ ਹੰਕਾਰ ਬੰਦਾ, ਜਿਹੜਾ ਈਗੋ ਰੱਖਦਾ, ਉਹਨੂੰ ਉਹ ਤੋਂ ਬਦਲਣਾ ਚਾਹੀਦਾ, ਕਿ ਆਪਣੀ ਜਿਹੜੀ ਈਗੋ ਆ ਉਹਨੂੰ ਖਤਮ ਕਰਨਾ ਚਾਹੀਦਾ। ਤੇ ਜਿਹੜਾ 35 ਤੁਸੀਂ ਰੱਖਿਆ 35 ਸ਼ਲੋਕ ਸੀਗਾ, ਉਹ ਤੁਹਾਡਾ ਸੱਚ ਤੇ ਸੀਗਾ। ਹਾਂਜੀ। ਉਹਦਾ ਜਿਹੜਾ ਨਿਚੋੜ ਇਹ ਐਂਡ ਤੇ ਕਿ ਤੁਸੀਂ ਸੱਚ ਬੋਲੋ, ਸੱਚ ਨਾਲ ਚੱਲੋ, ਇਹਦਾ ਧੋਖਾ ਕਰਨ ਦੀ ਕੋਸ਼ਿਸ਼ ਨਾ ਕਰੋ। ਤੇ 36 ਨੰਬਰ ਜਿਹੜਾ ਸੀਗਾ ਉਹ ਸੀਗਾ ਤੁਸੀਂ ਲੋਭ ਤੇ, ਲਾਲਚ ਤੇ। ਤੇ ਉਹ ਬਹੁਤ ਵਧੀਆ, ਲਾਲਚ ਦੇ ਹਿਸਾਬ ਨਾਲ, ਕਿਉਂ ਆਮ ਦੁਨੀਆ ਲਾਲਚ ਦੇ ਪਿੱਛੇ ਪਈ ਆ, ਹਰੇਕ ਨੂੰ ਲੁੱਟਣ ਦੀ ਕੋਸ਼ਿਸ਼ ਕਰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਲੁੱਟਿਆ ਜਾਵੇ ਕਿਸੇ ਨੂੰ। ਤੇ ਇਹ 3 ਚੀਜ਼ਾਂ ਮੇਰੇ ਬਹੁਤ ਪਸੰਦ ਆਈਆਂ ਜਿਸ ਹਿਸਾਬ ਨਾਲ ਤੁਸੀਂ ਸਮਝਾਇਆ। ਚੌਥਾ ਸੀਗਾ ਤੁਸੀਂ ਮਨੀ ਤੇ, ਲੋਭ ਤੇ, ਜਿਹੜਾ ਸਟੋਕ ਸੀਗੇ ਤੁਹਾਡੇ 36 ਨੰਬਰ ਤੇ 37 ਨੰਬਰ ਲੋਭ ਤੇ ਸੀਗਾ, ਜਿਹੜਾ ਕਿ ਆਮ ਹੀ ਬੰਦੇ ਪੈਸੇ ਦਾ ਲਾਲਚ ਕਰਦਾ, ਜਿੱਦਾਂ ਮੇਰੇ ਵਰਗਾ ਵੀ ਦੌੜਾ ਹੀ ਫਿਰਦਾ ਵੇ, ਇੱਧਰੋਂ ਵੀ ਕਮਾ ਲਈਏ, ਉੱਧਰੋਂ ਵੀ ਕਮਾ ਲਈਏ। ਤੇ ਉਹ ਵਧੀਆ, ਮੈਨੂੰ ਬਹੁਤ ਚੰਗਾ ਲੱਗਾ। ਪਰ ਜਿਹੜਾ ਇਹ ਪੈਸੇ ਦਾ ਦੱਸਿਆ ਨਾ ਤੁਸੀਂ, ਉਹ ਥੋੜਾ ਜਿਹਾ ਮੈਨੂੰ ਏਦਾਂ ਨਹੀਂ ਵੀ ਚੰਗਾ ਲੱਗਾ। ਫਿਰ ਪ੍ਰਧਾਨ ਸਾਹਿਬ ਨਹੀਂ ਮੈਨੂੰ ਕਹਿਣਾ ਵੀ ਕੋਈ ਸਪੋਰਟ ਡੇ ਆ ਰਿਹਾ, ਪੈਸੇ ਪਾਓ, ਤੇ ਉਹ ਬੜਾ ਔਖਾ ਆ ਜੇ ਪੈਸੇ ਛੱਡ ਦਈਏ ਕਮਾਉਣ ਦਾ। ਪੈਸੇ ਛੱਡਣੇ ਕਾਨੂੰਨ ਨੇ, ਪੈਸੇ ਤਾਂ ਮਰਦ ਚਾਹੀਦੇ ਨੇ ਜ਼ਰੂਰ। ਹਾਂਜੀ, ਮੇਰਾ ਨਾ ਹੁਣ ਗਲਤ ਢੰਗ ਨਾਲ ਇਸ ਤੇ ਮੈਨੂੰ ਥੋੜਾ ਜਿਹਾ ਕੰਮ ਕਰਨਾ ਪੈਣਾ। ਬਾਕੀ ਬਹੁਤ ਵਧੀਆ ਗਿਆਨੀ ਸਾਹਿਬ, ਬਹੁਤ ਵਧੀਆ ਸੀ। ਥੈਂਕ ਯੂ ਵੈਰੀ ਮਚ। ਧੰਨਵਾਦ। ਬਹੁਤ ਵਧੀਆ ਜੀ, ਵਧੀਆ ਇਹਨਾਂ ਨੇ ਐਕਸਪਲੇਨ ਕੀਤਾ। ਇਹ ਹਮੇਸ਼ਾ ਹੀ ਪੁੱਛਦੇ ਹੁੰਦੇ ਆ 4-5 ਜਿਹੜੀਆਂ ਚੀਜ਼ਾਂ ਜੀ, ਲੋਭ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਤਿੰਨਾਂ ਕਿਤੇ ਆ ਕੇ ਭੁੱਲ ਜਾਂਦੇ। ਅੱਜ ਦੇਖੋ ਕਿੱਦਾਂ ਲਿਖ ਕੇ ਰੱਖਿਆ ਪੂਰੀ ਤਰ੍ਹਾਂ। ਹਾਂ, ਨਹੀਂ ਉਹਨਾਂ ਨੇ ਬਿਲਕੁਲ ਨੋਟ ਕੀਤਾ, ਸਹੀ ਢੰਗ ਨਾਲ ਨੋਟ ਕੀਤਾ। ਦੇਖੋ ਜੀ, ਸੁਣਨ ਬੈਠੇ ਆ, ਹੁਣ ਟਾਈਮ ਲਾਇਆ, ਘੰਟਾ ਵੀ ਲਾਇਆ, ਤੇ ਕੁਝ ਪੱਲੇ ਵੀ ਨਾ ਪਿਆ ਮੇਰੇ ਵਰਗੇ ਦੇ, ਤਾਂ ਫੇਰ ਤਾਂ ਠੀਕ ਨਹੀਂ। ਠੀਕ, ਡਾਇਰੀ ਆਪਣੇ ਕੋਲ ਰੱਖ ਕੇ ਨੋਟ ਅਸੀਂ ਬਣਾ ਸਕਦੇ। ਮੇਰਾ ਤਾਂ ਟਾਈਮ ਏਦਾਂ ਵੀ ਹੁਣ ਮੇਰੇ ਵਰਗੇ ਨੂੰ ਸਮਝ ਨਹੀਂ ਲੱਗਦੀ ਛੇਤੀ। ਤੇ ਇਹ ਤਾਂ ਸਾਰੇ ਐਕਸਪਰਟ ਬੈਠੇ ਤੁਹਾਡੇ ਆਲੇ ਦੁਆਲੇ, ਸਭ ਐਕਸਪਰਟ ਹੈਗੇ ਆ, ਤੇ ਮੈਂ ਤਾਂ ਅਣਜਾਣ ਬੰਦਾ। ਤੇ ਮੈਂ ਤਾਂ ਹੌਲੀ ਹੌਲੀ ਆਹ ਨੋਟ ਕੀਤੇ 2-4 ਜਿਹੜੇ ਮੇਰੇ ਮੈਨੂੰ ਲੱਗਾ ਵੀ ਇਹਨਾਂ ਦਾ ਐਂਡ ਦਾ ਮਤਲਬ ਕੀ ਆ। ਨਹੀਂ ਮਹਾਰਾਜ, ਹੁਣ ਤੇ ਤੁਸੀਂ ਐਕਸਪਰਟ ਹੋ, ਦੇਖੋ ਨੋਟ ਤੁਸੀਂ ਇਕੱਲਿਆਂ ਨਹੀਂ ਕੀਤੇ ਨੇ। ਨੋਟ ਮੈਂ ਇਕੱਲੇ ਕੀਤਾ ਕਿ ਇਹਦਾ ਜਿਹੜਾ ਨਿਚੋੜ ਕੀ ਨਿਕਲਦਾ, ਬਾਕੀ ਪੜ੍ਹਨਾ ਜਾਂ ਨਹੀਂ ਪੜ੍ਹਨਾ, ਚਲੋ ਪੰਜਾਬੀ ਅਸੀਂ ਪੜ੍ਹ ਲੈਂਦੇ ਹਾਂ,
ਪਰ ਮੇਰਾ ਮੈਂ ਇਹ ਦੇਖਣਾ ਚਾਹੁੰਦਾ ਸੀ ਵੀ ਜਿਹੜੇ ਵੀ ਕੱਲੇ ਸ਼ਲੋਕ ਦਾ ਐਂਡ ਨਿਚੋੜ ਕੀ ਹੈਗਾ, ਜਿਹੜੀ ਕਿ ਮੇਰੇ ਵਰਗੇ ਸਿੱਧੇ ਜਾਂ ਹਾਰ ਦੇਖੋ ਸਾਰੀ ਦੁਨੀਆ ਦਾ ਪਾਠ ਨਹੀਂ ਨਾ ਕਰ ਸਕਦੀ, ਸਾਰੀ ਦੁਨੀਆ ਵਿਆਖਿਆ ਨਹੀਂ ਕਰ ਸਕਦੀ, ਠੀਕ ਹੈ ਜੀ। ਤਾਂ ਕਿੰਨਾ ਵੀ ਐਕਸਪਰਟ ਹੋਵੇ ਪਾਠ ਜ਼ਰੂਰ ਕਰ ਲੈਂਦੇ ਆ, ਪੜ੍ਹ ਲੈਂਦੇ, ਗੁਟਕਾ ਪੜ੍ਹ ਸਕਦੇ ਆ, ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਸਕਦੇ ਆ, ਜਦੋਂ ਵਿਆਖਿਆ ਤੇ ਆਉਂਦਾ ਨਾ ਇਹ ਆਮ ਬੰਦਾ ਨਹੀਂ ਕਰ ਸਕਦਾ। ਇਸ ਕਰਕੇ ਮੈਂ ਤਾਂ ਜਿਹੜੇ ਐਂਡ ਤੁਹਾਡੇ ਵਰਡਿੰਗ ਜਿੰਨੇ ਵੀ ਤੁਸੀਂ ਵਿਆਖਿਆ ਕੀਤੀ ਉਹਦਾ ਨਿਚੋੜ ਲਿਖਦਾ, ਨੋਟ ਕਰਦਾ ਸੀ ਕਿ ਮੇਰੇ ਪੱਲੇ ਵੀ ਕੁਝ ਪਿਆ ਕਿ ਮੈਂ ਵੀ ਘੰਟਾ ਖਰਾਬ ਕਰ ਦਿਆ। ਧੰਨਵਾਦ। ਹਰਨੇਕ ਇਹ ਪੱਲੇ ਤਾਂ ਬੰਦ ਆ, ਮੈਨੂੰ ਲਾਗੂ ਵੀ ਕਰੀ। ਲਾਗੂ ਇੱਕ ਨਹੀਂ ਹੋਣਾ ਜਿਹੜਾ ਮੈਂ ਤੁਹਾਨੂੰ ਦੱਸਿਆ, ਬਾਕੀ ਤਾਂ ਕਰ ਲੂ। ਜੇ ਉਹ ਵੀ ਲਾਗੂ ਕਰਾਉਣਾ ਤਾਂ ਫਿਰ ਮੈਨੂੰ ਦੱਸ ਦਿਓ ਹੁਣੇ। ਪ੍ਰਧਾਨ ਜੀ ਅੱਜ ਤੁਹਾਨੂੰ ਇੰਨਾ ਕਿ ਰਹਿਣ ਦਿਓ, ਹਜਮ ਕਰ ਲੈਣ ਦਿਓ, ਨਹੀਂ ਤਾਂ ਫਿਰ ਨੁਕਸਾਨ ਹੀ ਹੋਣਾ ਬਾਅਦ ਚ ਸਾਡਾ, ਹਨਾ। ਤੁਸੀਂ ਰਹਿਣ ਦਿਓ, ਇੱਥੇ ਬਦਹਜਮੀ ਨਾ ਹੋ ਜੇ, ਬਦਹਜਮੀ ਨਾ ਹੋ ਜਾਵੇ। ਥੈਂਕ ਯੂ ਜੀ। ਹਾਂਜੀ ਢੇਸੀ ਸਾਹਿਬ ਤੁਸੀਂ ਵੀ ਅਨਮਿਊਟ ਆ, ਜੇ ਤੁਸੀਂ ਕੋਈ ਗੱਲ ਕਰਨੀ ਤਾਂ ਆ ਜਾਓ ਤੁਸੀਂ। ਚਲੋ ਮੈਂ ਇਹ ਕਹਿਣਾ ਵਾ ਨਿੱਕ ਪੂਰੀ ਪਾਤੀ ਉਦੋਂ ਤਾਂ। ਵੈਸੇ ਗਿਆਨੀ ਮੈਂ ਕਹਾਂ ਕਿ ਬਈ ਮੈਂ ਸ਼ਲੋਕ ਸੁਣੇ ਤਾਂ ਬਹੁਤ ਵਾਰ ਆ। ਇੱਥੇ ਪਹਿਲਾਂ ਇਹ ਦੱਸਣਾ ਕਿ ਮੈਂ ਜਿੰਨੇ ਤੁਸੀਂ ਸਾਰੇ ਬੈਠੇ ਆ ਕਿ ਨਾ, ਸਾਰਿਆਂ ਨਾਲੋਂ ਅਨਪੜ੍ਹ ਬੰਦਾ ਆ, ਪੰਜ ਪੜ੍ਹੀਆਂ ਆ ਮੈਂ, ਇਸ ਲਈ ਮੇਰੀ ਪੰਜਾਬੀ ਜਿਹੜੀ ਸਮਝਦੀ ਆ ਨਾ ਉਹ ਥੋੜੀ ਜਿਹੀ ਘੱਟ ਆ। ਇਸ ਲਈ ਯਾਨੀ ਜਿਹੜੇ ਤੁਹਾਡਾ ਐਕਸਪਲੇਨ ਕਰਨ ਦਾ ਸੀ ਨਾ ਬਹੁਤ ਹੀ ਅੱਛਾ ਤਰੀਕਾ ਸੀਗਾ, ਕਿਉਂਕਿ ਗੁਰਦੁਆਰੇ ਮੈਂ ਜਾਨਾ ਦੇ ਸ਼ਬਦ ਆਖਿਰ ਸੁਣੀਦੇ ਆ, ਪਰ ਕਦੇ ਮਤਲਬ ਦਾ ਨਹੀਂ ਪਤਾ ਹੁੰਦਾ ਕਿ ਇਹਦਾ ਮਤਲਬ ਕੀ ਆ। ਤੇ ਤੁਸੀਂ ਬਹੁਤ ਸੋਹਣੀ ਸੌਖੇ ਢੰਗ ਦੇ ਨਾਲ ਯਾਨੀ ਕਿ ਨਾ ਯਾਨੀ ਮੇਰੀ ਸਮਝ ਦੇ ਵਿੱਚ ਵੀ ਪਾਤਾ, ਕਿਉਂਕਿ ਮੈਂ ਸਾਰਿਆਂ ਨੂੰ ਘੱਟ ਪੜ੍ਹਿਆ ਆ। ਤੇ ਇਸ ਲਈ ਯਾਨੀ ਕਿ ਨਾ ਮੈਂ ਕਹੂੰਗਾ ਕਿ ਵੀ ਕੁਛ ਨਾ ਕੁਛ ਤਾਂ ਅੰਦਰ ਰੋਸ਼ਨੀ ਹੋਈ ਹੈ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਮੇਰੇ ਕੋਲ ਆਪਣੇ ਘਰੋਂ ਹੀ ਗੱਲ ਕਰ ਲੈਣੇ ਜੀ, ਸਾਡੀ ਘਰ ਵਾਲੀ ਵੀ ਬੈਠੀ ਹੈ ਮੇਰਾ ਖਿਆਲ ਅਨਮਿਊਟ ਹੋ ਕੇ, ਸ਼ਾਇਦ ਉਹਨੇ ਵੀ ਕੋਈ ਗੱਲ ਕਰਨੀ ਆ। ਹਾਂਜੀ ਜ਼ਰੂਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ। ਗਿਆਨੀ ਜੀ ਪਿਛਲੇ ਹਫਤੇ ਵੀ ਤੇ ਉਹ ਤੋਂ ਪਿਛਲੇ ਹਫਤੇ ਵੀ ਤੇ ਤੁਸੀਂ ਵੀ ਜਦੋਂ ਪਹਿਲਾਂ ਕਥਾ ਕੀਤੀ ਸੀ ਉਹਦੇ ਵਿੱਚ ਤੁਸੀਂ ਵੀ ਨਿੰਦਾ ਦੀ ਗੱਲ ਕੀਤੀ ਸੀਗੀ ਤੇ ਗਿਆਨੀ ਮਨਿੰਦਰਪਾਲ ਸਿੰਘ ਹੁਣੀ ਵੀ ਨਿੰਦਾ ਦੀ ਗੱਲ ਕੀਤੀ ਸੀਗੀ ਉਸ ਸਬਜੈਕਟ ਦੇ ਉੱਤੇ, ਜਿਹੜੀ ਕਿ ਨਿੰਦਾ ਆਪਾਂ ਕਿਸੇ ਕੋਈ ਸਾਧ ਦੀ ਜਾਂ ਸੰਤ ਦੀ ਕਹਿੰਦੇ ਆ ਜੀ, ਜਿਹਦੇ ਵਿੱਚ ਕਿ ਸੁਖਮਨੀ ਸਾਹਿਬ ਦੇ ਵਿੱਚ ਵੀ ਜਿਹੜੀ 13ਵੀਂ ਅਸਟਪਦੀ ਉਹਦੇ ਵਿੱਚ ਸੰਤ ਦੀ ਨਿੰਦਾ ਦੱਸੀ ਆ। ਤੇ ਇਹਦੇ ਵਿੱਚ ਕਈ ਮਤਲਬ ਸਰੋਤੇ ਆ ਜਿਹੜੇ ਫੀਲ ਕਰਦੇ ਆ ਕਿ ਅਸੀਂ ਸੰਤਾਂ ਦੀ ਨਿੰਦਾ ਕਰਦੇ ਹਾਂ ਉਹਨਾਂ ਦੀ ਗੱਲ ਕਰਕੇ, ਜੋ ਵੀ ਕਿਉਂਕਿ ਜੋ ਵੀ ਪੁਜਾਰੀਵਾਦ ਚੱਲ ਰਿਹਾ ਉਹਦੇ ਉੱਤੇ ਮਨਿੰਦਰਪਾਲ ਸਿੰਘ ਹੁਣੀ ਬਹੁਤ ਚਾਨਣਾ ਪਾਇਆ ਸੀ। ਇਹ ਉਹਦੇ ਵਿੱਚ ਫਿਰ ਕਈ ਮਤਲਬ ਸਰੋਤੇ ਇਹ ਵੀ ਮਹਿਸੂਸ ਕਰਦੇ ਆ ਕਿ ਸੰਤਾਂ ਦੀ ਨਿੰਦਾ ਕਰਦੇ ਆ। ਤੁਸੀਂ ਇਹਦੇ ਬਾਰੇ ਤੁਸੀਂ ਕੁਝ ਐਕਸਪਲੇਨ ਕਰੋ ਜੀ ਕਿ ਨਿੰਦਾ ਕੀ ਆ। ਹਾਂਜੀ ਦੇਖੋ ਭੈਣ, ਬਹੁਤ ਚੰਗਾ ਤੁਹਾਡਾ ਸਵਾਲ ਹੈ। ਦੇਖੋ 2 ਤੇ 2 3, ਜੇ ਅਸੀਂ ਕਵਾਂਗੇ 2 ਤੇ 2 3 ਹੁੰਦੇ ਨੇ ਤਾਂ ਇਹ ਗਲਤ ਹੈਗਾ। ਜੇ ਅਸੀਂ ਕਵਾਂਗੇ 2 ਤੇ 2 5 ਇਹ ਵੀ ਗਲਤ ਹੈਗਾ। 2 ਤੇ 2 4 ਠੀਕ ਹੈ। 2 ਔਰ 2 3 ਕਹਿਣਾ ਇਹ ਨਿੰਦਿਆ ਹੈ। 2 ਤੇ 2 5 ਕਹਿਣਾ ਇਹ ਉਸਤਤ ਹੈ। 2 ਤੇ 2 4 ਕਹਿਣਾ ਇਹ ਸੱਚ ਹੈ। ਹੁਣ ਨਿੰਦਾ ਦਾ ਮਤਲਬ ਹੈਗਾ ਵੀ ਆਪਣੇ ਸਵਾਰਥ ਕਰਕੇ ਕਿਸੇ ਦੇ ਗੁਣਾਂ ਨੂੰ ਔਗਣ ਬਣਾ ਕੇ ਪੇਸ਼ ਕਰਨਾ, ਇਹ ਹੁੰਦੀ ਹੈ ਨਿੰਦਿਆ। ਔਰ ਆਪਣੇ ਸਵਾਰਥ ਕਰਕੇ ਕਿਸੇ ਦੇ ਔਗਣਾਂ ਨੂੰ ਗੁਣ ਬਣਾ ਕੇ ਪੇਸ਼ ਕਰਨਾ, ਇਹ ਹੁੰਦੀ ਹੈ ਉਸਤਤ। ਪਰ ਬਿਨਾਂ ਸਵਾਰਥ ਤੋਂ ਜੋ ਜਿਵੇਂ ਹੈ ਉਹਨੂੰ ਪੇਸ਼ ਕਰਨਾ, ਇਹ ਹੁੰਦਾ ਹੈ ਸੱਚ। ਦੂਜੀ ਗੱਲ ਆ ਗਈ ਸੰਤਾਂ ਦੀ। ਦੇਖੋ ਸੰਤ ਸ਼ਬਦ ਦੇ 5 ਅਰਥ ਨੇ ਗੁਰਬਾਣੀ ਦੇ ਵਿੱਚ, 5 ਅਰਥਾਂ ਵਿੱਚ ਵਰਤਿਆ ਗਿਆ। ਪਹਿਲਾ ਅਰਥ ਹੈਗਾ ਰੱਬ। ਜੇ ਤੁਸੀਂ ਨੋਟ ਕਰਨਾ ਚਾਹੋ, ਕਿਸੇ ਕੋਲ ਡਾਇਰੀ ਵਗੈਰਾ ਹੋਏ ਤਾਂ ਨੋਟ ਕਰ ਸਕਦੇ ਹੋ। ਭਾਗ ਹੋਆ ਗੁਰ ਸੰਤ ਮਿਲਾਇਆ, ਇਹ ਪੰਕਤੀ ਹੈ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸ਼ੀ ਘਰ ਮੈਂ ਪਾਇਆ। ਇੱਥੇ ਸੰਤ ਸ਼ਬਦ ਦਾ ਅਰਥ ਹੈਗਾ ਰੱਬ, ਕਿ ਮੈਨੂੰ ਗੁਰੂ ਨੇ ਰੱਬ ਜਿਹੜਾ ਹੈ ਘਰੋਂ ਹੀ ਮਿਲਾ ਦਿੱਤਾ। ਦੂਜਾ ਸੰਤ ਸ਼ਬਦ ਦਾ ਅਰਥ ਹੈਗਾ ਗੁਰੂ, ਜਿਹੜਾ ਸੁਖਮਨੀ ਸਾਹਿਬ ਵਿੱਚ ਹੈ ਨਾ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਇੱਥੇ ਸੰਤ ਦਾ ਅਰਥ ਹੈਗਾ ਗੁਰੂ, ਕਿ ਜੋ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ, ਤੇ ਜੋ ਗੁਰੂ ਦੀ ਨਿੰਦਿਆ ਕਰਦਾ ਹੈ ਉਹ
ਦਾ ਜਿਹੜਾ ਜੀਵਨ ਨੇ ਬਰਬਾਦ ਹੋ ਜਾਂਦਾ ਹੈ। ਸੁਖਮਨੀ ਸਾਹਿਬ ਦੀ ਜਿਹੜੀ ਪੰਕਤੀ ਹੈ ਅਸ਼ਟਪਦੀ, ਉਹਦੇ ਵਿੱਚ ਸੰਤ ਦਾ ਅਰਥ ਹੈਗਾ ਗੁਰੂ। ਸੰਤ ਦਾ ਤੀਜਾ ਅਰਥ ਹੈਗਾ ਸ਼ਾਂਤ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਕਿ ਗੁਰੂ ਜਿਹਨੂੰ ਰਹਿਮਤ ਭਰੀ ਨਜ਼ਰ ਨਾਲ ਵੇਖਦਾ ਹੈ ਔਰ ਗਿਆਨ ਦੀ ਦਾਤ ਦਿੰਦਾ ਹੈ, ਉਹ ਸੰਤ ਹੋ ਜਾਂਦਾ ਹੈ। ਸੰਤ ਦਾ ਮਤਲਬ ਸ਼ਾਂਤ ਹੋ ਜਾਂਦਾ ਹੈ, ਉਹਦੇ ਅੰਦਰੋਂ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਸੰਤ ਦਾ ਅਰਥ ਹੋ ਗਿਆ ਸ਼ਾਂਤ। ਸੰਤ ਦਾ ਚੌਥਾ ਅਰਥ ਹੈਗਾ ਗੁਰੂ ਦਾ ਸਿੱਖ। ਸੰਤ ਸੰਗ ਹਰ ਮਨ ਬਸੈ। ਸੰਤ ਸੰਗ ਹਰ ਮਨ ਬਸੈ, ਗੁਰੂ ਦਾ ਸਿੱਖ ਯਾਨੀ ਸਤ ਸੰਗਤ। ਇੱਥੇ ਸੰਤ ਦਾ ਅਰਥ ਹੈਗਾ ਸਤ ਸੰਗਤ। ਕਿ ਸਤਸੰਗ ਵਿੱਚ ਜਾਇਆ ਰੱਬ ਸਾਡੇ ਮਨ ਵਿੱਚ ਵਸ ਜਾਂਦਾ ਹੈ। ਤੇ ਸੰਤ ਦਾ ਪੰਜਵਾਂ ਅਰਥ ਬਾਣੀ ਵਿੱਚ ਹੈਗਾ ਦਾਸ ਜਾਂ ਪਿਆਰਾ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਇੱਥੇ ਅਰਥ ਹੈਗਾ ਦਾਸ। ਇਹ ਪੰਜ ਅਰਥਾਂ ਵਿੱਚ ਗੁਰਬਾਣੀ ਦੇ ਅੰਦਰ ਸੰਤ ਆਇਆ। ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਸੰਤ ਸ਼ਬਦ ਆਇਆ ਹੀ ਨਹੀਂ ਹੈ। ਦੇਖੋ, ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਇੱਕ ਵੀ ਬੰਦੇ ਦੇ ਨਾਮ ਦੇ ਨਾਲ ਸੰਤ ਸ਼ਬਦ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਔਰ ਮਿਸਲਾਂ ਦਾ ਸਮਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਇਤਿਹਾਸ ਗਵਾਏ ਕਿਸੇ ਬੰਦੇ ਦੇ ਨਾਮ ਦੇ ਨਾਲ ਸੰਤ ਨਹੀਂ ਆਉਂਦਾ। ਸਭ ਤੋਂ ਪਹਿਲਾ ਸੰਤ ਸ਼ਬਦ ਸੰਤ ਅਤਰ ਸਿੰਘ ਮਸਤੂਆਣੇ ਦੇ ਨਾਮ ਨਾਲ ਲੱਗਾ ਸੀ ਸਿੱਖਾਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੇਰੇ ਖਿਆਲ ਦੇ ਵਿੱਚ ਖਿਤਾਬ ਦਿੱਤਾ ਗਿਆ ਸੀ। ਜਿਵੇਂ ਅਕਾਲ ਤਖਤ ਤੋਂ ਹੁਣ ਪਿੱਛੇ ਖਿਤਾਬ ਦਿੱਤਾ ਸੀ ਨਾ ਬਾਦਲ ਨੂੰ ਫਕਰੇ ਕੌਮ, ਐਵੇਂ ਮਤਲਬ ਸੰਤ ਅਤਰ ਸਿੰਘ ਨੂੰ ਸੰਤ ਦਾ ਖਿਤਾਬ ਦਿੱਤਾ ਗਿਆ ਸੀ। ਉਸ ਤੋਂ ਬਾਅਦ ਫਿਰ ਅਸੀਂ ਲੜੀ ਚੱਲੀ ਵੀ ਬਾਬਿਆਂ ਨੇ ਆਪਣੇ ਨਾਮਾਂ ਦੇ ਨਾਲ ਆਪ ਹੀ ਸੰਤ ਲਾ ਲਿਆ। ਇਸ ਲਈ ਇਹ ਸੰਤ ਸ਼ਬਦ ਜਿਹੜਾ ਹੈ ਕਿਸੇ ਬੰਦੇ ਵਾਸਤੇ ਹੈ ਹੀ ਨਹੀਂ। ਤੇ ਜਿਹੜਾ ਸੱਚ ਬੋਲਣਾ ਹੈ ਉਹ ਸੰਤਾਂ ਦੀ ਨਿੰਦਿਆ ਨਹੀਂ ਹੈ, ਸੱਚਾਈ ਹੈ। ਕਿ ਅੱਜ ਦੇ ਜੋ ਬਾਬੇ ਨੇ ਉਹ ਕੀ ਕਰ ਰਹੇ ਨੇ ਇਹ ਤੁਹਾਡੇ ਸਾਹਮਣੇ ਹੈ। ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਆ ਰਹੀਆਂ। ਦੇਖੋ, ਜਿਹਨੂੰ ਅਸੀਂ ਲੋਕ ਪਿਤਾ ਜੀ ਕਹਿੰਦੇ ਸਨ ਤੇ ਉਹਨੇ ਗੁਫਾਵਾਂ ਦੇ ਵਿੱਚ ਕੀ ਕੀਤਾ। ਉਹ ਗੁਫਾਵਾਂ ਤੇ ਉਹਨਾਂ ਦੇ ਵੱਡੇ ਵੱਡੇ ਡੇਰੇ ਕਿਹਦੇ ਨਾਲ ਬਣੇ? ਸਾਡੇ ਤੁਹਾਡੇ ਦਾਨ ਦੇ ਨਾਲ। ਇਸ ਲਈ ਗੁਰੂ ਜੀ ਇੱਕ ਸਾਨੂੰ ਕਹਿੰਦੇ ਨਕਲੀ ਸਾਹਿਬ ਸੇਵੀ ਹੈ। ਤਾਂ ਇਹ ਸੰਤਾਂ ਦੀ ਨਿੰਦਿਆ ਨਹੀਂ ਹੈ, ਸੱਚਾਈ ਹੈ। ਔਰ ਇਹ ਸੱਚਾਈ ਸਾਨੂੰ ਸਾਰਿਆਂ ਨੂੰ ਬੋਲਣੀ ਚਾਹੀਦੀ ਹੈ। ਥੈਂਕ ਯੂ ਜੀ, ਬਹੁਤ ਸੋਹਣਾ, ਥੈਂਕ ਯੂ, ਧੰਨਵਾਦ, ਬਹੁਤ ਮਿਹਰਬਾਨੀ ਜੀ। ਸਾਡੇ ਨਾਲ ਸਵਿੰਦਰ ਕੌਰ ਜੀ ਹੈਗੇ ਆ, ਉਹਨਾਂ ਨੇ ਅਨਮਿਊਟ ਕੀਤਾ ਹੈ। ਜੇ ਤੁਸੀਂ ਕੁਝ ਕਹਿਣਾ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਗਿਆਨੀ ਜੀ ਬਹੁਤ ਵਧੀਆ ਵਿਆਖਿਆ ਕੀਤੀ ਹੈ ਜੀ ਤੁਸੀਂ। ਧੰਨਵਾਦ। ਥੈਂਕ ਯੂ ਜੀ, ਬਹੁਤ ਜ਼ਿਆਦਾ ਥੈਂਕ ਯੂ। ਹਾਂਜੀ, ਮੇਰੀ ਸਿਸਟਰ ਵੀ ਤੁਹਾਡਾ ਸ਼ੁਕਰੀਆ ਕਰਦੀ ਹੈ। ਧੰਨਵਾਦ। ਤੇ ਮੇਰੇ ਵੱਲੋਂ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਮੇਰੇ ਤੋਂ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ। ਸਾਰੇ ਤੁਸੀਂ ਮੇਰੀਆਂ ਭੈਣਾਂ ਔਰ ਵੀਰਾਂ ਦੀ ਤਰ੍ਹਾਂ। ਮੈਂ ਤੁਹਾਡੇ ਵਿੱਚ ਆਣ ਕੇ ਇੰਝ ਫੀਲ ਕਰਨਾ ਕਿ ਮੈਂ ਆਪਣੇ ਇੱਕ ਪਰਿਵਾਰ ਦੇ ਵਿੱਚ ਬੈਠਾ ਤੇ ਮੈਂ ਤੁਹਾਡੇ ਪਰਿਵਾਰ ਦਾ ਇੱਕ ਅੰਗ ਹਾਂ। ਵਾਹਿਗੁਰੂ ਪਿਆਰ ਮੁਹੱਬਤ ਬਣਾਈ ਰੱਖੇ। ਠੀਕ ਹੈ ਜੀ, ਬਹੁਤ ਬਹੁਤ ਵਧੀਆ। ਮੇਰਾ ਖਿਆਲ ਹੁਣ ਹੋਰ ਤਾਂ ਕਿਸੇ ਨੇ ਕੋਈ ਅਨਮਿਊਟਡ ਨਹੀਂ ਹੈ। ਹਾਂਜੀ ਭਾਈ ਨਰਿੰਦਰ ਸਿੰਘ ਜੀ। ਹਾਂਜੀ, ਉਹ ਮੈਂ ਤੁਹਾਨੂੰ ਸਿਰਫ ਇਹੀ ਕਹਿਣਾ ਸੀਗਾ ਵੀ ਬਹੁਤ ਅੱਛੀ ਵਿਆਖਿਆ ਕੀਤੀ ਹੈ। ਮੇਰਾ ਇਹ ਮਨ ਦੇ ਵਿੱਚ ਇੱਕ ਕੁਐਸਚਨ ਸੀਗਾ ਅਬਾਊਟ ਜਿਹੜੇ ਤੁਸੀਂ ਨਸ਼ੇ ਬਾਰੇ ਕਿਹਾ ਹੈਗਾ। ਜਿਵੇਂ ਹੁਣ ਸ਼ਰਾਬ ਹੈਗੀ ਹੈ, ਹੁਣ ਡਾਕਟਰ ਜਿਵੇਂ ਕਹਿੰਦੇ ਹੈਗੇ ਆ ਵੀ ਰੈਡ ਵਾਈਨ ਇਜ਼ ਗੁੱਡ, ਯੂ ਸ਼ੁੱਡ ਹੈਵ ਵਨ ਡਰਿੰਕ, ਇਹਦੇ ਨਾਲ ਲਾਈਫ ਤੁਹਾਡੀ ਪ੍ਰਮੋਟ ਹੁੰਦੀ ਹੈ, ਹੈਲਥ ਬਣਦੀ ਹੈਗੀ ਹੈ। ਯੂ ਨੋ, ਡੂ ਵੀ ਗੋ ਬਾਈ ਦ ਡੈਫੀਨੇਸ਼ਨ ਆਫ ਨਸ਼ਾ ਜਾਂ ਮੈਡੀਸਨ? ਜਿਵੇਂ ਹੁਣ ਅਲਕੋਹਲ ਮਾਊਥ ਵਾਸ਼ ਦੇ ਵਿੱਚ ਵੀ ਹੁੰਦੀ ਹੈ, ਹੈਂਡ ਸੈਨੀਟਾਈਜ਼ਰਸ ਦੇ ਵਿੱਚ ਵੀ ਹੁੰਦੀ ਹੈ। ਯੂ ਨੋ, ਵੇਅਰ ਡੂ ਯੂ ਡਰਾ ਦ ਲਾਈਨ? ਹਾਂ, ਇਹੀ ਮੇਰਾ ਕੁਐਸਚਨ ਹੈ ਜੀ। ਹਾਂਜੀ ਵੀਰ, ਜੇ ਐਲਕੋਹਲ ਜਿਵੇਂ ਨਾ ਦਵਾਈਆਂ ਦੇ ਵਿੱਚ ਯੂਜ਼ ਹੋ ਰਹੀ ਹੈ, ਜਿਵੇਂ ਕਈ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਹੈਗੀ ਹੈ ਨਾ, ਤੇ ਉਹਨੂੰ ਦਵਾਈ ਦੇ ਵਿੱਚ ਡਾਕਟਰ ਦੇ ਰਿਹਾ ਤਾਂ ਠੀਕ ਹੈ। ਲੇਕਿਨ ਜਿਹੜੀ ਅਸੀਂ ਐਲਕੋਹਲ ਨਸ਼ੇ ਵਾਸਤੇ ਪੀਂਦੇ ਹਾਂ ਉਹਨੂੰ ਨਸ਼ਾ ਸਮਝਿਆ ਜਾਏਗਾ। ਕੁਛ ਲੋਕ ਨੇ ਨਾ ਸਿਰਫ ਉਹਨੂੰ ਨਸ਼ੇ ਵਾਸਤੇ ਹੀ ਪੀ ਰਹੇ ਨੇ ਤੇ ਉਹ ਗਲਤ ਹੈ। ਲੇਕਿਨ ਜੇ ਕੋਈ ਦਵਾਈ ਦੇ ਵਿੱਚ ਜਿਵੇਂ ਸੈਨੀਟਾਈਜ਼ਰ ਹੈਗਾ ਤਾਂ ਇਹ ਸਾਨੂੰ ਯੂਜ਼ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਜਿਵੇਂ ਮਤਲਬ ਆਪਣੇ ਪਰਫਿਊਮ ਵਗੈਰਾ ਨੇ ਉਹਨਾਂ ਦੇ ਵਿੱਚ ਆ ਰਹੀ ਹੈ, ਤਾਂ ਜਿਹੜੇ ਲੋਕ ਪਰਫਿਊਮ ਯੂਜ਼ ਕਰਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਵੈਸੇ ਚੀਜ਼ਾਂ ਹੁੰਦੀਆਂ ਕੈਮੀਕਲ ਜਿਹੜੇ ਨੇ ਨੁਕਸਾਨਦਾਇਕ ਤਾਂ ਹੁੰਦੇ ਨੇ, ਪਰ ਜੇ ਦਵਾਈ ਦੇ ਵਿੱਚ ਤਾਂ ਫਿਰ ਉਹਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਿਵੇਂ ਡਾਕਟਰ ਕਹਿੰਦੇ ਐਲਕੋਹਲ ਨੂੰ ਸਪੈਸ਼ਲ ਨਸ਼ੇ ਵਾਸਤੇ ਪੀ ਰਹੇ ਆ ਤੇ ਫਿਰ ਉਹ ਗਲਤ, ਨਸ਼ਾ ਗਲਤ ਹੈ।
ਉਹ ਜਿਵੇਂ ਹੁਣ ਕਹਿੰਦੇ ਰੈੱਡ ਵਾਈਨ ਇੱਕ ਗਲਾਸ ਕਹਿੰਦੇ ਜੀ ਰੈੱਡ ਵਾਈਨ ਬਾਰੇ ਮੈਂ ਕੁਝ ਕਹਿ ਨਹੀਂ ਪਾਵਾਂਗਾ ਕਿਉਂਕਿ ਮੈਨੂੰ ਰੈੱਡ ਵਾਈਨ ਬਾਰੇ ਪਤਾ ਨਹੀਂ ਪਿਓ। ਵਾਈਨ ਔਰ ਸ਼ਰਾਬ ਵਿੱਚ ਕੀ ਫਰਕ ਹੈ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਬਿਲਕੁਲ। ਲੇਕਿਨ ਉਹ ਨਸ਼ੇ ਵਾਸਤੇ ਜੇ ਰੈੱਡ ਵਾਈਨ ਹੈਗੀ ਤੇ ਸਾਨੂੰ ਨਹੀਂ ਲੈਣੀ ਚਾਹੀਦੀ, ਕਿਸੇ ਨੂੰ ਨਹੀਂ ਲੈਣੀ ਚਾਹੀਦੀ। ਠੀਕ ਹੈ ਜੀ। ਤੇ ਦੂਸਰਾ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸੀਗਾ ਜਿੰਨੇ ਬੰਦਿਆਂ ਨੇ ਆਪਣੀ ਮਾਇਆ ਦਾਨ ਕੀਤੀ ਹੈਗੀ ਹੈ NHS ਮੀਲਸ ਲਈ। ਕੱਲ 100 ਪਾਉਂਡ ਸਾਧੂ ਸਿੰਘ ਕੰਗ ਨੇ ਦਿੱਤੇ ਹੈਗੇ ਹੈ, 120 ਪਾਉਂਡ 125 ਪਾਉਂਡ ਅੱਜ ਸਤਨਾਮ ਸਿੰਘ ਅੰਦਾ ਤੇ 125 ਪਾਉਂਡ ਚਿੰਗਫੋਰਡ ਬੀਬੀਆਂ ਵੱਲੋਂ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਮਾਇਆ ਸਿਰਫ ਇਸੇ ਕੰਮ ਦੇ ਲਈ ਹੀ ਯੂਜ਼ ਹੋਵੇਗੀ। ਸੋ ਬਹੁਤ ਬਹੁਤ ਧੰਨਵਾਦ, ਤੁਹਾਡੀ ਮਾਇਆ ਕੰਮ ਦੇ ਵਿੱਚ ਹੋਰ ਵੀ ਬਰਕਤ ਹੋਵੇ। ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਗੈਲੈਕਸੀ ਟੈਬ ਮੇਰਾ ਹੱਥ ਕੁਲਦੀਪ ਕੌਰ। ਹਾਂਜੀ ਹਾਂਜੀ ਗਿਆਨੀ ਜੀ, ਵੀਰ ਜੀ ਨੇ ਪੁੱਛਿਆ ਵਾਈਨ ਬਾਰੇ। ਹਾਂਜੀ ਵਾਈਨ ਨਵੀਂ ਆਈ ਸੀ ਮਾਰਕੀਟ ਦੇ ਵਿੱਚ, ਇਹ ਐਡਵਰਟਾਈਜ਼ ਕਰਕੇ ਉਹਨਾਂ ਨੇ ਇਹਦੀ ਮਸ਼ਹੂਰੀ ਕੀਤੀ ਸੀ ਕਿ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਵਾਈਨ ਪੀਂਦੇ ਉਹਨਾਂ ਨੂੰ ਹਾਰਟ ਅਟੈਕ ਨਹੀਂ ਹੁੰਦੇ ਜਾਂ ਹਾਰਟ ਦੀ ਟਰਬਲ ਨਹੀਂ ਹੁੰਦੀ। ਇਹ ਉਹਨਾਂ ਨੇ ਆਪਣੀ ਮਸ਼ਹੂਰੀ ਕੀਤੀ ਸੀ ਵੇਚਣ ਵਾਸਤੇ। ਹਾਂ ਭੈਣ, ਮੈਨੂੰ ਇਸ ਬਾਰੇ ਥੋੜਾ ਨੌਲੇਜ ਨਹੀਂ, ਇਸ ਕਰਕੇ ਮੈਂ ਕੋਈ ਬਹੁਤਾ ਜੇ ਵਾਈਨ ਸ਼ਰਾਬ ਤਾਂ ਸਾਨੂੰ ਨਹੀਂ ਪੀਣੀ ਚਾਹੀਦੀ। ਮੁੱਖ ਦੀ ਗੱਲ ਇਹ ਹੈ ਨਾ, ਨਸ਼ਾ ਸਾਨੂੰ ਨਹੀਂ ਵਰਤਣਾ ਚਾਹੀਦਾ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਹੋਰ ਤਾਂ ਮੇਰਾ ਖਿਆਲ ਇਸ ਵੇਲੇ ਹੈ ਨਹੀਂ ਕੋਈ ਵੀ ਅਨਮਿਊਟ। ਕੱਲ ਦਾ ਕੀ ਪ੍ਰੋਗਰਾਮ ਹੈ ਜੀ ਆਪਣਾ? ਕੱਲ ਨੂੰ ਵੀ ਆਪਾਂ ਇਸੇ, ਜੇ ਤੁਹਾਡੇ ਕੋਲ ਟਾਈਮ ਠੀਕ ਠਾਕ ਹੈ ਜੀ, ਫਿਰ ਆਪਾਂ ਕੱਲ ਨੂੰ ਤੇ ਪਰਸੋਂ ਨੂੰ ਜੀ। ਨਹੀਂ, ਮੇਰੇ ਕੋਲ ਤਾਂ ਟਾਈਮ ਹੈ, ਤੁਸੀਂ ਆਪਣਾ ਠੀਕ ਹੈ ਜੀ, ਠੀਕ ਹੈ, ਨੋ ਪ੍ਰੋਬਲਮ। ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਜੀ, ਤੁਸੀਂ ਜਿਹੜਾ ਵਿਆਖਿਆ ਕੀਤੀ ਸੀਗੀ ਨਾ, ਲੇਖ ਨ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ। ਹਾਂਜੀ ਠੀਕ ਹੈ ਜੀ। ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਜੀ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਜਿੱਦਾਂ ਲਾਅ ਆਫ ਨੇਚਰ ਦੇ ਹਿਸਾਬ ਨਾਲ ਗੱਲ ਕੀਤੀ ਆ ਨਾ, ਉਸ ਹਿਸਾਬ ਨਾਲ ਇਹਨੂੰ ਦੱਸਿਆ, ਨਾ ਕਿ ਜਿੱਦਾਂ ਸਾਨੂੰ ਦੱਸਿਆ ਗਿਆ ਸੀ ਪਹਿਲਾਂ ਕਿ ਤੁਹਾਡੇ ਮੱਥੇ ਤੇ ਜਿਹੜੇ ਲੇਖ ਲਿਖ ਦਿੱਤੇ ਗਏ ਆ ਉਹੀ ਆ ਕੇ ਤੁਸੀਂ ਭੁਗਤਣੇ ਆ। ਇਸ ਹਿਸਾਬ ਨਾਲ ਸਾਡੇ ਦਿਮਾਗ ਉਹ ਨਹੀਂ। ਹਾਂਜੀ, ਤੁਸੀਂ ਮੈਂ ਸਿਰਫ ਇਹ ਗੱਲ ਹੀ ਕਰਨੀ ਸੀਗੀ ਵੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਦੱਸੀ। ਗਾਹਾਂ ਦੀ ਵੀ ਜਿਹੜੀਆਂ ਸੀਗੀਆਂ ਨਾ ਭਗਤੀਆਂ, ਯਤਨ ਬਹੁਤ ਸੁੱਖ ਕੇ ਕੀਏ, ਹਾਂਜੀ ਕੋ ਕੀਓ ਨਾ ਕੋਏ, ਕਹੋ ਨਾਨਕ ਸੁਣ ਰੇ ਮਨਾ, ਹਰ ਭਾਵ ਐਸੋ ਹੋਏ। ਹੁਣ ਹਰ ਭਾਵੇ ਦੀ ਵੀ ਤੁਸੀਂ ਬਹੁਤ ਸੋਹਣੀ ਵਿਆਖਿਆ ਕੀਤੀ ਹੈ ਤੇ ਸਿਸਟਮ ਪਰਮਾਤਮਾ ਜਿਹਨੇ ਸਾਰਿਆਂ ਨੂੰ ਬਣਾਇਆ, ਜੇ ਉਹ ਫਿਰ ਤੁਹਾਡੇ ਤੇ ਦੁੱਖ ਆਉਂਦੇ ਆ ਤਾਂ ਹੁਣ ਇਹਦਾ ਮਤਲਬ ਇਹ ਥੋੜਾ ਵੀ ਉਹ ਦੁਖੀ ਤੁਹਾਨੂੰ ਦੇਖਣਾ ਚਾਹੀਦਾ। ਮਤਲਬ ਤੁਸੀਂ ਉਲੰਘਣਾ ਕਿਤੇ ਕਰ ਰਹੇ ਆ, ਜੇ ਉਲੰਘਣਾ ਕਰਦੇ ਤਾਂ ਦੁੱਖ ਤਾਂ ਉਹਨੇ ਪਾਉਣਾ ਹੀ ਆ, ਫਿਰ ਉਹਦੇ ਕਰਕੇ ਪਾਣਾ ਜਾਂ ਤੁਹਾਡੇ ਕਰਕੇ ਪੈਣਾ, ਤੁਹਾਨੂੰ ਸਮਝਣਾ ਪੈਣਾ। ਹਾਂ, ਦੁੱਖ ਰੱਬ ਵੱਲੋਂ ਨਹੀਂ, ਸਿਸਟਮ ਨੂੰ ਅਸੀਂ ਤੋੜ ਰਹੇ ਹਾਂ ਕਿਤੇ, ਇਸ ਕਰਕੇ। ਹਾਂਜੀ ਹਾਂਜੀ, ਰਜਾ ਨੂੰ ਅਸੀਂ, ਭਾਣੇ ਨੂੰ ਅਸੀਂ ਗੜਬੜ ਕਰ ਰਹੇ ਹਾਂ। ਹਾਂਜੀ ਹਾਂਜੀ, ਮੇਰਾ ਕਹਿਣ ਦਾ ਮਤਲਬ ਇਹ ਸੀਗਾ ਕਿ ਜਿੱਦਾਂ ਸਾਨੂੰ ਮਤਲਬ ਜਿਸ ਤਰੀਕੇ ਨਾਲ ਸਾਨੂੰ ਦੱਸਿਆ ਜਾਂਦਾ ਸੀਗਾ ਨਾ, ਉਹ ਡਿਫਰੈਂਟ ਤਰੀਕਾ ਹੈ। ਇਹ ਤਰੀਕਾ ਡਿਫਰੈਂਟ ਹੈ ਸੋਚਣ ਦਾ, ਹਰ ਇੱਕ ਨੂੰ ਮਤਲਬ ਇਹ ਲੱਗਦੀ ਆ ਗੱਲ ਦਿਮਾਗ ਨੂੰ। ਕਿਉਂਕਿ ਜੇ ਕੋਈ ਕਾਨੂੰਨ ਬਣਿਆ ਆ ਔਰ ਤੁਸੀਂ ਕਾਨੂੰਨ ਦੀ ਉਲੰਘਣਾ ਕਰਦੇ ਆ ਤਾਂ ਤੁਹਾਨੂੰ ਉਹਦਾ ਭੁਗਤਣਾ ਹੀ ਪੈਣਾ। ਭੁਗਤਣਾ ਤਾਂ ਉਹ ਜਿਹੜੇ ਕਾਨੂੰਨ ਦੇ ਆਪਣੇ ਨੇਚਰ ਦੇ ਜਿਹੜੇ ਕਾਨੂੰਨ ਬਣੇ ਪਏ ਆ, ਉਹਨਾਂ ਦੇ ਵਿੱਚ ਰਹਿ ਕੇ ਜੇ ਤੁਸੀਂ ਜ਼ਿੰਦਗੀ ਬਤੀਤ ਕਰਦੇ ਆ ਤਾਂ ਤੁਹਾਡੀ ਜ਼ਿੰਦਗੀ ਵਧੀਆ ਰਹਿ ਜਾਊਗੀ। ਜੇ ਤੁਸੀਂ ਉਹਦੇ ਉਲਟ ਚੱਲਦੇ ਤਾਂ ਉਹਨੂੰ ਭੁਗਤਣਾ ਤਾਂ ਪੈਣਾ ਹੀ ਆ, ਚਾਹੇ ਉਹ ਲੇਖ ਨਾ ਮਿਟੇ ਹੀ ਸੇਕ ਸਕੀ ਜਾਂ ਕੋਈ ਤੁਸੀਂ ਹਰ ਭਾਵੇਂ ਸੋ ਹੋਏ ਵਾਲਾ ਕੱਲ, ਸਾਰਿਆਂ ਤੇ ਉੱਥੇ ਲਾਗੂ ਹੁੰਦੀ ਹੈ ਜੀ। ਸਭ ਤੇ ਲਾਗੂ ਹੋਏਗਾ, ਸਭ ਤੇ ਲਾਗੂ ਹੋਏਗਾ। ਅਸੀਂ ਇੱਥੇ ਸਮਾਪਤੀ ਕਰਦੇ ਹਾਂ ਜੀ ਅੱਜ। ਫਿਰ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।